ਵੇਖੋ ਜੀ, ਦਿਨ ਰਹਿ ਗਏ ਥੋੜ੍ਹੇ ਅਤੇ ਸੁੱਖ ਸੁੱਖਾਂ ਨਾਲ ਲੰਘ ਜਾਣ ਤਾਂ ਚੰਗੀ ਗੱਲ ਆ, ਕਿਉਂਕਿ ਕਾਰਨ ਇਹ ਆ ਵੀ 20 ਤਰੀਕ ਤੋਂ ਬਾਅਦ ਫਿਰ ਅਗਲਿਆਂ ਲੱਭਣਾ ਨਹੀਂ ਅਤੇ ਉਦੋਂ ਬਾਅਦ ਵਾਰੀ ਆਉਣੀ ਆ ਪੰਜਾਬ ਦੇ ਵਿੱਚ ਫਰਵਰੀ 2027 ਦੇ ਵਿੱਚ। ਇਹ ਹੁਣ ਤੁਸੀਂ ਕੈਲੰਡਰ 'ਤੇ ਹਿਸਾਬ ਲਾ ਲਿਓ ਵੀ 22, 22 ਤੋਂ 23, 23 ਤੋਂ 24, 24 ਤੋਂ 25, 25 ਤੋਂ 26, 26 ਤੋਂ ਬਾਅਦ ਜਾ ਕੇ 27, ਅਤੇ ਉਹਦਾ ਫੈਸਲਾ ਡਿਸੀਜਨ ਮੇਕਿੰਗ ਆਪਾਂ ਇਹਨਾਂ 5-7 ਦਿਨਾਂ 'ਚ ਕਰਨੀ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਚੈਨਲ ਉਹੀ ਹੈ ਜੀ ਅਤੇ ਪ੍ਰੋਗਰਾਮ ਵੀ ਉਹੀ ਪ੍ਰਾਈਮ ਫੋਕਸ। ਬੰਦਾ ਨਾਲ ਅੱਜ ਅਸੀਂ ਬਦਲ ਲਿਆ, ਅੱਜ ਅਸੀਂ ਪਰਮਵੀਰ ਬਾਠ ਨੂੰ ਆਖਿਆ। ਹੋਰ WhatsApp ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਇੱਦਾਂ ਹੀ ਵਿੱਚ ਵਿਚਾਲੇ ਮੌਕਾ ਦਿੰਦੇ ਰਿਹਾ ਕਰੋ, ਚਾਹੇ ਹਲਕਾ ਬਦਲ ਕੇ ਮੌਕਾ ਦੇ ਦਿੱਤਾ। ਨਹੀਂ, ਹਲਕਾ ਬਦਲ ਕੇ ਮੌਕਾ ਮਿਲਣ ਨਾਲ ਬਹੁਤ ਫਰਕ ਪੈਂਦਾ। ਚਾਹੇ ਪਾਰਟੀਆਂ ਮੇਰੇ ਵੱਲੋਂ ਮਹੀਨੇ 'ਚ 4 ਵਾਰੀ ਕਹਿ ਦੋਗੇ, ਮੈਂ 4 ਵਾਰੀ ਆ ਜਾਊਂ ਚਲ ਜਾਊਂ, ਬੱਸ ਖੜੀ ਹੋਵੇ ਬਸ ਤੁਹਾਡੀ। ਨਹੀਂ, ਬੱਸ ਤੇ ਐਤਕੀ ਇੱਦਾਂ ਵੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਦੇਖੋ, ਆਸ ਕੀਤੀ ਜਾਂਦੀ ਸੀ ਵੀ ਇੱਕ ਹੁੰਦਾ ਨਾ ਵੀ ਹੁਣ ਮੇਲਾ ਲੁੱਟਿਆ ਗਿਆ ਯਾਰ, ਹੁਣ ਤੇ ਚਲ ਗਈਆਂ ਸਵਾਰੀਆਂ ਥਾਂ ਥਾਈਂ, ਪਰ ਉਹਨਾਂ ਦੀ ਬੱਸ ਦੇਖੋ ਅਜੇ ਤੱਕ ਲੱਗੀ ਵੀ ਅਜੇ ਤੱਕ ਸਵਾਰੀਆਂ ਚੜ੍ਹੀ ਜਾ ਰਹੀਆਂ। ਐਂਡ ਜਿਹੜੀ ਸਵਾਰੀ ਚੜ੍ਹਦੀ ਉਹ ਸਵਾਰੀ ਕਹਿੰਦੀ ਆਹ ਆਹੀ ਬੱਸ ਉਡੀਕਦਿਆਂ ਮੈਂ ਉਮਰ ਕੱਢ ਦਿੱਤੀ ਅਤੇ ਅੱਜ ਮਿਲੀ ਏ, ਹੁਣ ਦੇਖਣਾ ਕਿੰਨਾ ਵਧੀਆ ਸਫ਼ਰ ਹੋਏਗਾ। ਨਹੀਂ ਇੱਦਾਂ ਹੀ ਸੰਧਾਲੀਆ ਸਾਹਿਬ, ਮੈਂ ਨਾ ਐਤਕੀ ਮੈਂ ਰਾਤੀ, ਕਿਉਂਕਿ ਤੁਸੀਂ ਤਾਂ ਗਏ ਸੀ ਕਿਤੇ ਪਾਰਟੀ ਸ਼ਾਰਟੀ 'ਤੇ। ਮੈਂ ਤਾਂ ਜਾਂਦਾ ਰਹਿੰਦਾ। ਮੈਂ ਇਕੱਲਾ ਸੋਚਾਂ, ਮੈਂ ਕਿਹਾ ਬਹੁਤਾ ਧੱਕਾ ਭਰਾ ਨਾ, ਅਤੇ ਥੋੜ੍ਹਾ ਜਿਹਾ ਐਤਕੀ ਮੇਰੇ ਨਾਲ ਵੀ ਹੋਇਆ। ਐਤਕੀ ਕੰਮ ਸੌਖਾ ਸੀਗਾ, ਐਤਕੀ ਕਿਤੇ ਇਲੈਕਸ਼ਨ ਲੜਦੇ, ਆਪਦੀ ਪਾਰਟੀ ਬਣਾਉਂਦੇ, ਫਿਰ ਮੈਂ ਸੋਚਦਾ ਸੀ ਕਿ ਵਾਅਦੇ ਕਿਹੜੇ ਕਿਹੜੇ ਕਰਨੇ ਆ। ਐਵੇਂ ਕਹੀ ਜਾਂਦੇ ਨੇ ਕਿ ਬੀਬੀਆਂ ਨੂੰ 1000 ਰੁਪਈਆ, 2000 ਜਾਂ 2100 ਰੁਪਈਆ ਆਪਾਂ ਥੋੜ੍ਹਾ ਜਿਹਾ ਵਧਾ ਕੰਮ ਕਰਨਾ ਸੀ। ਇਹ ਕਹਿੰਦੇ ਨਾ ਕਿ ਕੋਈ ਦੋਹਤੀ, ਕੋਈ ਦੋਹਤਾ, ਕੋਈ ਪੋਤੀ, ਕੋਈ ਪੋਤਾ ਆਉਂਦਾ ਤਾਂ ਬੀਬੀਆਂ ਨੇ ਉਹਦੇ ਹੱਥ 'ਤੇ 4 ਰੁਪਈਏ ਰੱਖਣੇ ਸੀ। ਵੀ ਅਸੀਂ ਤਾਂ ਇਹ ਵਾਅਦਾ ਕਰਨਾ ਸੀ ਕਿ ਗੱਲ ਕੋਈ ਨਹੀਂ, ਬੀਬੀ ਤੇਰੇ ਕੋਲੇ ਗੱਡੀ ਆਊਗੀ, ਤੈਨੂੰ ਗੱਡੀ ਦੇ ਵਿੱਚ ਬਿਠਾ ਕੇ ਕੁੜੀ ਕੋਲ ਲੈ ਕੇ ਜਾਣਾ ਅਤੇ ਰਾਹ ਦੇ ਵਿੱਚ ਹੀ ਪੁੱਛ ਲੈਣਾ ਹੈ ਕਿ ਬੀਬੀ ਦੋਤੇ ਦੋਤੀਆਂ ਕਿੰਨੇ ਆ, ਅਤੇ ਜਿੰਨੇ ਵੀ ਹੋਏ ਪਹਿਲਾਂ ਉਹਨਾਂ ਨੂੰ ਹਰ ਵਾਰੀ 1000 ਰੁਪਈਆ ਤੂੰ ਦੇਣਾ ਹੈ ਕੋਲੋਂ, ਅਤੇ ਸਾਡਾ ਬੰਦਾ ਗੱਡੀ ਲੈ ਕੇ ਆਊ, ਸਰਕਾਰ ਦਾ ਤੇਲ ਹੋਊ। ਕੁੜੀ ਦੇ ਜਾਣ ਨੂੰ ਪਹਿਲਾਂ ਫਲ ਫਲੂਟ ਜਿੰਨਾ ਕੁ ਹੈਗਾ, ਕੋਈ ਕੇਲੇ, ਕੋਈ ਸੇਬ, ਕੋਈ ਆੜੂ, ਇੱਦਾਂ ਦੀ ਚੀਕੂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਚੀਜ਼ਾਂ ਲਿਫਾਫੇ 'ਚ ਪਾ ਕੇ, ਤਾਂ ਬੀਬੀ ਨੇ ਆਰਾਮ ਨਾਲ ਚਿੱਟਾ ਸੂਟ ਪਾ ਕੇ ਤੁਰਨਾ ਹੀ, ਉਹ ਬੰਦਾ ਟੋਕਰੀ ਦੇ ਵਿੱਚ ਸਮਾਨ ਪਾ ਕੇ ਨਾਲ ਲਿਜਾਊਗਾ ਅਤੇ ਹੌਲੀ ਦਿਨ ਫਿਰ ਬੀਬੀ ਨੂੰ ਕਹੋ ਬੀਬੀ ਆਹ ਦੋਤੀ ਵਾਲਾ ਲਿਫਾਫਾ, ਆਹ ਦੋਤੇ ਵਾਲਾ ਲਿਫਾਫਾ। ਜਾਣੀ ਇੱਦਾਂ ਦੀ ਕੋਈ ਗੱਲ ਨਹੀਂ ਕਿ ਤੁਹਾਨੂੰ ਬੈਂਕ ਜਾਣਾ ਪਊ, 1000 ਮਿਲੂ ਕਿ 2000 ਮਿਲੂ, ਖੁੱਲ੍ਹਾ ਹੀ ਖਾਤਾ ਰੱਖਣਾ ਹੀ ਕੰਮ। ਮਤਲਬ ਇਹ ਹੋ ਜੂਗਾ ਕੰਮ ਜੇ ਹੁੰਦਾ ਆਪਾਂ ਹੁੰਦੇ ਤਾਂ ਮਤਲਬ ਇਹ ਹੋਣਾ ਸੀ ਵੀ ਉਹਨਾਂ ਨਿਆਣਿਆਂ ਨੂੰ ਪਹਿਲੀ ਵਾਰ ਨਾਨੀ ਇੰਨੀ ਨਹਾਤੀ ਧੋਤੀ ਨਜ਼ਰ ਆਉਣੀ ਸੀ, ਹੈ ਨਾ। ਕਿਉਂਕਿ ਕਾਰਨ ਹੈ ਵੀ ਪਹਿਲਾਂ ਨਾਨੀ ਵਿਚਾਰੀ ਜਦੋਂ ਬੱਸੇ ਬਹਿ ਕੇ ਜਾਣਾ ਅਤੇ ਉਹਨਾਂ ਵੀ ਉਦੋਂ ਤੱਕ ਜਾਂਦੇ ਨਾਨੀ ਖੁਦ ਪਛਾਣ 'ਚ ਨਹੀਂ ਆਉਂਦੀ ਹੁੰਦੀ, ਅਤੇ ਦੂਰੋਂ ਅੰਦਾਜ਼ਾ ਜਿਹਾ ਲਾਉਂਦੇ ਤੇ ਵੀ ਲੱਗਦੀ ਤੇ ਉਹੀ ਆ, ਹੈ ਨਾ। ਹੁਣ ਜਦੋਂ ਉਹਨਾਂ ਆਖਿਆ ਵੀ ਨਾਨੀ ਦਾ ਮਤਲਬ ਕਮਾਲ ਹੋਈ, ਖੁੰਡੀ ਨਵੀਂ, ਜੁੱਤੀ ਨਵੀਂ, ਸੂਟ ਨਵਾਂ, ਹੈ ਨਾ। ਵੀ ਮਤਲਬ ਤੁਸੀਂ ਦੇਖੋ ਵੀ ਗੱਡੀ 'ਚੋਂ ਲਾਹੁਣ ਵਾਲੇ, ਅੱਗੇ ਤੋਰ ਕੇ ਲੈ ਕੇ ਜਾਣ ਵਾਲੇ, ਉਦੋਂ ਬਾਅਦ ਨਿਆਣਿਆਂ ਦੇ ਨਾਲ ਦੇਖੋ ਪਹਿਲਾਂ ਤਾਂ ਹੁੰਦਾ ਸੀ ਵੀ ਉਹਨਾਂ ਨੂੰ ਇਹ ਹੁੰਦੀ ਸੀ ਵੀ ਪਤਾ ਨਹੀਂ ਹੁਣ ਨਾਨੀ ਨੇ ਕਾਲੇ ਜਿਹੇ ਲਿਫਾਫੇ 'ਚ ਲਿਆਂਦਾ ਕੀ ਆ। ਉਹ ਨਾਨੀ ਨੂੰ ਵੀ ਚੇਤਾ ਭੁੱਲ ਜਾਣਾ ਵੀ ਹੁਣ ਚਾਹ ਚੂਹ ਪੀਂਦੇ ਆ ਇੱਧਰੋਂ, ਅਤੇ ਜਿਹੜੇ 2-4 ਕੇਲੇ ਪਹਿਲਾਂ ਅੱਡੇ ਤੋਂ ਰੇਹੜੀ ਤੋਂ ਲੈ ਹੋਣੇ, ਉਹ ਜਦੋਂ ਲੈ ਸੀ ਉਦੋਂ ਵਿਚਾਰੇ ਅੰਤਿਮ ਸਾਹਾਂ 'ਤੇ ਸੀਗੇ, ਅਤੇ ਘੰਟਾ ਲਿਫਾਫੇ 'ਚ ਬੰਦ ਰਹਿ ਜਾਣ, ਅਤੇ ਉਦੋਂ ਬਾਅਦ ਕਹਿੰਦੇ ਵੀ ਹੁਣ ਚਮਚੇ ਨੇ ਖਾ ਲੈਣੇ। ਸੰਧਾਲੀਆ ਸਾਹਿਬ, ਮੈਂ ਵੀ ਸੋਚਦਾ ਸੀ, ਜਾਣੀ ਕਿਸੇ ਦੇ ਘਰ ਮੂਹਰੇ ਸਰਕਾਰੀ ਗੱਡੀ ਖੜੀ ਹੋਣੀ, ਉਹ ਨਿਆਣੇ ਨੇ ਆਪਣੇ ਘਰੇ ਜਾਣਾ, ਦੂਸਰੇ ਗੁਆਂਢੀਆਂ ਦੇ ਘਰੇ। ਅੱਜ ਸ਼ੀਤੇ ਹੁਣਾਂ ਦੀ ਨਾਨੀ ਆਈ ਲੱਗਦੀ ਆ, ਉਹ ਕਹਿੰਦਾ ਪੁੱਤ ਤੂੰ ਦੇਖੀ, ਨਹੀਂ ਗੱਡੀ ਖੜੀ ਸਰਕਾਰੀ ਘਰ ਮੂਹਰੇ, ਸਰਕਾਰੀ ਗੱਡੀ ਨਾਨੀ ਆਉਂਦੀ। ਇੱਕ ਸੰਧਾਲੀਆ ਸਾਹਿਬ, ਮੈਂ ਸੋਚਦਾ ਕਿਸਾਨਾਂ ਲਈ ਆਪਾਂ ਵਾਅਦਾ ਕਰਨਾ ਦੋਨਾਂ ਭਰਾਵਾਂ ਨੇ, ਤੁਸੀਂ ਬਸ ਬਹਿਣਾ ਸੀ, ਤੁਸੀਂ ਕਹਿਣਾ ਸੀ ਮੇਰੇ ਵੱਲੋਂ ਇਹ ਬੋਲਣਗੇ, ਅਤੇ ਮੈਂ ਤੁਹਾਡੇ ਵੱਲੋਂ ਵਾਅਦਾ ਕਰ ਦੇਣਾ ਸੀ 5 ਨੁਕਾਤੀ ਪ੍ਰੋਗਰਾਮ ਆਪਾਂ ਦੇਣਾ ਸੀ। ਹੁਣ ਵਾਲੇ ਕਹਿੰਦੇ ਨਾ ਤੁਹਾਡੀ ਫਸਲ ਵਿਕੂ, ਅਸੀਂ ਘੱਟੋ ਘੱਟ ਮੁੱਲ ਦਿਆਂਗੇ, ਨਾ ਆਪਾਂ ਵਾਅਦਾ ਸਿਰੇ ਦਾ ਕਰਨਾ ਹੀ, ਕਿਹੜਾ ਪੂਰਾ ਕਰਨਾ ਨਾ। ਲੋਕਾਂ ਨੇ ਪੁੱਛਣਾ ਵੀ ਤੁਸੀਂ ਪੂਰਾ ਕਿੱਦਾਂ ਕਰੋਗੇ, ਨਾ ਆਪਾਂ ਨੂੰ ਦੱਸਣਾ। ਆਪਾਂ ਕਹਿਣਾ ਕਿ ਕਿਸਾਨ ਆਪਣੇ ਘਰੇ ਮੰਜੇ ਤੇ ਬੈਠਾ ਹੋਊਗਾ, 2 ਪਰੌਂਠੇ ਅਚਾਰ ਰੱਖ ਕੇ ਨਾਲ ਲੱਸੀ ਦਾ ਗਲਾਸ ਉਹਨੇ ਪੀ ਕੇ, ਕਿਸਾਨ ਨੇ ਘਰ ਬੈਠੇ ਨੇ ਸਿਰਫ ਸੋਚਣਾ ਹੈ ਕਿ ਆਲੂ ਬੀਜ ਲਈਏ ਐਤਕੀ। ਤੁਸੀਂ ਸਿਰਫ ਸੋਚਣਾ ਹੈ, ਤੁਹਾਡੇ ਸਮਾਰਟਫੋਨ ਜਿਹੜਾ ਸਰਕਾਰੀ ਫੋਨ 'ਚ ਅਸੀਂ ਇੱਦਾਂ ਦੀ ਐਪ ਭਰ ਦੇਣੀ ਹੈ ਕਿ ਉਸੇ ਵੇਲੇ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀ ਤੱਕ ਤੁਹਾਡੀ ਸੋਚ ਪਹੁੰਚ ਜਾਣੀ ਹੈ ਕਿ ਫਲਾਣੇ ਪਿੰਡ ਦਾ ਫਲਾਣਾ ਸਿੰਘ ਜਾਂ ਫਲਾਣਾ ਰਾਮ ਜਾਂ ਫਲਾਣਾ ਦੀਨ ਜੀ, ਉਹ ਬੰਦਾ ਆਪਣੇ ਖੇਤ ਦੇ ਵਿੱਚ ਆਲੂ ਬੀਜਣੇ ਚਾਹੁੰਦਾ, ਉਸੇ ਵੇਲੇ ਪਟਵਾਰੀ ਕੋਲ ਚਲੇ ਜਾਣਾ, ਪਟਵਾਰੀ ਨੇ ਖੇਤੀਬਾੜੀ ਅਫਸਰ ਨੂੰ ਸੁਨੇਹਾ ਭੇਜਣਾ ਕਿ ਉਸ ਬੰਦੇ ਦਾ ਆਹ ਖੇਤ ਖਾਲੀ ਪਿਆ। ਤੁਹਾਡੇ ਖੇਤ ਪਹੁੰਚਣ ਤੋਂ ਪਹਿਲਾਂ ਆਲੂ ਜਿਹੜੇ ਬੀਜ ਵਾਲੇ ਉੱਥੇ ਪਹੁੰਚੇ ਹੋਣੇ ਆ, 2 ਟਰੈਕਟਰ ਲਾ ਕੇ ਉਹਨਾਂ ਨੇ ਪਲੰਟਰ ਵਿੱਚ ਪਾਇਆ ਹੋਣਾ, ਅਤੇ ਤੁਸੀਂ ਉੱਥੇ ਬੈਠ ਕੇ ਦੇਖ ਲੈਣਾ ਵੀ ਬੀਜ ਠੀਕ ਹੈ। ਉਹ ਤੋਂ ਬਾਅਦ ਤੁਸੀਂ ਫੇਰ ਘਰ ਆ ਜਾਣਾ, ਵੱਟਾਂ ਬੰਨਣੀਆਂ, ਬੇਲਾਂ ਵੱਢਣੀਆਂ, ਖਾਦ ਪਾਉਣਾ ਹੈ, ਆਲੂ ਪੱਟਣੇ ਆ, ਆਲੂ ਮੰਡੀ 'ਚ ਲਿਜਾਣੇ ਆ, ਵੇਚਣੇ ਆ, ਤੁਹਾਡਾ ਕੋਈ ਕੰਮ ਨਹੀਂ, ਤੁਸੀਂ ਪੈਸੇ ਗਿਣਨੇ ਬਸ। ਨਹੀਂ ਵੈਸੇ ਇੱਕ ਗੱਲ ਹੈ, ਇਹ ਕੰਮ ਤਾਂ ਵੈਸੇ ਆਪਣਾ ਪਹਿਲਾਂ ਚੱਲ ਜਾਣਾ, ਪਰ 5 ਸਾਲ ਬਾਅਦ ਆਪਣਾ ਵਿਰੋਧ ਹੋਣਾ ਹੈ।
ਨਹੀਂ ਆਪਾਂ ਚੋਣਾਂ ਹਰਿਆਣੇ ਜਾ ਕੇ ਲੜਨੀਆਂ, ਅੱਗੇ ਤਾਂ ਹਲਕਾ ਬਦਲਦੇ, ਆਪਾਂ ਸੂਬਾ ਬਦਲ ਕੇ ਨਹੀਂ ਆਪਾਂ ਬਦਲ ਲੈਂਦੇ ਕਿਉਂਕਿ ਕਿਸਾਨਾਂ ਨੂੰ ਅੱਜ ਕੱਲ੍ਹ ਤਜਰਬਾ ਹੋ ਗਿਆ ਨਾ, ਉਹ ਦੂਜੀ ਸਟੇਟ 'ਚ ਵੀ ਚਲੇ ਜਾਂਦੇ ਆ। ਇਹਨਾਂ ਨੇ ਆਪਣੇ ਨਾਲ ਇਹ ਕਰਨੀ ਹੈ, ਆਖਣਾ ਵੀ ਦੇਖੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਤੁਸੀਂ ਜੋ ਸੋਚਣਾ ਉਹ ਸਾਡੇ ਵੱਲੋਂ ਸਾਡੀ ਪਾਰਟੀ ਨੇ ਜਾ ਕੇ ਉੱਥੇ ਬੀਜ ਦੇਣਾ। ਹੋ ਸਕਦਾ 5-4 ਬਾਪੂ ਉੱਥੇ ਆਂਦੇ ਵੀ ਆਲੂ ਉਲੂ ਦੇ ਸਾਰੀ ਉਮਰ ਲਾਏ, ਅਸੀਂ ਤੇ ਸੋਚਿਆ ਵੀ ਐਤਕੀ ਪੈਸਿਆਂ ਵਾਲਾ ਕੋਈ ਨੋਟ ਨਾਟ ਕੋਈ ਦੇਣ ਵਾਲਾ ਕੋਈ ਬੂਟਾ ਬੀਜ ਕੇ ਜਾਣਗੇ, ਤੇ ਬਾਪੂ ਸਾਡੇ ਨੇ 3-4 ਰਾਂ ਭਾਣ ਵਾਲਾ ਸੋਚਿਆ, ਦੁੱਪੜਾਂ ਵਾਲਾ ਸੋਚਿਆ। ਅਸੀਂ ਆਖਿਆ ਚੱਲ 100 ਵਾਲੇ ਨਹੀਂ, ਚਲੋ 5 ਲੱਗਣ ਵਾਲੀ ਕੋਈ ਵੇਲਾਂ ਹੀ ਲਾ ਜਾਣਗੇ ਉੱਥੇ। ਅਸੀਂ ਜਦੋਂ ਗਏ ਆ ਉਹੀ ਝੋਨਾ ਉਹੀ ਕਣਕ, ਇਹ ਕੋਈ ਪਾਰਟੀ ਆ ਦੱਸ? ਨਹੀਂ ਤੁਸੀਂ ਆਪਾਂ ਵਾਅਦਾ ਵੀ ਰੁਪਈਆਂ ਦਾ ਨਹੀਂ, ਆਪਾਂ ਡਾਲਰ ਲਾਉਣ ਵਾਲਾ ਬੂਟਾ ਲਾਉਣਾ ਸੀ। ਨਹੀਂ ਉਹ ਫਿਰ ਠੀਕ ਸੀ ਹਣਾ ਬਾਪੂ, ਪਹਿਲਾਂ ਦੱਸਣਾ ਹੈ ਵੀ ਜੇ ਇਦਾਂ ਕਰਨੀ ਆ। ਤੇ ਉਹ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਾਲੀ ਗੱਲ ਹੋ ਗਈ ਨਾ, ਜਦੋਂ ਉਹ ਕਹਿੰਦੇ ਵੀ ਯਾਰ ਤੁਸੀਂ ਕਹਿੰਦੇ ਇੱਕ ਮੌਕਾ ਦਿਓ, ਇੱਕ ਮੌਕਾ ਦਿਓ, ਇੱਕ ਮੌਕਾ ਕਹਿੰਦੇ ਜੇ ਬਾਹਰਲੇ ਨੂੰ ਦੇਣਾ ਤੇ ਕੇਜਰੀਵਾਲ ਨੂੰ ਦੇਣਾ, ਕੋਈ ਗੋਰਾ ਲਿਆਓ ਇੰਗਲੈਂਡ ਤੋਂ ਲੰਡਨ ਤੋਂ। ਕਹਿੰਦੇ ਉਦਾਂ ਆਪਾਂ ਨਾ ਵੀ ਜੇ ਹੁਣ ਬਾਪੂ ਨੋਟਾਂ ਵਾਲਾ ਤੂੰ ਬੂਟਾ ਲਵਾਉਣਾ ਹੀ ਆ ਤੇ ਜ਼ਰੂਰ ਰੁਪਈਆਂ ਵਾਲਾ ਲਵਾਉਣਾ, ਡਾਲਰਾਂ ਵਾਲਾ ਲਵਾ। ਸੰਤਾਲੀਆ ਸਾਹਿਬ ਜਿੱਦਾਂ ਵਾਅਦੇ ਹੋ ਰਹੇ ਆ ਪੂਰੇ ਤਾਂ ਹੋਣੇ ਨਹੀਂ ਜਿੰਨੇ ਹੋ ਰਿਹਾ, ਕਿਉਂਕਿ ਕਰਜ਼ਾ ਸਿਰ ਚੜਿਆ, ਲੋਕ ਸੁਣੀ ਜਾਂਦੇ, ਲੀਡਰ ਕਰੀ ਜਾਂਦੇ ਆ। ਮੈਨੂੰ ਇੱਕ ਗੱਲ ਦੀ ਥੋੜੇ ਤੋਂ ਪੂਰੀ ਆਸ ਸੀ ਕਿ ਤੁਸੀਂ ਇਹ ਨਹੀਂ ਸੀ ਕਹਿਣਾ ਕਿ ਅਸੀਂ ਤੁਹਾਨੂੰ 5 ਲੱਖ ਦਾ ਸਿਹਤ ਬੀਮਾ ਦੇਵਾਂਗੇ, ਤੁਸੀਂ ਸਰਕਾਰੀ ਹਸਪਤਾਲ ਜਾਓਗੇ ਤੁਹਾਡਾ ਇਲਾਜ ਕੀਤਾ ਜਾਊਗਾ। ਤੁਸੀਂ ਕਹਿਣਾ ਨਾ, ਬੰਦਾ ਬੀਬੀ ਕੋਈ ਵੀ ਆ ਜਿੱਦਾਂ ਹੀ 60 ਸਾਲ ਦਾ ਹੋਇਆ ਨਾਲ ਹੀ ਗੋਡੇ ਆਪਾਂ ਉਦਾਂ ਹੀ ਬਦਲ ਦਿਆ ਕਰਨੇ, ਭਾਵੇਂ ਠੀਕ ਹੀ ਹੋਣ। ਆਹੋ ਵੀ ਗੋਡੇ ਨਵੇਂ ਹੋਣਗੇ, ਬੀਬੀ ਭਾਵੇਂ ਪੁਰਾਣੀ ਹੋ ਜਾਵੇ। ਆਹ ਵੀ ਅਗਲੇ ਆਖਣ ਯਾਰ ਬਾਪੂ ਭੋਗਤੇ ਆਂਦੇ ਬਾਪੂ ਆਇਆ ਨਹੀਂ, ਗੱਲ ਕਹਿੰਦੇ ਯਾਰ ਤੁਰੇ ਸਵੇਰੇ ਚੰਗੇ ਭਲੇ ਤਿਆਰ ਹੋ ਕੇ ਆਉਣ ਲੱਗੇ ਆ, ਐ ਆ ਕੇ ਗੱਡੀ ਰੁਕੀ ਸਾਡੇ ਸਾਹਮਣੇ, ਬਾਪੂ ਚੁੱਕ ਕੇ ਲੈ ਗਏ। ਕਹਿੰਦੇ ਕੀ ਕਹਿੰਦੇ ਇਹ ਤੇ ਗੋਡੇ ਬਦਲਾ ਕੇ ਲਿਆਉਣੇ, ਟਾਈਮ ਹੋ ਗਿਆ ਸਾਡੇ ਤੇ ਉਧਰ ਅਲਾਰਮ ਵੱਜੀ ਜਾਂਦਾ, ਬੀ ਪਾਈ ਜਾਂਦੇ ਵੀ ਭਾਈ ਸਾਹਿਬ ਬਾਪੂ ਦੇ ਗੋਡੇ ਰਹਿ ਗਏ। ਨਹੀਂ ਠੀਕ ਹੈ ਚਲੋ ਇਹ ਤੁਸੀਂ ਕਹਿਣਾ ਵੀ ਯਾਰ ਕਮਲ ਕਿਉਂ ਕਦਾਉਨੇ ਆ, ਦੇਖੋ ਕਾਰਨ ਹੈ ਵੀ ਇਹ ਕਮਲ ਨਾ ਕਦਾਈਏ ਤੇ ਕੀ ਕੰਧ 'ਚ ਟੱਕਰ ਮਾਰੀ ਦੱਸੋ, ਜਾਂ ਤੇ ਤੁਸੀਂ ਇਹ ਦੇਖੋ ਵੀ ਜੋ ਆਸੇ ਪਾਸੇ ਹੋ ਰਿਹਾ ਇਹ ਕੁਛ ਨਵਾਂ ਹੋਵੇ ਜੀ। ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ, ਵਾਅਦਿਆਂ ਤੋਂ ਗੱਲ ਕਰੀਏ ਤੇ ਉਹਨਾਂ ਨੇ ਸੰਕਲਪ ਪੱਤਰ ਅਗਲਾ ਇੱਕ ਫਿਰ ਪੇਸ਼ ਕੀਤਾ। ਕਿਹਨਾਂ ਨੇ? ਬੀਜੇਪੀ ਪਾਰਟੀ। ਠੀਕ ਹੈ ਜੀ। ਉਹਦੇ ਵਿੱਚ ਇੱਕ ਚੀਜ਼ ਜਿਹੜੀ ਬੜੀ ਹੈਰਾਨੀ ਵਾਲੀ, ਉਹ ਕਹਿੰਦੇ ਵੀ ਜਿਹੜੇ ਤੇ ਨਾ ਬੇਰੁਜ਼ਗਾਰ 4-4 ਹਜ਼ਾਰ ਰੁਪਈਆ ਦੇਣਾ ਹੈ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ। ਮੈਂ ਕੁਦਰਤੀ ਸੋਚੀ ਜਾਵਾਂ, ਮੈਂ ਕਿਹਾ ਵੀ ਉੱਥੇ ਕੈਪਟਨ ਸਾਹਿਬ ਨੂੰ ਪਤਾ ਕਿਉਂ ਨਹੀਂ ਲਏ, ਉਹ ਐਤਕੀ ਉਹਨਾਂ ਦੇ ਪੁੱਤਰ ਨੂੰ ਲਿਆਂਦਾ ਉਹ ਜਾਰੀ ਕਰਵਾਉਣ ਲਈ, ਕਿਉਂਕਿ ਹੋ ਸਕਦਾ ਆਪਣੇ ਭਾਈਚਾਰੇ ਵਾਲੇ ਨੇ ਪੁੱਛ ਲੈਣਾ ਵੀ ਆਹ ਜਿਹੜੇ ਸਰਦਾਰ ਜੀ ਨਾਲ ਖਲੋਤੇ ਕਿ ਪਿਛਲੇ ਨਾਲ 2500 ਦੇਵਾਂਗੇ, ਉਹ ਤਾਂ ਦਿੱਤਾ ਨਹੀਂ। ਨਹੀਂ ਦੇਖੋ ਇਹਦਾ ਮਤਲਬ ਕੈਪਟਨ ਸਾਹਿਬ ਤੁਹਾਡਾ ਪ੍ਰੋਗਰਾਮ ਸੁਣਦੇ ਆ, ਕਿਉਂਕਿ ਜਦੋਂ ਪਿਛਲੀ ਵਾਰੀ ਉਹ ਖੜੇ ਸੀ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਪੜ੍ਹ ਕੇ ਸੁਣਾਈਆਂ ਸੀ ਪਿੰਡਾਂ ਲਈ, ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਸੀ ਤਾਂ ਗਏ ਵੀ ਬਾਕੀ ਕੋਈ ਨਹੀਂ। ਮਾੜੀ ਕੈਪਟਨ ਸਾਹਿਬ ਨੂੰ ਪੁੱਛਿਆ ਕਹਿੰਦੇ ਰਣਿੰਦਰ ਤੁਸੀਂ ਜਾਓ ਉੱਥੇ, ਫਿਰ ਨਾ ਮੈਂ ਇੱਥੇ ਪ੍ਰਚਾਰ ਸਾਂਭ ਲੈਣਾ। ਬੇਟਾ ਨਹੀਂ ਪ੍ਰਚਾਰ ਕਿਸੇ ਪ੍ਰਚਾਰ ਲਈ ਤਾਂ ਅੱਗੇ ਨਹੀਂ ਜਾਣਦੇ ਕਿਤੇ, ਇਹ ਕੱਲ ਤਾਂ ਗੱਲ ਕਰਕੇ ਦੇਖੋ ਪ੍ਰਚਾਰ ਦੀ ਲੋੜ ਹੀ ਨਹੀਂ, ਜਿੱਤੇ ਪਏ ਆ। ਆਹ ਨਹੀਂ ਉਹ ਕਹਿੰਦੇ ਨੇ ਬੇਟਾ ਠੀਕ ਨਹੀਂ ਆ ਮੈਂ ਕੁਛ, ਤੁਸੀਂ ਜਾਓ। ਨਾਲੇ ਦੇਖੋ ਹੁਣ ਤੁਸੀਂ ਤੇ ਅੱਗੇ ਸੰਭਾਲਣਾ ਹੈ ਸਾਰਾ ਕੁਝ, ਤੇ ਇਸ ਕਰਕੇ ਹੁਣ ਤੁਸੀਂ ਥੋੜਾ ਜਿਹਾ ਲੋਕਾਂ 'ਚ ਵਿਚਰੋ। ਤੇ ਹੋ ਸਕਦਾ ਵੀ ਰਣਿੰਦਰ ਹੋਰੀ ਪੜ੍ਹ ਕੇ ਆਉਂਦੇ ਨੇ ਵੀ ਯਾਰ 4 ਕੀਤਾ ਯਾਰ, ਜੇ 2500 ਸੀ ਘੱਟੋ ਘੱਟ ਡਬਲ ਤੇ ਕਰਦੇ, 5000 ਤੇ ਕਰਦੇ। ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ, ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੇ ਜਾਂਦੇ ਕੋਈ ਨਾ ਕੋਈ ਵਾਅਦਾ ਕਰਦੇ ਆ, ਕਾਂਗਰਸ ਪਾਰਟੀ ਵਾਲੇ ਕਹਿੰਦੇ ਬਹੁਤਾ ਕੰਮ ਕਰਤਾ, ਥੋੜਾ ਜਿਹਾ ਰਹਿ ਗਿਆ। ਇਹ ਗੱਲਾਂ ਸਾਰੀਆਂ ਠੀਕ ਨੇ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਚੰਗੀ ਗੱਲ, ਉਹਨੂੰ 2 ਚੀਜ਼ਾਂ ਚੰਗੀਆਂ ਕੀਤੀਆਂ ਸੀ, ਉਮੀਦਵਾਰ ਦਾ ਡੋਪ ਟੈਸਟ ਕਰਾਵਾਂਗੇ ਜੀ, MSP ਦੇਵਾਂਗੇ ਜੀ, ਪਰ 6000 ਰੁਪਈਆ ਆਸ਼ਾ ਵਰਕਰ ਨੂੰ ਮਹੀਨੇ ਦਾ ਭੱਤਾ, 10,000 ਰੁਪਈਆ ਮਹੀਨਾ ਆਂਗਣਵਾੜੀ ਵਰਕਰ ਦੀ ਤਨਖਾਹ, 4000 ਰੁਪਈਆ ਬੇਰੁਜ਼ਗਾਰੀ ਭੱਤਾ, ਆ ਬੀਬੀਆਂ ਨੂੰ ਜਿਹੜੇ ਪੈਸੇ ਦੇਣੇ ਆ, ਉਹ ਸਾਰੀਆਂ ਚੀਜ਼ਾਂ ਦਿੱਤੀਆਂ ਜਾਣ, ਅਸੀਂ ਮਨਾ ਨਹੀਂ ਕਰਦੇ। ਪਰ ਜਿਹੜਾ ਸਵਾਲ ਸਾਡਾ ਬਾਕੀ ਸਿਆਸੀ ਪਾਰਟੀਆਂ ਨੂੰ ਹੁੰਦਾ ਸੀ, ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਬਿਲਕੁਲ ਠੀਕ ਹੈ, ਪਰ ਇਹ ਦੇਣੇ ਕਿੱਥੋਂ ਆ? ਬੀਬੀਆਂ ਦੀ ਗਿਣਤੀ ਵੀ ਪਤਾ ਹੈ, ਬੇਰੁਜ਼ਗਾਰਾਂ ਦੀ ਗਿਣਤੀ ਵੀ ਪਤਾ ਹੈ, ਆਸ਼ਾ ਵਰਕਰਾਂ ਦੀ ਗਿਣਤੀ ਵੀ ਪਤਾ ਹੈ। ਉਹਨੂੰ ਜਿੰਨੇ ਦਾ ਵਾਅਦਾ ਕੀਤਾ ਤੁਸੀਂ ਗੁਣਾ ਕਰਕੇ ਉਨੇ 1000 ਕਰੋੜ ਦੇਖ ਦਿੰਦੇ, ਫਿਰ ਪੰਜਾਬ ਦਾ ਕਰਜ਼ਾ ਦੇਖ ਦਿੰਦੇ, ਟੈਕਸ ਦੇਖ ਲੈਂਦੇ, ਇਨਕਮ ਦੇਖ ਲੈਂਦੇ, ਤਨਖਾਹਾਂ ਤੇ ਪੈਨਸ਼ਨਾਂ ਦੇਖ ਲੈਂਦੇ, ਜਾਣੀ ਇੱਕੋ ਹੀ ਖਾਨਾ ਮੇਸਾ। ਜਾਣੀ ਮੈਂ ਤੁਹਾਨੂੰ ਕਹਾਂ ਸੰਧਾਲੀਆ ਸਾਹਿਬ ਮੈਂ ਤੁਹਾਨੂੰ ਕੋਟ ਪੈਂਟ ਲੈ ਕੇ ਦੇਣਾ, ਉਹ ਵੀ ਠੀਕ ਹੈ, ਮੇਰੇ ਕੋਲ ਜਾਇਆ ਨਹੀਂ ਜਾਣਾ ਕੋਈ ਗੱਲ ਨਹੀਂ, ਮੈਂ ਤੁਹਾਨੂੰ ਚੈੱਕ ਦੇ ਦੂੰਗਾ ਉਹ ਵੀ ਠੀਕ ਹੈ, ਚੈੱਕ ਫੜ ਕੇ ਫੋਟੋ ਖਿਚਾ ਲੂੰ ਠੀਕ ਹੈ, ਪਰ ਜਿਹੜੀ ਬੈਂਕ ਦਾ ਜਿਹੜੇ ਖਾਤੇ ਦਾ ਚੈੱਕ ਦਿੱਤਾ ਉਹ 'ਚ ਪੈਸੇ ਨਹੀਂਗੇ। ਨਹੀਂ ਗੱਲ ਠੀਕ ਹੈ, ਪਰ ਮੈਨੂੰ ਆਸ ਹੈ ਵੀ ਆਉਣ ਵਾਲੇ ਦਿਨਾਂ 'ਚ ਨਾ ਅੰਮ੍ਰਿਤਸਰ ਵਾਲਾ ਜਿਹੜਾ ਆਪਣਾ ਏਅਰਪੋਰਟ ਹੈ ਉੱਤੇ ਜਹਾਜ਼ ਉਤਰਨਾ ਵੱਡਾ ਸਾਰਾ, ਉਹਦੇ ਵਿੱਚ ਪੇਟੀਆਂ ਹੋਣੀਆਂ ਪੈਸਿਆਂ ਵਾਲੀਆਂ। ਨਹੀਂ ਹੁਣ ਟਰੱਕਾਂ 'ਚ ਨਹੀਂ ਆਉਣੇ। ਨਹੀਂ ਉਹ ਤੇ ਉਧਰੋਂ ਰਾਹ 'ਚ ਰਹਿ ਗਏ ਨਾ ਉਦੋਂ, ਉਹ ਤੇ ਉੱਥੇ ਉਹ ਕਹਿੰਦੇ ਵੀ ਨਹੀਂ ਇਹ ਟਰੱਕ ਰੁਕ ਜਾਂਦੇ, ਇਸ ਕਰਕੇ ਸਿੱਧਾ ਜਹਾਜ਼ ਆਊਗਾ। ਇਹ ਪੈਸਿਆਂ ਵਾਲਾ ਜਹਾਜ਼ ਆਉਣਾ ਉੱਥੋਂ ਜਿੱਥੋਂ ਕਾਲੇ ਧਨ ਵਾਲਾ ਨਹੀਂ ਸੀ ਆਉਣਾ 15-15 ਲੱਖ ਰੁਪਈਆ, ਉਹ ਪੈਸਾ ਹੁਣ ਆਉਣਾ ਹੈ ਪੰਜਾਬ ਦੇ ਵਿੱਚ, ਤੇ ਫਿਰ ਉਹਨਾਂ ਨੇ ਸਾਰਿਆਂ ਨੂੰ ਵੰਡਣਾ। ਵਾਹ ਜੀ ਵਾਹ। ਇਹ ਤੇ ਅਜੇ ਤਾਂ ਬੜੇ ਥੋੜੇ ਜਿਹੇ ਉਹਨਾਂ ਨੇ ਕਹਿੰਦੇ ਵੀ ਯਾਰ ਬਾਕੀ ਰੱਖ ਲਓ, ਇਹਨੇ ਨਹੀਂ ਦਿਓ ਅਜੇ ਇਹਨਾਂ ਨੂੰ। ਤੇ ਬਿਲਕੁਲ ਲੋਕ ਇਸ ਤਰੀਕੇ ਨਾਲ ਸਮਝਣ ਕਿ ਸਾਰਾ ਪੰਜਾਬ ਅੰਮ੍ਰਿਤਸਰ ਨੂੰ ਤੁਰ ਪਏ। ਹਾਂ ਜਿਹੜਾ ਜਹਾਜ਼ ਅੰਮ੍ਰਿਤਸਰ ਆਉਣਾ ਆ ਉੱਥੋਂ ਛੋਟੇ ਜਹਾਜ਼ ਕਾਦਮਪੁਰ ਲਾ ਦੇਣਾ,
ਇੱਕ ਲੁਧਿਆਣੇ ਵਾਲੇ ਸਾਹਨੇ ਵਾਲਾ ਲਾ ਦੇਣਾ ਹੈ, ਇੱਕ ਬਠਿੰਡੇ ਲਾ ਦੇਣਾ ਹੈ, ਇੱਕ ਉਹ ਪਰਲੇ ਪਾਸੇ ਪਠਾਨਕੋਟ ਲਾ ਦੇਣਾ ਹੈ, ਇੱਕ ਇੱਧਰਲੇ ਪਾਸੇ ਆ ਕੇ ਚੰਡੀਗੜ੍ਹ ਲਾ ਦੇਣਾ। ਜਾਣੀ ਜਿਹੜਾ ਤੁਹਾਨੂੰ ਅੱਡਾ ਲਾਗੇ ਪੈਂਦਾ ਆਧਾਰ ਕਾਰਡ ਲੈ ਕੇ ਉੱਥੇ ਚਲ ਜਾਓ। ਹਾਂ, ਮਤਲਬ ਜੇ ਉਧਰ ਮਾਲਵੇ ਵਾਲੇ ਆਖਣ ਵੀ ਯਾਰ ਸਾਡੇ ਵੱਲ ਲਾਇਆ ਨਹੀਂ ਕੋਈ ਜਹਾਜ਼ ਤੁਸੀਂ, ਤਾਂ ਕੋਈ ਗੱਲ ਨਹੀਂ, ਪਰ ਇਹ ਗੰਗਾ ਨਗਰ ਨੂੰ ਜਾਂਦੇ ਆ ਬੋਰੋਂ ਅਗਲੇ ਪਾਸੇ ਖਾਲੀ ਜ਼ਮੀਨ, ਉਧਰ ਜਹਾਜ਼ ਥੋੜਾ ਉਹੋ ਜਿਹਾ ਲਾ ਲਾਂਗੇ ਵੀ ਇੱਕ ਰਾਂ ਵਾ ਘੱਟੇ ਜਿਹੇ ਲਾ ਦਿਓ, ਬਾਕੀ ਆਪੇ ਚੜਾ ਲਾਂਗੇ। ਨਾਲੇ ਜੇ ਨਾ ਹੋਵੇ ਇੱਕ ਅੱਧਾ ਜਹਾਜ਼ ਇੱਕ ਰਾਂ ਲੈ ਜਾਵੇ ਸਹੀ, ਉਹ ਉੱਡਣ ਦੀ ਉੱਡੇ ਨਾ ਉੱਡੇ ਇੱਕੋ ਹੀ ਗੱਲ ਹੈ। ਨਹੀਂ ਇੱਦਾਂ ਹੀ ਆ ਜੀ। ਬਾਕੀ ਇੱਕ ਨਾ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਉੱਥੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਰਿਸ਼ਤੇਦਾਰ ਨੇ, ਉਹ ਵੀ ਉੱਥੇ ਹੀ ਸੀਗੇ, ਉਹ ਬਹੁਤ ਵੱਡੇ ਅਹੁਦੇ ਤੇ ਸੀ, ਪਿਛਲੇ ਰੇ ਮੋਹਾਲੀ ਨੂੰ ਚੋਣ ਲੜੀ ਸੀ, ਨਹੀਂ ਜਿੱਤ ਸਕੇ, ਉਹ ਵੀ ਫਿਰ ਪ੍ਰਤੀਨਿਧ ਦੇ ਰੂਪ ਦੇ ਵਿੱਚ ਅਕਾਲੀ ਦਲ ਸੰਯੁਕਤ ਵੱਲੋਂ ਗਏ ਸੀ। ਜਿੱਥੇ ਕਿ ਜਾਰੀ ਕੀਤਾ ਗਿਆ ਸਾਰਾ ਕੁਝ, ਉੱਥੋਂ ਥੋੜ੍ਹੀ ਦੂਰੀ ਦੇ ਉੱਤੇ ਹੀ ਨਵਜੋਤ ਸਿੰਘ ਸਿੱਧੂ ਹਰੀਆਂ, ਉਹ ਵੀ ਕਹਿੰਦੇ ਜੀ ਸਫੇ 30 ਨੁਕਤੇ 13 ਮਾਡਲ ਪੰਜਾਬ ਦਾ ਜਾਰੀ ਕਰਤਾ ਨਵਜੋਤ ਸਿੰਘ ਸਿੱਧੂ। ਜਾਣੀ ਕਿ ਜਿਹੜਾ ਪੰਜਾਬ ਮਾਡਲ ਉਹ ਕਹਿੰਦੇ ਸੀ ਕਿ ਮੇਰੇ ਕੋਲ ਇੱਕ ਵਾਰੀ ਸ਼ਕਤੀ ਆਵੇ, ਮੈਂ ਪੰਜਾਬ 'ਚ ਲਾਗੂ ਕਰੂੰਗਾ ਤੇ ਸਾਰਾ ਕੁਝ ਠੀਕ ਹੋ ਜਾਵੇ, ਉਹ ਮੁੱਖ ਮੰਤਰੀ ਦਾਅਵੇਦਾਰ ਤਾਂ ਹੁਣ ਰਹੇ ਨਹੀਂ, ਪਰ ਉਹਨਾਂ ਨੇ ਪਿਛਲੇ ਦਿਨ ਹੀ ਕਿਹਾ ਸੀ ਕਿ ਜਿਹੜਾ ਮਰਜ਼ੀ ਲਾਗੂ ਕਰ ਦੇਵੇ ਮੈਂ ਸੋਸ਼ਲ ਮੀਡੀਆ ਤੇ ਪਾ ਦੂੰ। ਹੁਣ 30 ਸਫ਼ਿਆਂ ਦਾ ਪੰਜਾਬ ਮਾਡਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੋਸ਼ਲ ਮੀਡੀਆ ਤੇ ਪਾਤਾ, ਲਾਗੂ ਕੌਣ ਕਰੂਗਾ ਪਤਾ ਨਹੀਂ, ਪਰ ਫਿਰ ਉਹਨਾਂ ਨੇ ਦਾਅਵਾ ਕੀਤਾ ਕਿ ਭਾਈ ਸਰਕਾਰੀ ਰੇਤ ਹੋਊਗੀ, ਸਰਕਾਰੀ ਤੌਰ ਤੇ ਵਿਕੂ, ਸਰਕਾਰੀ ਸ਼ਰਾਬ ਹੋਊ, ਸਰਕਾਰੀ ਤੌਰ ਤੇ ਵਿਕੂ, ਸਰਕਾਰੀ ਇਸ਼ਤਿਹਾਰ ਪਾਲਿਸੀ ਹੋਊਗੀ, ਸਰਕਾਰੀ ਪੈਸਿਆਂ ਦੇ ਆਧਾਰ ਦੇ ਉੱਤੇ ਸਾਰਾ ਕੰਮ ਹੋਊ। ਪ੍ਰਵਾਸੀਆਂ ਦੇ ਲਈ ਵੀ ਐਲਾਨ ਕੀਤਾ। ਹੁਣ ਦੇਖਦੇ ਹਾਂ ਸੋਸ਼ਲ ਮੀਡੀਆ ਤੋਂ ਕਾਪੀ ਕਰਕੇ ਤੇ ਪੇਸਟ ਆਪਣੇ ਅਕਾਊਂਟ 'ਚ ਕੌਣ ਕਰਦਾ। ਇਹ ਵੇਖੋ ਪਤਾ ਨਹੀਂ ਮੈਨੂੰ ਕਿਉਂ ਨਾ ਫਿਰ ਉਹੀ 2017 ਯਾਦ ਆ ਗਿਆ। 2017 'ਚ ਵੀ ਉਹਨਾਂ ਬੜੀ ਮਿਹਨਤ ਕਰਕੇ ਉਹ ਤੇਲੰਗਾਨਾ ਮਾਡਲ ਲਿਆਂਦਾ, ਤਾਮਿਲਨਾਡੂ ਦਾ ਸ਼ਰਾਬ ਵਾਲਾ ਮਾਡਲ ਲਿਆਂਦਾ, ਹੋਰ ਇਲੀਗਲ ਕਲੋਨੀਆਂ ਦੀ ਗੱਲ ਕੀਤੀ, ਫਿਰ ਇਸ਼ਤਿਹਾਰ ਪਾਲਿਸੀ, ਬੜਾ ਕੁਛ ਡਿਟੇਲ 'ਚ ਉਹ ਕਹਿੰਦੇ ਵੀ ਆਹ ਦੇਖੋ ਜੀ ਇੱਥੋਂ ਪੈਸਾ ਆਉਣਾ, ਇੱਥੇ ਖਾਧਾ ਜਾਂਦਾ, ਇੱਥੇ ਥੋੜ੍ਹਾ ਢੱਕਣ ਲਾ ਕੇ ਤੇ ਇੱਧਰੋਂ ਆਪਾਂ ਇਸ ਪਾਸੇ ਪਾ ਦੇਣਾ। ਉਹ ਜਿੰਨੀਆਂ ਫਾਈਲਾਂ ਬਣਾਉਂਦੇ ਸੀ ਨਾ ਉਹਦੇ ਨਾਲ ਉਹੀ ਕੰਮ ਕਰਦੇ ਸੀ ਕੈਪਟਨ ਸਾਹਿਬ। ਕਹਿੰਦੇ ਉਹ ਅਲਮਾਰੀ 'ਚ ਰੱਖ ਦਿਓ ਬਸ, ਕਹਿੰਦੇ ਹੁਣ ਇਹਨੂੰ ਜਿੰਦਰਾ ਲਾ ਦਿਓ, ਹੁਣ ਉਹ ਬਾਅਦ ਚਾਬੀ ਉਹ ਮੈਨੂੰ ਫੜਾ ਦੇ, ਕੋਈ ਗੱਲ ਨਹੀਂ, ਇਹਨੂੰ ਖੋਲ੍ਹਣ ਦੀ ਲੋੜ ਨਹੀਂ। ਐਤਕੀ ਵੀ ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਤੇ 3-4 ਮਹੀਨੇ ਤੇ ਉਹਨਾਂ ਨੇ ਲਾਈ ਆ ਵੀ ਮੈਂ ਬੜੀ ਰਿਸਰਚ ਕਰਕੇ ਤੇ ਸਾਰਾ ਜਿਹੜਾ ਚੀਜ਼ਾਂ ਤਿਆਰ ਕੀਤੀਆਂ ਵੀ ਪੈਸਾ ਕਿੱਥੋਂ ਆਉਣਾ ਹੈ, ਕਿੱਥੇ ਖਪਤ ਹੁੰਦਾ ਹੈ, ਕਿਹੜੀ ਚੋਰ ਮੋਰੀ ਆਪਾਂ ਨੂੰ ਬੰਦ ਕਰਨ ਦੀ ਲੋੜ ਆ ਤੇ ਕਿਵੇਂ ਖਜ਼ਾਨੇ ਦੇ ਆਪਾਂ ਭਰ ਕੇ ਤੇ ਉਦੋਂ ਬਾਅਦ ਲੋਕਾਂ ਨੂੰ ਦੇ ਸਕਦੇ ਹਾਂ ਜੀ। ਆਸ ਉਮੀਦ ਤੇ ਬੜੀ ਸੀਗੀ ਵੀ ਉਹਦੇ ਤੇ ਕੁਝ ਹੋਊਗਾ, ਪਰ ਅਖੀਰ ਹੋਇਆ ਉੱਦਾਂ ਹੀ ਵੀ ਐਤਕੀ ਜਿਹੜੀ ਉਹ ਅਲਮਾਰੀ ਦੇ ਵਿੱਚ ਰੱਖਣ ਦੇ ਲਈ ਕਿਸੇ ਨੇ ਕਿਹਾ ਹੀ ਨਹੀਂ, ਹੁਣ ਲੱਗਦਾ ਵੀ ਆਪ ਹੀ ਰੱਖਾ ਹੈ ਵੀ ਯਾਰ ਇੱਥੇ ਅਲਮਾਰੀ 'ਚ ਰੱਖਤਾ। ਉਹ ਕਹਿੰਦੇ ਜਿੰਦਰਾ ਰਹਿਣ ਦਿਓ ਲਾਉਣ ਨੂੰ, ਚਾਬੀ ਕੀ ਕਰਨੀ ਆ, ਜਿਹਨੂੰ ਲੋੜ ਹੋਊਗੀ ਉਹ ਬਾਰੀ 'ਚੋਂ ਕੱਢ ਕੇ ਵਰਤ ਲਵੇ। ਸੰਧਾਲੀਆ ਸਾਹਿਬ ਦੇਖੋ ਹੁਣ ਦੌੜ ਦੇ ਵਿੱਚ ਤਾਂ ਹੈ ਨਹੀਂ। ਮੈਂ ਫਿਰ ਕਹਿਣਾ ਆਪਾਂ 15 ਦਿਨ ਪਹਿਲਾਂ ਵੀ ਰੌਲਾ ਪਾਇਆ ਸੀ ਕਿ ਭਾਈ ਉਹ ਬੰਦਾ ਮਾਡਲ ਦੇ ਰਿਹਾ, ਹੋ ਸਕਦਾ ਬੜਾ ਮਾੜਾ ਮਾਡਲ ਹੋਵੇ, ਹੋ ਸਕਦਾ ਉਸ ਮਾਡਲ ਦੇ ਵਿੱਚ ਲਾਗੂ ਕਰਨ ਵਾਲੀ ਇੱਕ ਚੀਜ਼ ਵੀ ਨਾ ਹੋਵੇ, ਪਰ ਘੱਟੋ ਘੱਟ ਜੇ ਉਹ ਇੱਕ ਪਾਰਟੀ ਦਾ ਸੂਬਾ ਪ੍ਰਧਾਨ ਹੈ, ਉਹਨਾਂ ਨੇ ਮਾਡਲ ਦਿੱਤਾ, ਰਾਹੁਲ ਗਾਂਧੀ ਕਹਿ ਕੇ ਗਏ ਕਿ ਅਸੀਂ ਸਿੱਧੂ ਸਾਹਿਬ ਵਾਲਾ ਮਾਡਲ ਲਾਗੂ ਕਰਨਾ, ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ ਆ, ਉਹ ਕਹਿੰਦੇ ਕਿ ਇਹਨਾਂ ਦਾ ਮਾਡਲ ਸਾਡੇ ਮੈਨੀਫੈਸਟੋ ਦੇ ਹਿੱਸਾ ਹੋਊਗਾ, ਕੁਝ ਚੀਜ਼ਾਂ ਹੋਰ ਪਾਵਾਂਗੇ। ਰਵਨੀਤ ਬਿੱਟੂ ਸਾਹਿਬ ਕਹਿੰਦੇ ਕਿ ਇਹਨਾਂ ਦਾ ਮਾਡਲ ਹੈ ਹੀ ਵਧੀਆ। ਬੜੇ ਬੰਦੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਹਿੰਦੇ ਕਿ ਸਿੱਧੂ ਸਾਹਿਬ ਦਾ ਮਾਡਲ ਲਾਗੂ ਹੋਏਗਾ ਤਾਂ ਹੋਏਗਾ ਜੇ ਜਿੱਤਣਗੇ। ਮੈਂ ਤਾਂ ਕਹਿੰਦਾ ਕਿ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਆਮ ਆਦਮੀ ਪਾਰਟੀ ਵਾਲੇ, ਸੰਯੁਕਤ ਸਮਾਜ ਮੋਰਚੇ ਵਾਲੇ, ਭਾਜਪਾ ਵਾਲੇ, ਕੈਪਟਨ ਸਾਹਿਬ, ਢੀਂਡਸਾ ਸਾਹਿਬ, ਸਾਰੇ ਹੀ ਬੰਦੇ ਇੰਨਾ ਕੰਮ ਜ਼ਰੂਰ ਕਰਨ। ਪਹਿਲਾਂ ਤਾਂ ਡੱਖਾ ਨਹੀਂ ਤੋੜਿਆ ਕਿਸੇ ਨੇ ਕਿ ਭਾਈ ਇੱਕ ਤਾਂ ਹੁਣ ਨਵਜੋਤ ਸਿੰਘ ਸਿੱਧੂ ਦੇ ਮਾਡਲ ਦੇ ਵਿੱਚ ਜੇ ਕੋਈ ਕਮੀ ਆ, ਕਿਉਂਕਿ ਨੁਕਤੇ ਤਾਂ 13 ਹੀ ਨੇ, ਉਹ 13 ਪੁਆਇੰਟ ਬਣਾ ਕੇ ਤੁਹਾਡੇ ਕੋਲੇ ਬਥੇਰੇ ਸਿਆਣੇ ਬੰਦੇ ਨੇ, ਕਹਿ ਦੋ ਕਿ ਇਹ ਬੰਦੇ ਦਾ ਮਾਡਲ ਖਰਾਬ ਹੈ, ਇਹ ਬੰਦੇ ਨੂੰ ਆਪਣੇ ਹਲਕੇ 'ਚੋਂ ਨਾ ਜਿਤਾਓ। ਤੇ ਦੂਸਰਾ ਆਪਣਾ ਮਾਡਲ ਪੇਸ਼ ਕਰੋ, ਕਿਉਂਕਿ ਰੇਤਾ ਦੀ ਸਾਰੇ ਗੱਲ ਕਰਦੇ ਆ। ਹੁਣ ਇੱਕ ਬੰਦਾ ਰੇਤਾ ਦਾ ਮਾਡਲ ਦੇ ਰਿਹਾ, ਮਾੜਾ ਚੰਗਾ ਉਹ ਵੱਖਰੀ ਗੱਲ ਹੈ। ਰੇਤਾ ਦਾ ਜੀ ਉਹਦਾ ਮਾਡਲ ਮਾੜਾ ਹੈ ਤੇ ਆਪਣਾ ਮਾਡਲ ਦਿਓ ਪੰਜਾਬ ਦੇ ਲੋਕਾਂ ਨੂੰ। ਇਹ ਨਾ ਕਹੋ ਕਿ ਰੇਤਾ ਸਸਤੀ ਮਿਲੇਗੀ, ਸਸਤੀ ਕਿਵੇਂ ਮਿਲੇਗੀ, ਉਹਨੂੰ ਸਾਰੀ ਚੀਜ਼ ਨੂੰ ਲਾਗੂ ਕਿਵੇਂ ਕਰਾਉਂਗੇ, ਉਹ ਥੋੜਾ ਜਿਹਾ ਦੱਸੋ। ਇਸੇ ਤਰੀਕੇ ਸ਼ਰਾਬ ਵਾਲਾ ਮਸਲਾ, ਉਹਦੇ ਤੇ ਵੀ ਦੱਸੋ। ਭ੍ਰਿਸ਼ਟਾਚਾਰ ਨੂੰ ਨੱਥ ਕਿੱਦਾਂ ਪਾਉਣੀ ਹੈ, ਇਸ਼ਤਿਹਾਰਬਾਜ਼ੀ ਦੀ ਪਾਲਿਸੀ ਕਿਹੜੀ ਹੈ। ਹੁਣ ਟਰਾਂਸਪੋਰਟ ਦੀ ਪਾਲਿਸੀ ਹੈ, ਉਹ ਕਹਿੰਦੇ ਜੀ ਲੰਬੇ ਰੂਟ ਦੀਆਂ ਬੱਸਾਂ ਜਿਹੜੀਆਂ ਕਮਾਈ ਵਾਲੀਆਂ ਸਾਰੀਆਂ ਸਰਕਾਰੀ ਹੋਣਗੀਆਂ। ਹੁਣ ਟਰਾਂਸਪੋਰਟ ਦਾ ਰੌਲਾ ਤਾਂ ਵਾਹਵਾ ਪੈਂਦਾ ਰਿਹਾ। ਇਹ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬ ਅਸੀਂ ਕਹਿੰਦੇ ਆ ਕਿ ਧੁੱਕੀ ਕਰਦੇ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੀ ਖਿੱਦੋ ਚ ਲੀਰਾਂ ਕੱਢ ਕੇ ਬਾਹਰ ਖਿਲਾਰਦੇ ਨੇ, ਲੋਕਾਂ ਨੂੰ ਕਹਿਣ ਕਿ ਆਹ ਦੇਖੋ ਪੱਲੇ ਹੀ ਕੁਛ ਨਹੀਂ ਮਾਡਲ ਦੇ, ਮਾਡਲ ਤਾਂ ਸਾਡਾ ਚੰਗਾ ਹੈ। ਪਰ ਜੇ ਇਕੱਲਾ ਇਹ ਕਹੀ ਜਾਣਾ ਕਿ ਭਾਈ ਉਹਦੇ ਵਿੱਚ ਕੱਖ ਵੀ ਨਹੀਂ, ਕਿਉਂ ਕੱਖ ਨਹੀਂ, ਇਹ ਲੋਕਾਂ ਨੂੰ ਦੱਸੋ ਤਾਂ ਸਹੀ ਨਾ। ਇਹ ਦੱਸਣਗੇ। ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਦੀ ਭਾਈਵਾਲ ਪਾਰਟੀ ਨੇ ਜਿਹੜਾ ਉਹ ਸੰਕਲਪ ਪੱਤਰ ਜਾਰੀ ਕੀਤਾ ਨਾ, ਉਹਦੇ 'ਚ ਇਹ ਵੀ ਲਾਈਨ ਲਿਖੀ, ਉਹ ਕਹਿੰਦੇ ਵੀ ਰੇਤ ਜਿਹੜੀ ਹੈ ਨਾ, ਰੇਤ ਮਾਈਨਿੰਗ ਦੀ ਪ੍ਰੋਬਲਮ, ਇਹਦੇ ਤੇ ਵਾਈਟ ਪੇਪਰ ਲੈ ਕੇ ਆਉਣਾ। ਵਾਹ, ਮੈਨੂੰ ਲੱਗਦਾ ਵੀ
ਉਹ ਜ਼ਰੂਰ ਬੀਜੇਪੀ ਵਾਲੇ ਗੱਲਬਾਤ ਕਰ ਲੈਣ ਕੈਪਟਨ ਸਾਹਿਬ ਨਾਲ ਵੀ ਵਾਈਟ ਪੇਪਰ ਤੇ ਪਿਛਲੀ ਵਾਰ ਬਿਜਲੀ ਵਾਲੇ ਮਾਮਲੇ ਤੇ ਵੀ ਲੈ ਕੇ ਆਉਣਾ ਸੀ। ਅਚਾਨਕ ਜਦੋਂ ਪੁੱਛਿਆ ਗਿੱਛਾ ਵਾਹ ਮਹੀਨਾ ਡੇਢ ਮਹੀਨਾ ਆਲੋ ਲਾਲੋ ਹੁੰਦੀ ਰਹੀ, ਫੇਰ ਕਹਿੰਦੇ ਯਾਰ ਉਹ ਪੇਪਰ ਹੀ ਮੁੱਕੇ ਆ ਯਾਰ, ਹੁਣ ਲਿਆਈਏ ਕਿੱਥੋਂ, ਰੰਗਦਾਰ ਹੀ ਰਹਿ ਗਿਆ ਇਕੱਲੇ। ਆਹੋ ਤੇ ਹੁਣ ਜ਼ਰੂਰ ਇਹ ਮਤਲਬ ਉਹਨਾਂ ਨੂੰ ਮੇਰਾ ਖਿਆਲ, ਕਿਉਂਕਿ ਸੰਕਲਪਤ ਬੀਜੇਪੀ ਦੇਖੋ ਵੱਡੀ ਪਾਰਟੀ, ਉਹਨਾਂ ਦਾ ਕੋਈ ਦੋਸ਼ ਨਹੀਂ, ਅਜੇ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਕੁਝ ਕੀਤਾ, ਕਿਉਂਕਿ ਉਹ ਪਰ ਕਾਰਨ ਹੈ ਵੀ ਜਿਹਨਾਂ ਨੂੰ ਨਾਲ ਲੈ ਕੇ ਚੱਲੇ ਨੇ ਉਹਨਾਂ ਨੂੰ ਤੇ ਸਾਰਾ ਕੁਝ ਪਤਾ। ਹੁਣ ਐਵੇਂ ਇੱਧਰ ਉੱਧਰ ਵਾਈਟ ਪੇਪਰ ਲਾਉਦੇ ਫਿਰਨਗੇ, ਕੈਪਟਨ ਸਾਹਿਬ ਨੂੰ ਪੁੱਛਣਾ ਕੈਪਟਨ ਸਾਹਿਬ ਉਹ ਕਿੱਥੇ ਫਿਰ ਰੱਖਿਆ ਬਿਜਲੀ ਵਾਲਾ ਵਾਈਟ ਪੇਪਰ, ਉਹਦੇ ਨਾਲ ਹੀ ਰੇਤ ਵਾਲਾ ਦੇ ਦੇਣਾ ਐਤਕੀ। ਨਹੀਂ ਐਨ ਬਰਾਬਰ ਐ ਰੱਖ ਕੇ, ਹਾਂ ਨਾਲੇ ਜਿਹੜੀ ਗੱਲ ਕਹੀ ਆ ਪੂਰੀ ਕਰਦੇ ਆ, ਉਹ ਨਿਬੇੜ ਦੇਣ ਕੰਮ। ਚਲੋ ਸੰਧਾਲੀਆ ਸਾਹਿਬ ਉਧਰਲੇ ਪਾਸੇ ਨੂੰ ਹੁਣ ਤੁਰਈਆਂ ਤਾਂ ਪੂਰਾ ਇੱਕ ਗੱਲ ਨਾ, ਕੁਝ ਇੱਕ ਲੀਡਰ ਵਿਚਾਰੇ ਕਸੂਤੇ ਜਿਹਾ ਫਸ ਜਾਂਦੇ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਇਦਾਂ ਨਾ ਕਰੋ। ਦੇਖੋ ਇੰਨੇ ਵਧੀਆ ਲੀਡਰ ਨੇ, ਰੁਜ਼ਗਾਰ ਪੰਜਾਬ 'ਚ ਪੂਰਾ ਹੈ, ਬਿਜਲੀ ਪੰਜਾਬ 'ਚ ਸਸਤੀ ਹੈ, ਰੇਤਾ ਸਸਤੀ ਹੈ, ਕਹਾਣੀ ਕੋਈ ਗਲਤ ਹੈ ਹੀ ਨਹੀਂ। ਪਾਣੀ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਜਿਹੜੀ ਮਰਜ਼ੀ ਆੜ ਦੇ ਵਿੱਚੋਂ ਨਹਿਰ ਦੇ ਵਿੱਚੋਂ ਚੂਲੀ ਭਰ ਕੇ ਪਾਣੀ ਦੀ ਪੀ ਲਓ, ਸਮੱਸਿਆ ਕੋਈ ਹੁੰਦੀ ਨਹੀਂ। ਪਾਣੀ ਇੱਥੋਂ ਲੋਕ ਲੈਣ ਆਉਂਦੇ ਆ ਕਿ ਭਾਈ ਪੰਜਾਬ 'ਚੋਂ ਪਾਣੀ ਲਿਆਓ, ਜੇ ਕੋਈ ਦੂਰ ਦਰਾਜ ਦੇ ਸੂਬੇ 'ਚ ਬਿਮਾਰ ਵੀ ਆ ਤਾਂ ਬੰਦਾ। ਹੁਣ ਜਦੋਂ ਇੰਨਾ ਵਧੀਆ ਕੰਮ ਹੈ, ਫਿਰ ਲੋਕ ਐਵੇਂ ਸਵਾਲ ਪੁੱਛੀ ਜਾਂਦੇ ਆ, ਲੀਡਰਾਂ ਨੂੰ ਘੇਰੀ ਜਾਂਦੇ ਆ, ਚੰਗੇ ਥੋੜ੍ਹੀ ਲੱਗੀਦਾ। ਹੁਣ ਬੀਬੀ ਰੁਪਿੰਦਰ ਕੌਰ ਰੂਬੀ ਜੀ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰ ਜਿੱਤੇ ਸੀ, ਪੌਣੇ 5 ਸਾਲ MLA ਆਮ ਆਦਮੀ ਪਾਰਟੀ ਵੱਲੋਂ ਰਹੇ, ਫਿਰ ਐਤਕੀ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਤੇ ਜਾਣ ਲੱਗੇ ਕਹਿੰਦੇ ਸੀ ਮੈਂ ਤਾਂ ਪਾਰਟੀ ਛੱਡੀ ਆ, ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਸੀ ਬਣਾਉਂਦੇ। ਭਾਵੇਂ ਹਲਕਾ ਬਦਲਿਆ ਪਰ ਅਗਲਿਆਂ ਟਿਕਟ ਦਿੱਤੀ ਹੈ। ਹੁਣ ਜੇ ਪਾਰਟੀ ਨੂੰ ਕੋਈ ਇਤਰਾਜ਼ ਨਹੀਂ, ਪਾਰਟੀ ਨੂੰ ਤਾਂ ਕੋਈ ਇਤਰਾਜ਼ ਨਹੀਂ ਨਾ, ਅਗਲਿਆਂ ਨੇ ਟਿਕਟ ਦੇ ਦਿੱਤੀ, ਭਾਵੇਂ 1 ਮਹੀਨੇ ਦਾ ਕੰਮ ਦੇਖ ਕੇ ਦਿੱਤੀ, ਫਿਰ ਲੋਕਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਲੋਕਾਂ ਇਤਰਾਜ਼ ਕੀਤਾ ਨਹੀਂ ਕੀਤਾ। ਇਹ ਤੇ ਹੁਣ ਦੇਖੋ ਉਹ ਮਾਲਵੇ ਦਾ ਏਰੀਆ ਮਲੋਟ ਹਲਕਾ ਉਹਨਾਂ ਦਾ ਹੈ ਨਾ, ਵੀ ਉੱਥੋਂ ਹੁਣ ਕਾਹਦੇ ਲਈ ਪੁੱਛਦੇ ਆ ਵੀ ਆਹ ਕੰਮ ਨਹੀਂ ਹੋਇਆ, ਉਹ ਕੰਮ ਨਹੀਂ ਹੋਇਆ। ਇਹ ਤਾਂ ਬਿਲਕੁਲ ਨਹੀਂ ਪੁੱਛਣਾ ਚਾਹੀਦਾ ਵੀ ਉਹ ਹਲਕਾ ਬਦਲ ਕੇ ਇੱਥੇ ਕਿਉਂ ਆਏ ਹੋ ਦੱਸੋ, ਹੈ ਨਾ, ਕਮਾਲ ਕਰਦੇ। ਅੱਛਾ ਉੱਤੋਂ ਜਿਹੜੀ ਉਹ ਦੇਖੋ ਇਹ ਗੱਲ ਰੂਬੀ ਹੋਰਾਂ ਨੇ ਵੀ ਕਹੀ, ਜਿਹੜੇ ਨਾਲ ਦੇ ਬੰਦੇ ਵੀ ਤੁਸੀਂ ਹੁਣ ਨਾਲ ਆਏ, ਕੋਈ ਤੁਸੀਂ ਵੀ ਬੋਲੋ, ਹੁਣ ਅਗਲੇ ਮੁਰਦਾਬਾਦ ਕਰੀ ਜਾਂਦੇ ਦੱਸੋ, ਹੈ ਨਾ। ਇਹ ਨਾਲ ਦੇ ਬੰਦੇ ਨੂੰ ਪਹਿਲਾਂ ਹੋਣਾ ਚਾਹੀਦਾ ਵੀ ਮਹਾਰਾਜ ਸਾਰੇ ਨਾਰੇ ਜਿਹੜੇ ਉਹ ਜਿੰਦਾਬਾਦ ਦੇ ਨਹੀਂ ਲਾਉਣੇ, ਅੱਜ ਹੋ ਸਕਦਾ ਥੋੜ੍ਹੇ ਬਹੁਤ ਮੁਰਦਾਬਾਦ ਦੇ ਵੀ ਲਾਉਣੇ ਪੈਣ। ਦੇਖੋ ਬਹੁਤ ਜ਼ਰੂਰੀ ਹੁੰਦਾ ਸੰਧਾਲੀਆ ਸਾਹਿਬ, ਜਦੋਂ ਨਾ ਵਿਆਹ ਸ਼ਾਦੀ ਹੁੰਦੀ ਹੈ ਉਹ ਤੋਂ ਪਹਿਲਾਂ ਸਾਰਿਆਂ ਦੀਆਂ ਪਰਿਵਾਰ 'ਚ ਬੰਦਾ ਡਿਊਟੀਆਂ ਲਾਉਂਦਾ, ਤੂੰ ਬਈ ਹਾਰ ਲੈ ਕੇ ਆਉਣੇ ਆ, ਤੂੰ ਬਈ ਆਹ ਕਰਨਾ, ਸਾਰਿਆਂ ਨੂੰ ਪਤਾ ਹੁੰਦਾ ਕੀ ਕੰਮ ਕਰਨਾ। ਉਹ ਬੀਬੀ ਰੂਬੀ ਦੇ ਨਾਲ ਬੰਦੇ ਤਾਂ ਤੁਰ ਪਏ ਹੋਣੇ ਕਿ ਚਲੋ ਜੀ ਚਲੀਏ, ਪਾਰਟੀ ਦਾ ਕੰਮ ਹੈ ਜਾਂ ਬੀਬੀ ਜੀ ਖੜੇ ਨੇ ਚਲੀਏ, ਪਰ ਉਹਨਾਂ ਨੂੰ ਦੱਸ ਕੇ ਨਹੀਂ ਨਾ ਲਿਆਏ ਹੋਣੇ ਕਿ ਜੇ ਕਿਸੇ ਪਿੰਡ ਦੇ ਵਿੱਚ ਮੁਰਦਾਬਾਦ ਕੀਤੀ ਤਾਂ ਤੁਸੀਂ ਨਾਲ ਹੀ ਜਿੰਦਾਬਾਦ ਕਰਨੀ ਜੇ। ਪਰ ਜਦੋਂ ਸਾਹਮਣੇ ਕਹਿਣਾ ਪਿਆ ਨਾ ਹੁਣ ਤੁਸੀਂ ਚੁੱਪ ਕਾਹਤੋਂ ਖੜੇ ਆ, ਤੁਸੀਂ ਵੀ ਹੁਣ ਕੁਛ ਆਖੋ, ਨਾਲ ਅਗਲੇ ਨੇ ਫਟ ਚੱਕਤੇ ਕਰਨਗੇ। ਹੁਣ ਅਗਲੇ ਦੇਖੋ ਉਹਨਾਂ ਨਾਲ ਫਿਰਨਾ ਹੀ ਪੈਣਾ ਜੀ, ਤੁਰਨਾ ਹੀ ਪੈਣਾ। ਪਰ ਚਲੋ ਇਹ ਸਾਰਾ ਕੁਝ ਦੇਖੋ ਚੱਲੀ ਜਾਣਾ ਬਾਟ ਸਾਹਿਬ। ਹੰਸਰਾਜ ਹੰਸੂਰੀ ਅੱਛਾ ਨਹੀਂ ਫਟਣਾ ਤੁਸੀਂ? ਨਹੀਂ ਇਕੱਲੇ ਦੇਖੋ ਕਾਂਗਰਸ ਦਾ ਜ਼ਿਕਰ ਟਿਕਟਾਂ ਨਾਲ ਮਤਲਬ ਵੋਟਾਂ ਨਾਲ ਜਿੱਤੇ MP ਸਾਹਿਬ, ਉਹਨਾਂ ਦਾ ਜਿਹੜੇ ਵਿਰੋਧ ਹੋ ਹੀ ਗਿਆ ਤੇ ਆਪਣੇ ਪੰਜਾਬ 'ਚ ਹੋਇਆ, ਆਪਣੇ ਲੋਕਾਂ ਨੇ ਕਰ ਦਿੱਤਾ ਹੈ, ਫਿਰ ਕੀ ਹੋ ਗਿਆ ਹੈ ਹਜ਼ੂਰ, ਇਸ ਤਰ੍ਹਾਂ ਤੇ ਨਾ ਕਹੋ। ਨਹੀਂ ਨਾਲੇ ਮਿੱਠੇ ਬੋਲਣਾ ਚਾਹੀਦਾ। ਹੰਸਰਾਜ ਹੰਸੂਰੀ ਗੁਰਦਾਸਪੁਰ ਵਾਲੇ ਜ਼ਿਲ੍ਹੇ ਦੇ ਵਿੱਚ ਘੁੰਮਦੇ ਸੀ, ਉੱਥੇ ਇੱਕ ਜਗ੍ਹਾ ਦੇ ਉੱਤੇ ਵਿਰੋਧ ਹੋਇਆ ਤੇ ਬਾਕੀ ਸਾਧੂ ਸਿੰਘ ਧਰਮਸੋਤ ਸਾਹਿਬ, ਉਹ ਤਾਂ ਸੁੱਖ ਨਾਲ 4.5 ਸਾਲ ਕੈਬਨਿਟ ਮੰਤਰੀ ਰਹੇ, ਉਹ ਵੀ ਆਪਣੇ ਹਲਕੇ ਦੇ ਵਿੱਚ ਗਏ ਸੀ। ਉਹ ਰੋਜ਼ ਹੀ ਕੋਈ ਨਾ ਕੋਈ ਉਹਨਾਂ ਦੀ ਵੀਡੀਓ ਤਾਂ ਆ ਹੀ ਜਾਂਦੀ, ਟਾਈਮ ਨਾਲ ਹੀ ਆ ਜਾਂਦੀ ਆ। ਧਰਮਸੋਤ ਸਾਹਿਬ ਗਏ ਤਾਂ 5-4 ਬੰਦੇ ਸੀ ਇੱਕ ਪਿੰਡ ਦੇ, ਉਹ ਕਹਿੰਦੇ ਜੀ ਪਹਿਲਾਂ ਦੱਸੋ, ਉਹ ਕਹਿੰਦੇ ਮੈਂ ਤਾਂ ਲੱਖ ਰੁਪਏ ਦਿੱਤਾ, ਕਹਿੰਦੇ ਕਿੱਥੇ ਦਿੱਤਾ ਜੀ ਦੱਸੋ ਮਾੜਾ ਜਿਹਾ। ਉਹ ਕਹਿੰਦੇ ਜੀ ਤੁਹਾਡੇ ਪਿੰਡ ਦੀ ਲੜਾਈ ਹੋਣੀ ਆ, ਤੁਸੀਂ ਕਲੱਬ ਰਜਿਸਟਰ ਕਰਾ ਲਓ। ਕਹਿੰਦੇ ਜੀ ਕਲੱਬ ਵੀ ਤੁਹਾਡੇ ਕਹਿਣ 'ਤੇ ਰਜਿਸਟਰ ਕਰਾਈ ਸੀ, ਪਹਿਲਾਂ ਦੱਸੋ ਪੈਸੇ ਕਿੱਥੇ। ਨਹੀਂ ਇਹ ਤਾਂ ਦੇਖੋ ਹੁਣ ਸਾਹਮਣਾ ਕਰਨਾ ਹੀ ਪੈਣਾ ਇਹਨਾਂ ਚੀਜ਼ਾਂ ਦਾ, ਵੀ ਜਿਹੜਾ ਬੰਦਾ ਹੁਣ ਪਹਿਲਾਂ ਆਂਦਾ ਵੀ ਮੈਂ ਸਾਰਾ ਕੁਝ ਕੀਤਾ ਕਰਾਇਆ ਤੇ ਉਦੋਂ ਬਾਅਦ ਕਹਿੰਦਾ ਵੀ ਬਸ ਆਹੋ, ਉਹ ਫਿਰ ਹੁਣ ਆਹੋ ਨਹੀਂ ਨਾ ਹੋਣੀ, ਬਹੁਤੀ ਮੁਸ਼ਕਿਲ ਹੋ ਜਾਂਦੀ ਆ। ਅੱਛਾ ਮੈਂ ਇਹ ਚਾਹੁੰਦਾ ਸੀ ਵੀ ਆਪਾਂ ਉਹ ਜਿਹੜੀ ਗੱਲ ਕਰਦੇ ਕਿਤੇ ਗਾਂਹ ਨਿਕਲ ਜੀ, ਸਿੱਧੂ ਸਾਹਿਬ ਦੀ ਗੱਲ ਰਹਿ ਗਈ। ਨਹੀਂ ਤੁਸੀਂ ਘੁੰਮ ਘੇਰ ਕੇ ਫਿਰ ਉਧਰਲੇ ਪਾਸੇ ਨਹੀਂ ਯਾਰ, ਅਗਲਿਆਂ ਨੂੰ ਅਹੁਦਾ ਦੇਣਾ, ਅਗਲਿਆਂ ਨੇ ਤੁਸੀਂ ਕਮਾਲ ਕਰਦੇ ਹੋ। ਚਲੋ ਇੱਕ ਅਹੁਦਾ ਨਹੀਂ ਮਿਲਿਆ CM ਦਾ, ਪਰ ਹੁਣ ਰਮਨੀਤ ਸਿੰਘ ਬਿੱਟੂ ਸਾਹਿਬ ਵੀ ਕਹਿੰਦੇ, ਤੇ ਉਦੋਂ ਬਾਅਦ ਇੱਕ ਉਹ ਸੰਦੀਪ ਦੀਕਸ਼ਿਤ ਸਾਹਿਬ, ਹਾਂ ਉਹ ਵੀ ਆਏ ਸੀਗੇ। ਉਹਨਾਂ ਨੇ ਕਹਿੰਦੇ ਵੀ ਦੇਖੋ ਸੰਦੀਪ ਦੀਕਸ਼ਿਤ ਸਾਹਿਬ ਤਾਂ ਕਹਿੰਦੇ ਵੀ ਮੈਂ ਤਾਂ ਹੁਣ ਭਵਿੱਖ ਸਿੱਧੂ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ, ਤੇ ਬਿੱਟੂ ਸਾਹਿਬ ਕਹਿੰਦੇ ਲੈ ਕਮਾਲ ਕਰਦੇ ਹੋ, ਪ੍ਰਧਾਨ ਜੀ ਨੇ ਸਾਡੇ, ਉਹ ਤਾਂ ਸੁਪਰ CM ਨੇ, CM ਤਾਂ ਮਾਮੂਲੀ ਗੱਲ ਹੈ। ਮੈਨੂੰ ਪਤਾ ਨਹੀਂ ਕਿਉਂ ਲੱਗਿਆ ਵੀ ਜਦੋਂ ਨਾ ਪਹਿਲਾਂ ਜਵਾਬ ਕਰਵਾ ਲਿਆ ਹੁੰਦਾ, ਹੁਣ ਉਹ ਰੋਣ ਡਿਆ ਵਿਚਾਰਾ ਨੌਕਰੇ ਖੜ ਕੇ। ਮੈਂ ਨਹੀਂ ਕਹਿੰਦਾ ਵੀ ਸਿੱਧੂ ਸਾਹਿਬ ਨੂੰ ਲੈ ਕੇ, ਮੈਂ ਜਸਟ ਸਿਚੁਏਸ਼ਨ ਦੀ ਗੱਲ ਕਰਦਾ। ਹੁਣ ਬੰਦਾ ਉਧਰੋਂ ਜਾਂਦਾ ਯਾਰ ਟੌਫੀ ਖਾ ਤੂੰ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ ਦੱਸ, ਕੀ ਹੋਇਆ ਜੀ। ਦੇਖੋ ਅਸਲ 'ਚ ਕਾਂਗਰਸ ਪਾਰਟੀ ਨੂੰ ਸਮਝ ਆਉਣ ਲੱਗ ਪਈ, ਜਿੱਦਣ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨਿਆ ਉਦੋਂ ਸਾਰਾ ਕੁਝ ਠੀਕ ਰਿਹਾ। ਸਿੱਧੂ ਸਾਹਿਬ ਨੇ ਕੱਲ੍ਹ ਵੀ ਕਿਹਾ, ਕਹਿੰਦੇ ਹਾਈਕਮਾਂਡ ਦਾ ਫੈਸਲਾ ਸਿਰ ਮੱਥੇ, ਗੱਲ ਕਿਹੜੀ ਹੈ, ਚੰਨੀ ਸਾਹਿਬ ਤਗੜੇ ਹੋ। ਉਹ ਪੰਜਾਬ ਦੇ 115 ਹਲਕਿਆਂ 'ਚ ਮੁੜ ਕੇ ਗਏ ਨਹੀਂ, ਇੱਕ ਅੰਮ੍ਰਿਤਸਰ ਉੱਤਰੀ 'ਚ ਗਿਆ ਤਾਂ ਪੂਰਬੀ ਤੋਂ ਉਹਨਾਂ ਦਾ ਆਪਣਾ ਹਲਕਾ ਡੋਰ ਟੂ ਡੋਰ ਕਰ ਰਿਹਾ, ਤੇ ਉਹਨਾਂ ਨੇ ਕਹਿ ਵੀ ਦਿੱਤਾ ਕਹਿੰਦੇ ਚੰਨੀ ਸਾਹਿਬ ਨੇ ਜਿਤਾਉਣਾ ਹੀ। ਤਾਂ ਕਈ ਗੱਲਾਂ ਹੋਈਆਂ, ਫਿਰ ਉਸੇ ਵੇਲੇ ਹਾਈਕਮਾਂਡ ਨੇ ਬਿੱਟੂ ਸਾਹਿਬ ਨੂੰ ਕਿਹਾ ਭਾਈ ਜਾ ਕੇ ਆਓ, ਕਿਉਂਕਿ ਉੱਥੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਪਰਸਨ ਨੇ ਦਿਨੇਸ਼ ਬੱਸੀ। ਜਿੱਦਾਂ ਹੀ ਸਿੱਧੂ ਸਾਹਿਬ ਬਣੇ ਸੀ ਪਾਰਟੀ ਦੇ ਪ੍ਰਧਾਨ ਤੇ ਚੰਨੀ ਸਾਹਿਬ ਮੁੱਖ ਮੰਤਰੀ,
ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਕੀਤਾ ਦਿਨੇਸ਼ ਬੱਸੀ ਹੋਰਾਂ ਨੂੰ ਬਦਲਾ ਕੇ ਬੰਦਾ ਆਪਣਾ ਲਵਾਤਾ ਸੀ। ਉਹ ਬੱਸੀ ਸਾਹਿਬ ਵੀ ਨਹੀਂ ਤੁਰਦੇ। 3 ਕੌਂਸਲਰ ਅਕਾਲੀ ਦਲ ਸ਼ਾਮਲ ਹੋ ਗਏ, ਕਈ ਹੋਰ ਬੰਦੇ ਚੁੱਪ ਕਰਕੇ ਬੈਠੇ। ਔਜਲਾ ਸਾਹਿਬ ਦੀ ਚਰਚਾ। ਹੁਣ ਉਹ ਸਾਰੇ ਬੰਦਿਆਂ ਨੂੰ ਮਨਾਉਣ ਦੀ ਡਿਊਟੀ ਬਿੱਟੂ ਸਾਹਿਬ ਨੂੰ ਲੱਗੀ। ਤੇ ਜਦੋਂ ਇਹ ਪਤਾ ਲੱਗਾ ਕਿ ਭਾਈ ਚੰਨੀ ਸਾਹਿਬ ਤਾਂ ਹੁਣ ਇਕੱਲੇ ਹੀ ਪ੍ਰਚਾਰ ਕਰਦੇ, ਹਰ ਥਾਂ ਤੇ ਜਾ ਕੇ ਸਿੱਧੂ ਸਾਹਿਬ ਚੁੱਪ ਕਰਕੇ ਬਹਿ ਗਏ, ਉਸੇ ਵੇਲੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦੇ ਬੇਟੇ ਸੰਦੀਪ ਦੀਕਸ਼ਤ ਨੂੰ ਭੇਜਿਆ। MP ਦੀ ਇਲੈਕਸ਼ਨ ਵੀ ਲੜ ਚੁੱਕੇ ਆ, ਵੱਡਾ ਅਹੁਦਾ ਉਹਨਾਂ ਦੇ ਕੋਲੇ, ਕਿ ਭਾਈ ਤੁਸੀਂ ਜਾਣਾ ਹੈ, ਨਾਲੇ ਤਾਂ ਸਿੱਧੂ ਸਾਹਿਬ ਦੇ ਹੱਕ 'ਚ ਪ੍ਰਚਾਰ ਕਰੋ ਤੇ ਨਾਲੇ ਉਹਨਾਂ ਨੂੰ ਕਹੋ ਕਿ ਥੋੜਾ ਜਿਹਾ ਗਾਂ ਨੂੰ ਤੁਰੋ, ਘੱਟੋ ਘੱਟ ਮਾਝਾ ਤਾਂ ਸਾਂਭੋ। ਕਿਉਂਕਿ ਉਹਨਾਂ ਨੂੰ ਕਲੀਅਰ ਹੋਣ ਲੱਗ ਪਿਆ ਸੀ ਕਿ ਜੇ ਉਹ ਬੰਦਾ ਹਲਕੇ ਤੱਕ ਸੀਮਤ ਰਹਿ ਗਿਆ ਜਾਂ ਉਹ ਬੰਦਾ ਬਾਕੀ ਪਾਸੇ ਜਾਣੋਂ ਬੰਦ ਹੋ ਗਿਆ ਤੇ ਘਾਟਾ ਸੁੱਖ ਨਾਲ ਕਾਂਗਰਸ ਨੂੰ ਟਿਕਟਾਂ ਵੰਡਦੇ ਪੈ ਗਿਆ ਸੀ, ਇੱਕ ਹੋਰ ਪੈ ਜਾਣਾ। ਨਹੀਂ, ਪਰ ਆਸ ਵੈਸੇ ਮੈਨੂੰ ਘੱਟ ਲੱਗਦੀ, ਕਿਉਂਕਿ ਸਿੱਧੂ ਸਾਹਿਬ ਨੇ ਕਿਹਾ ਬਿਲਕੁਲ ਕਾਂਗਰਸ ਇਕਜੁੱਟ ਹੈ, ਇਹਦੇ 'ਚ ਕੋਈ ਕਮੀ ਹੈ ਨਹੀਂ। ਪਰ ਕਿਤੇ ਨਾ ਕਿਤੇ ਅੰਦਰੋਂ ਉਹਨਾਂ ਦੇ ਪਤਾ ਲੱਗਦਾ ਸੀ ਵੀ ਕਾਂਗਰਸ ਕਿੰਨੀ ਕੁ ਇਕਜੁੱਟ ਹੈ। ਜਦੋਂ ਮਤਲਬ ਦਿਲੋਂ ਕਹਿੰਦਾ ਨਾ ਚੰਗਾ ਫਿਰ ਹੁਣ ਤੁਸੀਂ ਪੰਜੀ ਦਾ ਭੌਣ ਵੇਖ ਲਓ ਫਿਰ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਉਹ ਮਤਲਬ 13 ਨਕਾਤੀ ਪ੍ਰੋਗਰਾਮ, ਇਸ ਤੋਂ ਪਹਿਲਾਂ ਮੇਰੇ ਖਿਆਲ ਮਹੀਨਾ 1.5 ਮਹੀਨੇ ਹੋ ਗਿਆ ਸੀ ਵੀ ਜਿਹੜੀ ਸਟੇਜ 'ਤੇ ਜਾਂਦੇ ਸੀ ਉਹ ਇੱਕ ਪੁਆਇੰਟ ਕਿਤੇ ਨਾ ਕਿਤੇ ਡਿਸਕਸ ਕਰਦੇ ਸੀ ਵੀ ਇਹਦੇ ਲਈ ਆਹ ਕਰਾਂਗੇ, ਇਹਦੇ ਲਈ ਆਹ ਕਰਾਂਗੇ। ਪਰ ਹੁਣ ਜਿੱਦਾਂ ਉਹਨਾਂ ਨੇ ਕਿਹਾ ਵੀ ਯਾਰ ਮੇਰੀ ਵੱਲੋਂ ਕੋਈ ਪਾਰਟੀ ਕਰ ਦੇਵੇ, ਕੋਈ ਕਰ ਦੇਵੇ, ਪੰਜਾਬ ਬਚਾ ਲਓ, ਉਹਦੇ ਤੋਂ ਤਾਂ ਲਗਭਗ ਕਲੀਅਰ ਹੀ ਹੈ ਵੀ ਉਹ ਕਹਿੰਦੇ ਵੀ ਠੀਕ ਆ ਫਿਰ ਹੁਣ ਤੁਸੀਂ ਬੰਦਾ ਅੱਗੇ ਲਾਇਆ ਤੇ ਹੁਣ ਕਹਿੰਦੇ 60 ਸੀਟਾਂ ਲਿਆ ਹੁਣ ਬਾਕੀ ਦੇਖਦੇ ਆ। ਇਹ ਉੱਦਾਂ ਹੀ ਹੋ ਗਿਆ ਨਾ ਵੀ ਪਹਿਲਾਂ ਉਹ ਕਹਿੰਦੇ ਮੈਨੇ ਫਲਾਨੇ ਟਰੈਕਟਰ ਮਗਰ ਪਾਓ ਟਰਾਲੀ, ਇਹ ਠੀਕ ਆ, ਉਹ ਹੁਣ ਟਰਾਲੀ ਤੇ ਪਾ ਲਈ ਆ ਜਦੋਂ ਕਾਂਗਰਸ ਪਾਰਟੀ ਵਾਲਿਆਂ ਨੇ, ਤੇ ਹੁਣ ਵੇਖੋ ਉਹ ਕਹਿੰਦਾ ਇੱਥੇ ਸਲਿੱਪ ਜੀ ਕੱਢੀ ਜਾਂਦਾ, ਨਾਲੇ ਧੂੰਆਂ ਮਾਰੀ ਜਾਂਦਾ, ਕਰੀਏ ਕੀ, ਕਹਿੰਦੇ ਫਲਾਨਿਆਂ ਦਾ ਟਰੈਕਟਰ ਲਿਆਓ ਯਾਰ। ਯਾਰ ਉਹ ਤੇ ਹੁਣ ਮੰਨਦੇ ਮੁੰਦੇ ਨੂੰ ਕਹਿੰਦੇ ਨਹੀਂ ਸਾਡੇ ਨਾਲ ਹਵਾ ਜੀ ਘੱਟ ਹੈ, ਕੋਈ ਪਾਣੀ ਨਹੀਂ ਦਿੱਤਾ ਸੀ ਉਹਨਾਂ ਨੂੰ, ਕਹਿੰਦੇ ਪਾਣੀ ਮੰਗਦੇ। ਪਰ ਚਲੋ ਇਹ ਤੇ ਹੁਣ ਕਾਂਗਰਸ ਪਾਰਟੀ ਜਾਣੇ, ਕਿਉਂਕਿ ਫੈਸਲਾ ਡਿਸੀਜਨ ਉਹਨਾਂ ਦਾ ਹੀ ਭਾਈ ਸਾਹਿਬ। ਨਹੀਂ, ਇਹ ਗੱਲ ਤੁਹਾਡੀ ਠੀਕ ਆ, ਪਰ ਉੱਥੇ ਰੌਲਾ ਪਈ ਜਾਂਦਾ। ਮਜੀਠੀਆ ਸਾਹਿਬ ਵੀ ਪੱਤਰਕਾਰਾਂ ਨਾਲ ਲੈ ਗਿਆ, ਕਹਿੰਦੇ ਜੀ ਆਹ ਦੇਖ ਲਓ ਚਿੱਕੜ ਹੋਇਆ ਪਿਆ। ਉਹਨਾਂ ਨੇ ਪੁੱਛਿਆ ਜੀ ਉਹ ਤਾਂ ਪੰਜਾਬ ਮਾਡਲ ਉਹਨਾਂ ਨੇ ਦੇ ਦਿੱਤਾ ਅੱਜ। ਉਹ ਕਹਿੰਦੇ ਜੀ ਅੰਮ੍ਰਿਤਸਰ ਪੂਰਬੀ ਦੇ ਵਿੱਚ ਉਹ ਮਾਡਲ ਲਾਗੂ ਨਹੀਂ ਹੋਇਆ, ਜੇ ਹੋਇਆ ਹੁੰਦਾ ਤੇ ਇੱਥੇ ਚਿੱਕੜ ਨਹੀਂ ਸੀ ਹੋਣਾ, ਲੋਕ ਤੰਗ ਪਰੇਸ਼ਾਨ ਕਿੰਨੇ ਆ ਤੁਸੀਂ ਉਹ ਦੇਖ ਲਓ। ਤੇ ਮਜੀਠੀਆ ਸਾਹਿਬ ਕਹਿੰਦੇ ਜੀ ਇੱਕ ਗੱਲ ਪੱਕੀ ਹੈ, ਸਿੱਧੂ ਸਾਹਿਬ ਨੇ 20 ਤਰੀਕ ਤੋਂ ਬਾਅਦ ਟੈਲੀਫੋਨ ਕਰਨਾ, ਉਹਨਾਂ ਦੇ ਘਰਦਿਆਂ ਨੇ ਵੀ ਨਹੀਂ ਚੱਕਣਾ, ਕਿਉਂਕਿ ਇੱਥੋਂ ਵੀ ਹਰ ਜਾਣਾ ਤਾਂ ਸੂਬੇ ਦੇ ਵਿੱਚ ਕਾਂਗਰਸ ਵੀ ਹਰ ਜਾਣੀ ਹੈ। ਬਸ ਉਹ ਕਹਿੰਦੇ ਖਤਮ ਹੀ ਹੋ ਗਈ ਕਹਾਣੀ, ਹੁਣ ਤਾਂ ਕੋਈ ਮੁਕਾਬਲਾ ਹੀ ਨਹੀਂ ਰਿਹਾ, ਸਾਰੇ ਬੰਦੇ ਸਾਡੇ ਵਾਲੇ ਪਾਸੇ ਆ ਗਏ। ਤੇ ਨਾਲ ਉਹਨਾਂ ਨੇ ਵੀ ਕਿਹਾ, ਕਹਿੰਦੇ ਜੀ ਉਹਨਾਂ ਦਾ ਹੁਣ ਪੰਜਾਬ ਮਾਡਲ ਹੈ, ਲਾਗੂ ਕਿਹਨੇ ਕਰਨਾ? ਕਹਿੰਦੇ ਨਾ ਉਹਨਾਂ ਨੂੰ ਮੁੱਖ ਮੰਤਰੀ ਦਾਅਵੇਦਾਰ ਬਣਾਇਆ, ਨਾ ਉਹਨਾਂ ਦੇ ਨਾਲ ਕੋਈ ਤੁਰਦਾ ਹੈ। ਹੁਣ ਉਹਨਾਂ ਨੂੰ ਕਹਿੰਦੇ 2-4 ਬੰਦੇ ਉਹਨਾਂ ਨੇ ਭੇਜਿਆ ਕਿ ਕਿਤੇ 20 ਤੋਂ ਪਹਿਲਾਂ ਨਾ ਬੰਦਾ ਕਿਸੇ ਹੋਰ ਪਾਸੇ ਛਾਲ ਮਾਰ ਜਾਏ। 20 ਤਰੀਕ ਤੋਂ ਬਾਅਦ ਕਹਿੰਦੇ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ 0। ਹਾਂਜੀ, ਅਗਲਿਆਂ ਨੇ ਤੇ ਹੁਣ ਭਾਈ ਸਾਹਿਬ ਉਹਨਾਂ ਨੂੰ ਮੌਕਾ ਮਿਲਿਆ ਕਹਿਣ ਦਾ, ਉਹ ਤਾਂ ਕਹਿਣਗੇ। ਪਰ ਕਾਰਨ ਇਹ ਹੈ ਨਾ ਵੀ ਦੇਖੋ ਇਹ ਜਿਸ ਹਿਸਾਬ ਨਾਲ ਇਸ ਵਕਤ ਮਾਹੌਲ ਚਾਲ ਚੱਲਣ ਡਿਆ, ਇਹਦੇ 'ਚ ਹੁਣ ਜਾ ਕੇ ਜਿਹੜਾ ਸੇਕ, ਜਿਹੜਾ ਕਿ ਮੇਰਾ ਖਿਆਲ ਪਹਿਲਾਂ ਪਹੁੰਚ ਜਾਂਦਾ ਉੱਪਰ ਤੱਕ ਤੇ ਸ਼ਾਇਦ ਕੋਈ ਗੱਲ ਬਣ ਜਾਂਦੀ, ਜਿਹੜਾ ਹੁਣ ਜਾ ਕੇ ਸੇਕ ਅੱਪੜਿਆ ਕਾਂਗਰਸ ਪਾਰਟੀ ਤੱਕ, ਹੁਣ ਤੇ ਉੱਦਾਂ ਹੋ ਗਿਆ ਨਾ ਵੀ ਜਦੋਂ ਉਹ ਕਹਿੰਦਾ ਹੁਣ ਹੋਇਆ ਕੁਛ ਨਹੀਂ, ਕਹਿੰਦੇ ਜੀ ਪਹਿਲਾਂ ਤੇ ਹਵਾ ਘੱਟ ਜਾਪਦੀ ਸੀ, ਸਾਨੂੰ ਲੱਗਾ ਵੀ ਪੈਂਚਰ ਹੈ ਇਹ, ਤੇ ਹੁਣ ਜਦੋਂ ਖਲਾਇਆ ਟਾਇਰ ਤੇ ਉਹ ਕਹਿੰਦੇ ਨਾ ਜੀ ਇਹਦੇ ਟੂਬ ਹੀ ਪਾਟ ਗਈ, ਹੁਣ ਤੇ ਔਖਾ ਕੰਮ। ਹੁਣ ਜਿੱਥੇ ਜਾ ਕੇ ਟੂਬ ਪਾਰਟੀ ਨੇ ਉਹ ਦਿਨ ਥੋੜ੍ਹੇ ਆ ਤੇ ਇੱਕ ਇੱਕ ਕਰਕੇ ਘਟਦੇ ਜਾਂਦੇ, ਉਸ ਹਿਸਾਬ ਨਾਲ ਕੰਮ ਔਖਾ। ਜਾਂ ਤੇ ਇਦਾਂ ਹੀ ਕਰਦੇ ਮੈਂ ਨਾ ਢੱਕੀ ਰਹਿੰਦੀ ਰਹਿਣ ਦਿੰਦੇ ਕਾਂਗਰਸ ਪਾਰਟੀ ਵਾਲੇ, ਨਾ ਜਾਖੜ ਸਾਹਿਬ ਨਾਰਾਜ਼ ਹੁੰਦੇ, ਚਿਹਰਾ ਉਹਨਾਂ ਦਾ ਵੀ ਰੱਖ ਲੈਂਦੇ, ਸਿੱਧੂ ਸਾਹਿਬ ਨੂੰ ਰੱਖ ਲੈਂਦੇ, ਚੰਨੀ ਸਾਹਿਬ ਨੂੰ ਰੱਖ ਲੈਂਦੇ, ਤੁਰਿਆ ਰਹਿੰਦਾ ਕੰਮ ਹੈ ਨਾ ਰਲਵਾ ਮਿਲਵਾ। ਕੋਈ ਗੱਲ ਨਹੀਂ, ਕਦੇ ਉਹਨੂੰ ਅੱਗੇ ਲਾ ਦਿਓ, ਰੈਸਟ ਕਰ ਲਈ, ਦੂਜੇ ਨੂੰ ਅੱਗੇ ਲਾ ਦਿਓ। ਜਿੰਨੇ ਸਖਤ ਜਿਹਾ ਫੈਸਲੇ ਕੀਤੇ ਆ ਕਾਂਗਰਸ ਪਾਰਟੀ ਉਨੀ ਸਖਤ ਹੋਈ ਜਾਂਦੀ, ਤੇ ਸਖਤ ਚੀਜ਼ ਬਹੁਤੀ ਦੇਰ ਕੱਢਦੀ ਨਹੀਂ ਹੁੰਦੀ। ਹੁਣ ਥੋੜਾ ਜਿਹਾ ਆਪਾਂ ਭਾਰਤੀ ਜਨਤਾ ਪਾਰਟੀ ਦਾ ਸੰਧਾਲੀਆ ਸਾਹਿਬ ਜ਼ਿਕਰ ਕਰਨਾ ਹੈ। ਬਠਿੰਡੇ ਤੋਂ ਕਿਸੇ ਵੇਲੇ ਇਲੈਕਸ਼ਨ ਲੜੀ ਸੀ ਜਦੋਂ ਆਮ ਆਦਮੀ ਪਾਰਟੀ ਨੇ 2014 ਦੇ ਵਿੱਚ ਆਣ ਕੇ ਕੰਮ ਕਰ ਜਿਹੜਾ ਅਗਲੇ ਪਾਸੇ ਨੂੰ ਤੁਰਿਆ, ਤੇ ਨਾ ਜੱਸੀ ਜਸਰਾਜ ਭਾਵੇ ਵਾਲਾ ਬੰਦਾ, ਉਹ ਬੜੇ ਅਗਲੇ ਪਾਸੇ ਤਾਂ ਕਰਿੰਦੇ। ਇੱਕ ਵਾਰੀ ਫੇਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਮੁੱਢ ਬਹਿ ਕੇ ਲਾਈਵ ਹੋਏ ਸੀ। ਅੱਜ ਉਸੇ ਹੀ ਤਰੀਕੇ ਜੱਸੀ ਜਸਰਾਜ ਹੋਰੀ ਉਹ ਗਏ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਕਹਿੰਦੇ ਜੀ ਆ ਦੇਖ ਲਓ, JP ਨੱਡਾ ਸਾਹਿਬ ਨੇ ਸ਼ਾਮਲ ਕੀਤਾ, ਲਾਲਪੁਰਾ ਸਾਹਿਬ ਇਕਬਾਲ ਸਿੰਘ ਜੀ ਬੈਠੇ ਰੋਪੜ ਤੋਂ ਜਿਹੜੇ ਕੈਂਡੀਡੇਟ ਨੇ, ਉਹ ਕਹਿੰਦੇ ਜੀ ਦੇਖੋ ਆ JP ਨੱਡਾ ਸਾਹਿਬ ਬੈਠੇ ਲਾਈਵ ਹੋਏ, ਕਿਉਂਕਿ ਹੁੰਦੇ ਆ JP ਨੱਡਾ ਸਾਹਿਬ ਬੈਠੇ, ਕਹਿੰਦੇ ਚਿਹਰੇ ਤੋਂ ਹੀ ਮਾਸੂਮੀਅਤ ਝਲਕਦੀ ਨਹੀਂ ਝਲਕਦੀ। ਪੰਜਾਬ ਦੇ ਪ੍ਰਤੀ ਇਹਨਾਂ ਦਾ ਜਿਹੜਾ ਹੇਜ ਹੈ ਨਾ, ਪਿਆਰ ਹੈ, ਉਹ ਮੈਨੂੰ ਖਿੱਚ ਲਿਆ ਆ। ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੱਸੀ ਜਸਰਾਜ ਵੀ ਚਲ ਗਏ, ਤੇ ਇੱਕ ਰਾਜਪੁਰੇ ਤੋਂ ਅਕਾਲੀ ਦਲ ਦੀ ਟਿਕਟ ਮੰਗਦੇ ਸੀ SGPC ਮੈਂਬਰ ਸੁਰਜੀਤ ਸਿੰਘ ਗੜੀ। ਤੇ ਜਦੋਂ ਇਹ ਰੌਲਾ ਪਿਆ ਸੀ ਕਿ ਚਰਨਜੀਤ ਸਿੰਘ ਬਰਾੜ ਹੋਰਾਂ ਨੂੰ ਟਿਕਟ ਦੇਣੀ ਹੈ, ਉਹਨਾਂ ਨੇ ਆਪਣੀਆਂ ਵੱਖਰੀਆਂ ਕੁਝ ਮੀਟਿੰਗਾਂ ਵੀ ਕੀਤੀਆਂ ਸੀ। ਉਹਦੇ ਤੋਂ ਬਾਅਦ ਚਲੋ ਸੁਖਬੀਰ ਸਿੰਘ ਬਾਦਲ ਸਾਹਿਬ ਆਏ, ਉਹਨਾਂ ਨੂੰ ਕਾਰਜਕਾਰਨੀ ਦਾ ਮੈਂਬਰ ਵੀ ਬਣਾ ਲਿਆ, SGPC ਦੇ ਮੈਂਬਰ ਤਾਂ ਸੇ ਗਈ, ਚਰਨਜੀਤ ਸਿੰਘ ਬਰਾੜ ਹੋਰਾਂ ਨਾਲ ਰਲ ਕੇ ਤੁਰ ਵੀ ਪਏ। ਉਹਨਾਂ ਨੇ ਵੀ ਹੌਲੀ ਦੇਣੀ ਝੋਲਾ ਚੱਕਿਆ, ਹੌਲੀ ਦੇਣੀ, ਤੇ ਜਾ ਦਰਵਾਜ਼ਾ ਭਾਰਤੀ ਜਨਤਾ ਪਾਰਟੀ ਦਾ ਖੜਕਾਇਆ, ਤੇ ਉਹ ਕਹਿੰਦੇ ਜੀ ਆ ਲਓ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਕਾਲੀ ਦਲ ਬਾਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਖੁਸ਼ੀ ਮਹਿਸੂਸ ਕਰ ਰਿਹਾ। ਇਹ ਦੇਖੋ ਜਿਆਦੀ ਤਾਂ ਜੱਸੀ ਜਸਰਾਜ ਸਾਹਿਬ ਨੇ ਖੁਸ਼ੀ ਮਹਿਸੂਸ ਕੀਤੀ। ਪੁੱਛ ਲਿਆ ਆਪਣੇ ਭਾਈਚਾਰੇ ਦਾ ਕੰਮ ਦਾ ਸਵਾਲ ਪੁੱਛਣਾ,
ਉਹ ਕਹਿੰਦਾ ਜੱਸੀ ਜੀ ਇੱਦਾਂ ਕਿੱਦਾਂ ਵੀ ਆਮ ਆਦਮੀ ਪਾਰਟੀ ਤੁਸੀਂ ਛੱਡ ਕਹਿੰਦੇ ਉਹ ਤਾਂ ਪਾਰਟੀ ਬੇਕਾਰ ਪਾਰਟੀ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਤਾਂ ਬੜੀ ਚੰਗੀ ਤਰ੍ਹਾਂ ਜਾਣਦਾ ਨੂੰ ਬੰਦੇ ਨਹੀਂ ਕੰਮ ਦੇ ਹੈਗੇ ਉਹ। ਇਹ ਆ ਉਹ ਪਾਰਟੀ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ, ਭਲਾ ਚਾਹੁੰਦੀ। ਇਹ ਪੁੱਛ ਲੈ ਜੱਸੀ ਜੀ ਹੁਣ ਤਾਂ ਟਾਈਮ ਲੰਘ ਗਿਆ ਜੀ, ਟਿਕਟਾਂ ਟੂਟਾਂ ਵੀ ਵੰਡੀਆਂ ਗਈਆਂ, ਪਹਿਲਾਂ ਆ ਜਾਂਦੇ। ਨਹੀਂ ਮੈਂ ਤਾਂ ਇਲੈਕਸ਼ਨ ਲੜਨੀ ਨਹੀਂ, ਮੈਨੂੰ ਤਾਂ ਲਾਲਪੁਰਾ ਸਾਹਿਬ 2 ਮਹੀਨੇ ਹੋ ਗਏ ਕਹਿੰਦੇ ਨੇ ਵੀ ਜੱਸੀ ਆ ਜਾ ਬਈ, ਜੱਸੀ ਆ ਜਾ। ਮੈਂ ਕਿਹਾ ਨਾ 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 ਇੱਦਾਂ ਕਿੱਦਾਂ, ਮੈਂ ਇਲੈਕਸ਼ਨ ਨਹੀਂ ਲੜਨੀ, ਮੈਂ ਚਾਹੁੰਦਾ ਹੱਸਦਾ ਵਸਦਾ ਖੁਸ਼ਹਾਲ ਪੰਜਾਬ ਹੋਵੇ। ਪਰ ਮੈਂ ਇਹ ਨਹੀਂ ਸਮਝਿਆ ਵੀ ਜੇ 2 ਮਹੀਨੇ ਪਹਿਲਾਂ ਵੀ ਆ ਜਾਂਦੇ ਵਿੱਚ ਤੇ ਖੁਸ਼ਹਾਲ ਪੰਜਾਬ ਉਦੋਂ ਤੋਂ ਹੀ ਬਣ ਜਾਣਾ, ਕੀ ਫਰਕ ਪੈਂਦਾ ਹੁਣ ਐਂਡ ਤੇ ਜਾ ਕੇ 2 ਮਹੀਨੇ ਲੇਟ ਕਾਹਤੋਂ ਕੀਤਾ ਆ ਵੀ ਅਚਾਨਕ ਖੁਸ਼ਹਾਲ ਕਰਦਿਆਂ ਇੰਨਾ ਟਾਈਮ ਲਗਾ ਲਿਆ। ਹੁਣ ਚਲੋ ਇਹ ਤਾਂ ਹੁਣ ਖੈਰ ਉਹ ਜਿੱਥੇ ਵੀ ਕਿਤੇ 1-2 ਵੀਡੀਓ ਸੀਗੀਆਂ ਥੱਲੇ ਕਮੈਂਟ ਸੁੱਖ ਨਾਲ ਪੰਜਾਬ ਦੇ ਲੋਕਾਂ ਵਾਹ ਤਾਰੀਫ ਕੀਤੀ, ਆਪਾਂ ਕਾਹਨੂੰ ਕੁਛ ਕਹਿਣਾ। ਪਰ ਇਹ ਕਹਿਣਾ ਇਸ ਮੌਕੇ 'ਤੇ ਆ ਕਹਿਣ 'ਤੇ ਵੀ ਪੰਜਾਬ ਦਾ ਭਲਾ ਇਹੋ ਹੀ ਪਾਰਟੀ ਕਰ ਸਕਦੀ ਸੀ ਤੇ 2 ਮਹੀਨੇ ਲੱਗ ਗਏ ਆਉਂਦਿਆਂ ਉਦੋਂ ਬਾਅਦ ਇਹ ਕਹਿਣਾ ਵੀ ਹੁਣ ਤੁਸੀਂ ਦੇਖਿਓ ਆਪਾਂ ਵੱਟ ਕਿੱਦਾਂ ਕੱਢਦੇ ਹਾਂ। ਇਹ ਤਾਂ ਲੋਕ ਹੀ ਦੱਸਣਗੇ ਪੰਜਾਬ ਦੇ ਵੀ ਵੱਟ ਕਿੱਦਾਂ ਕੱਢਦੇ। ਚਲੋ ਸ਼ੁਭ ਸ਼ਾਮਾਂ ਜੀ ਸਾਰਿਆਂ ਨੂੰ। ਜਿਹੜਾ ਬੰਦਾ ਜਿੱਧਰਲੇ ਪਾਸੇ ਜਾਂਦਾ ਹੈ, ਚਲੋ ਉਹਨਾਂ ਇੱਕ ਵਾਰੀ ਇੱਕ ਪਾਰਟੀ 'ਚ ਜੇ ਗਏ ਇਸ ਮਹੀਨੇ ਦੇ ਵਿੱਚ, ਨਹੀਂ ਤੇ 4-4 ਬਦਲ ਜਾਂਦੇ ਆ। ਆਹੋ ਹੁਣ ਸੰਧਾਲੀਆ ਸਾਹਿਬ, ਪਰ ਤੁਸੀਂ ਦੇਖੋ ਨਾ ਗੇਟ ਨਹੀਂ ਬੰਦ ਹੁੰਦੇ, ਦਰਵਾਜ਼ੇ ਖੁੱਲ੍ਹੇ ਹੀ ਨੇ, ਖਾਤੇ ਖੁੱਲ੍ਹੇ ਹੀ ਆ ਕਿ ਭਾਈ ਆਉਣ ਦਿਓ, ਜਿਹੜਾ ਇੰਦਰਾਜ ਐਂਟਰੀ ਪਾਉਣੀ ਆ ਤੁਸੀਂ ਪਵਾ ਲਓ। ਹੁਣ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਸਾਹਿਬ ਉਹ ਰੋਪੜ ਵੀ ਗਏ, ਹੋਰ ਵੀ ਕਈ ਜਗ੍ਹਾ ਦੇ ਉੱਤੇ ਗਏ, ਜਾ ਕੇ ਪ੍ਰਚਾਰ ਕੀਤਾ ਤੇ ਉਹਨਾਂ ਨੇ ਟੋਨ ਕੀ ਰੱਖੀ ਹੈ। ਉਹ ਕਹਿੰਦੇ ਜੀ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਇਹ ਸੇਵਾ ਸਾਡੇ ਹਿੱਸੇ ਆਈ। ਫਤਿਹ ਦਾ ਜਵਾਬ ਫਤਿਹ 'ਚ ਦੇ ਕੇ ਉਹਨਾਂ ਨੇ ਭਾਸ਼ਣ ਸ਼ੁਰੂ ਕੀਤਾ। ਫਿਰ ਕਹਿੰਦੇ ਜੀ ਦੇਖੋ ਸ਼੍ਰੀ ਦਰਬਾਰ ਸਾਹਿਬ ਲੰਗਰ ਚੱਲਦਾ ਹੈ ਅੰਮ੍ਰਿਤਸਰ, GST ਦੇ ਦਾਇਰੇ ਤੋਂ ਰਸਤ ਮੁਕਤ ਕਰਤੀ। ਫਿਰ ਕਹਿੰਦੇ ਜੀ ਕਾਲੀ ਸੂਚੀ, ਸਮਾਗਮ ਮਨਾਉਣੇ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ। ਕਹਿੰਦੇ ਜੀ ਪੰਜਾਬ ਦੇ ਨਾਲ ਤੇ ਸਿੱਖ ਭਾਈਚਾਰੇ ਨਾਲ ਲਗਾ ਹੀ ਬੜਾ ਹੈ, ਇੰਨੇ ਸਾਲ ਹੋ ਗਏ ਕਤਲੇਆਮ ਹੋਏ ਨੂੰ, ਕਹਿੰਦੇ 84 ਦਾ ਇਨਸਾਫ ਨਹੀਂ ਸੀ ਕਾਂਗਰਸ ਦਿੰਦੀ, ਸਾਡੀ ਪਾਰਟੀ ਸੱਤਾ 'ਚ ਆਈ, ਪੁਰਾਣੇ ਕੇਸਾਂ ਦੀਆਂ ਫਾਈਲਾਂ ਖੋਲ੍ਹ ਕੇ ਇਨਸਾਫ ਦਿੱਤਾ ਕਿ ਨਹੀਂ ਦਿੱਤਾ। ਜਾਣੀ ਜਿੱਦਾਂ ਦਾ ਉਹਨਾਂ ਨੇ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ SGPC ਮੈਂਬਰ ਨੂੰ ਵੀ ਲੈਣ ਦਾ, ਇਹਦਾ ਮਤਲਬ ਹੈ ਕਿ ਅਗਲੇ ਬੰਦੇ ਆਪਣੇ ਵੱਲੋਂ ਖੇਚਲ ਕਰ ਰਹੇ ਆ। ਹੁਣ ਉਹਨਾਂ ਦਾ ਤਾਂ ਬਹੁਤਾ ਕੋਈ ਗੱਲਬਾਤ ਨਹੀਂ ਹੋਈ, ਹੰਸਰਾਜ ਨਾਲ ਥੋੜ੍ਹੀ ਹੋਈ, ਪਰ ਖੱਟਰ ਸਾਹਿਬ ਨੇ ਜਾਣਾ ਸੀ ਹਠੂਰ ਵਾਲੇ ਪਾਸੇ। ਹਰਿਆਣੇ ਦੇ ਮੁੱਖ ਮੰਤਰੀ ਨੇ, ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤੇ ਉਦੋਂ ਬਾਵਾ ਨਾਮ ਉਹਨਾਂ ਦਾ ਚੱਲਦਾ ਸੀ, ਉਹਨਾਂ ਦਾ ਦੌਰਾ ਰੱਦ ਕਰਨਾ ਪਿਆ। ਕਹਿੰਦੇ ਜੀ ਜਦੋਂ ਕਿਸਾਨਾਂ ਨੂੰ ਪਤਾ ਲੱਗਾ, ਕਿਸਾਨ ਜਥੇਬੰਦੀਆਂ ਨੂੰ, ਖਾਸ ਤੌਰ ਤੇ ਲਖੀਮਪੁਰ ਖੀਰੀ ਵਾਲੇ ਮਸਲੇ ਤੇ ਵੀ ਕੁਝ ਜ਼ਿਆਦਾ ਹੁਣ ਗੁੱਸਾ ਆਇਆ ਹੋਇਆ ਕਿ ਖੱਟਰ ਸਾਹਿਬ ਨੇ ਆਉਣਾ ਹੈ। ਉਹ ਖੱਟਰ ਸਾਹਿਬ ਦੇ ਸਮਰਥਕ ਇਹਦੇ ਤੋਂ ਪਹਿਲਾਂ ਰੈਲੀ ਵਾਲੇ ਥਾਂ ਦੇ ਉੱਤੇ ਇਕੱਠੇ ਹੁੰਦੇ, ਕਿਸਾਨ ਧਿਰਾਂ ਪਹਿਲਾਂ ਇਕੱਠੀਆਂ ਹੋਣ ਲੱਗ ਪਈਆਂ। ਤੇ ਜਦੋਂ ਪਤਾ ਲੱਗਾ, ਸਿਆਣਪ ਕੀਤੀ, ਮੈਂ ਕਹਿੰਦਾ ਸਿਆਣਪ ਕੀਤੀ ਸਥਾਨਕ ਉਮੀਦਵਾਰ ਨੇ, BJP ਦੇ ਪ੍ਰਬੰਧਕਾਂ ਨੇ, ਉਹਨਾਂ ਨੇ ਕਿਹਾ ਖੱਟਰ ਸਾਹਿਬ ਫਿਰ ਤੁਸੀਂ ਰਹਿਣ ਦਿਓ। ਤੇ ਫਿਰ ਉਹ ਜਿਹੜਾ ਪ੍ਰਬੰਧ ਜਿਹਾ ਕੀਤਾ ਸੀ ਉੱਥੇ, ਫਿਰ ਕਹਿੰਦੇ ਕਿਸਾਨਾਂ ਨੇ ਆਪਣੀ ਰੈਲੀ ਕੀਤੀ। ਇਹ ਗੱਲ ਤਾਂ ਹੋਈ ਹੈ। ਪਰ ਦੇਖੋ JP ਨੱਡਾ ਸਾਹਿਬ ਆਏ, ਜਿਹੜਾ ਉਹਨਾਂ ਨੇ ਇਹ ਕਿਹਾ ਨਾ ਕਿ ਵੀ ਦੇਖੋ ਸਰਹੱਦੀ ਸੂਬਾ ਜੀ, ਸਥਿਰ ਇੱਥੇ ਸਰਕਾਰ ਚਾਹੀਦੀ ਹੈ, ਤੇ ਜੇ ਤੁਸੀਂ ਇਹ ਕਹੋ ਵੀ ਯਾਰ ਆਪਾਂ ਉਹਨਾਂ ਨੂੰ ਲੈ ਆਈਏ ਸਾਹਮਣੇ ਜਿਹੜੇ ਸੰਭਾਲ ਹੀ ਨਾ ਸਕਣ ਸੂਬੇ ਨੂੰ, ਉਹ ਗੱਲ ਬਣਦੀ ਨਹੀਂ। ਇਸ ਕਰਕੇ ਮਜ਼ਬੂਤ ਜਿਹੜੀ BJP ਹੈ ਉਹਨੂੰ ਤੁਸੀਂ ਇੱਕ ਵਾਰ ਸਾਹਮਣੇ ਲੈ ਕੇ ਤੇ ਫਿਰ ਤੁਸੀਂ ਦੇਖਿਓ ਵੀ ਆਪਾਂ ਵੱਟ ਕਿੱਦਾਂ ਕੱਢਦੇ ਹਾਂ। ਪਰ ਇੱਕ ਗੱਲ ਹੈ ਵੀ ਦੇਖੋ ਆਪਾਂ ਇਹ ਨਹੀਂ ਕਹਿੰਦੇ, ਕਿਉਂਕਿ BJP ਦਾ ਪਹਿਲਾਂ ਠੀਕ ਆ ਉਹ ਅਕਾਲੀ ਦਲ ਦੇ ਨਾਲ ਗੱਠਜੋੜ ਰਿਹਾ, ਪਰ ਉਦੋਂ ਕਹਿੰਦੇ ਸੀ ਵੀ ਹਰੇਕ ਕੰਮ ਅਸੀਂ ਕਰਾਇਆ। ਹੁਣ ਜਿੰਨੀਆਂ ਗੱਲਾਂ JP ਨੱਡਾ ਸਾਹਿਬ ਨੇ ਗਣਾਈਆਂ, ਜੇ ਅੱਜ ਵੀ ਮੰਨ ਲਓ ਅਕਾਲੀ ਭਾਜਪਾ ਗੱਠਜੋੜ ਹੁੰਦਾ ਤੇ ਇਹ BJP ਵਾਲਿਆਂ ਨੂੰ ਥੋੜ੍ਹਾ ਕਹਿਣ ਦਾ ਮੌਕਾ ਮਿਲਣਾ ਹੈ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ, 84 ਵਾਲੀਆਂ ਸਜ਼ਾਵਾਂ, ਆਹ ਸਮਾਗਮ ਇੱਥੇ ਸਿੱਖਾਂ ਦੇ ਨਾਲ ਫਲਾਨ, ਇਹ ਤਾਂ ਅਸੀਂ ਕਰਵਾ ਰਹੇ ਹਾਂ ਮਹਾਰਾਜ, ਹੋਰ ਕਿੰਨੇ ਕਰਵਾਉਣਾ, ਤੁਸੀਂ ਪਾਓ ਵੋਟਾਂ। ਹੁਣ ਉਹਨਾਂ ਨੂੰ ਪਾਸੇ ਕਰਕੇ ਜਿਹੜੀ ਉਹ ਡਾਇਰੈਕਟ ਗੱਲ ਕਰ ਰਹੇ ਨੇ ਵੀ ਭਾਈ ਸਾਹਿਬ ਅਸੀਂ ਕੀਤਾ ਤੇ ਆਉਣ ਵਾਲੇ ਟਾਈਮ 'ਚ ਵੀ ਕਰਾਂਗੇ, ਉਹਦਾ ਕਰਕੇ ਹੋ ਸਕਦਾ ਵੀ ਲੋਕਾਂ ਨੂੰ ਇੱਕ ਡਿਫਰੈਂਟ ਚੀਜ਼ ਮਿਲਦੀ ਹੋਵੇ ਕਿ ਯਾਰ ਗੱਲ ਤਾਂ ਸਹੀ ਹੈ ਵੀ ਕੇਂਦਰ ਦੇ ਨਾਲ ਜਿਹੜੇ ਪਹਿਲਾਂ, ਕਿਉਂਕਿ ਕੇਂਦਰ ਤੋਂ ਸਿੱਧਾ ਬੰਦਾ ਆ ਕੇ ਤਾਂ ਨਹੀਂ ਕਦੀ ਨਾ ਕੋਈ ਬੋਲਦਾ, ਜੇ ਕਾਂਗਰਸ ਪਾਰਟੀ ਬੋਲਦੀ ਵੀ ਤੇ ਉਹਦੇ ਵਿੱਚ ਵੀ ਝੋਲ 84 ਵਾਲਾ ਆ ਜਾਂਦਾ ਸੀ। ਹੋ ਸਕਦਾ ਕਿ ਇਹ ਵਾਲੀਆਂ ਚੀਜ਼ਾਂ, ਇਹ ਗੱਲਾਂ ਲੋਕਾਂ ਦਾ ਦਿਲ ਟੁੰਬਣ। ਪਰ ਜਿਹੜੀ ਉਹ ਥੱਲੇ ਜੇ ਗੱਲ ਚੱਲਦੀ ਹੈ ਨਾ, ਉਹ ਨਹੀਂ ਉਹ 22-23 ਸਾਲ ਇਕੱਠੇ ਹੀ ਰਹੇ ਆ, ਇਹ ਅੱਡੋ ਅੱਡ ਜਾ ਵਿਖਾਉਂਦੇ ਫਿਰਦੇ ਕੰਮ, ਮੁੜ ਕੇ ਬਾਅਦ ਜਿਹਨਾਂ ਨੇ ਜਦੋਂ ਨਾ ਵੀ ਇੱਧਰੋਂ ਉੱਧਰ ਲੋਹੜੀ ਮੰਗਣ ਵਾਲੇ ਨਿਆਣੇ ਹੁੰਦੇ ਵੀ ਇੱਧਰੋਂ ਖਿੱਲਾਂ ਉੱਧਰੋਂ ਗੁੜ ਲੈ ਕੇ ਤੇ ਮੁੜ ਕੇ ਸ਼ਾਮ ਨੂੰ ਵੰਡ ਲੈਣਾ ਵੀ ਹਾਂ ਵੀ ਹੁਣ ਕਿੰਨਾ ਕਿਹਦੇ ਕੋਲੇ ਕੀ ਕੁਛ ਹੈ, ਕਹਿੰਦੇ ਉੱਦਾਂ ਕਰ ਲੈਣ। ਇਹ ਜਿਹੜਾ ਪ੍ਰਭਾਵ ਹੈ ਮੇਰੇ ਖਿਆਲ ਨਾਲ ਇਹ BJP ਨੂੰ ਜ਼ਰੂਰ ਕਲੀਅਰ ਕਰਨਾ ਚਾਹੀਦਾ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ। ਦੇਖੋ ਜਿੱਥੇ ਤਾਂ ਵੱਡੇ ਸ਼ਹਿਰ ਨੇ, ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਪਹਿਲਾਂ ਚੋਣ ਲੜਦੇ ਰਹੇ, ਉੱਥੇ ਤਾਂ ਕੁਝ ਹੱਦ ਤੱਕ ਉਹਨਾਂ ਨੂੰ ਹੁੰਗਾਰਾ ਮਿਲ ਰਿਹਾ, ਕੁਝ ਹੱਦ ਤੱਕ ਕਹਿ ਰਿਹਾ ਕਿ ਉਮੀਦਵਾਰਾਂ ਦਾ ਪ੍ਰਚਾਰ ਹੋ ਰਿਹਾ, 4 ਬੰਦੇ ਇਕੱਠੇ ਵੀ ਹੋ ਰਹੇ। ਪਰ ਉਹ ਇਲਾਕੇ ਜਿਹੜੇ ਪੇਂਡੂ ਖੇਤਰ ਦੇ ਆ ਤੇ ਜਿੱਥੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਚੋਣ ਨਹੀਂ ਸੀ ਲੜਦੀ, ਉੱਥੇ ਉਨੇ ਕੁ ਬੰਦੇ ਹੀ ਜੁੜਦੇ ਆ ਜਿੰਨੇ ਕੁ ਉਮੀਦਵਾਰ ਦੇ ਨਿੱਜੀ ਪ੍ਰਭਾਵ ਵਾਲੇ ਆ। ਤਾਂ ਜੇ ਆਪਾਂ ਕਹੀਏ ਕਿ ਪੇਂਡੂ ਖੇਤਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਇਕੱਠ ਵੱਡੇ ਹੋ ਰਿਹਾ, ਇਦਾਂ ਦੀ ਗੱਲ ਨਹੀਂ। ਹਾਂ, ਉਮੀਦਵਾਰਾਂ ਦਾ ਨਿੱਜੀ ਪ੍ਰਭਾਵ ਜਿਹੜਾ ਹੈ ਉਨਾ ਕੁ ਕੰਮ ਜ਼ਰੂਰ ਕਰ ਰਿਹਾ। ਹਾਂ, ਕਸਰ ਆਪਣੇ ਵੱਲੋਂ ਕੋਈ ਨਹੀਂ ਛੱਡ ਰਿਹਾ। ਤੁਸੀਂ ਦੇਖੋ ਆਪਾਂ ਖੱਟਰ ਸਾਹਿਬ ਦਾ ਦੌਰਾ ਭਾਵੇਂ ਰੱਦ ਹੋ ਗਿਆ, ਜ਼ਿਕਰ ਕੀਤਾ ਕਿ ਉਹਨਾਂ ਦਾ ਵੀ ਪ੍ਰੋਗਰਾਮ ਬਣਿਆ,
JP ਨੱਡਾ ਸਾਹਿਬ ਕੌਮੀ ਪ੍ਰਧਾਨ ਨੇ ਇੱਕ ਵਰਚੁਅਲ ਕਾਨਫਰੰਸ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਸੰਬੋਧਨ ਕੀਤਾ। ਹੰਸਰਾਜ ਹੰਸੁਰੀ ਆਏ ਆ, ਹਰਦੀਪ ਸਿੰਘ ਪੁਰੀ ਸਾਹਿਬ ਨੇ ਇੱਕੋ ਹੀ ਦਿਨ ਉਹ ਸੰਕਲਪ ਪੱਤਰ ਜਾਂ ਮੈਨੀਫੈਸਟੋ ਜਾਰੀ ਕੀਤਾ। ਇਸੇ ਤਰੀਕੇ ਅੱਜ ਲੁਧਿਆਣੇ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਆ ਰਹੇ ਆ, ਫਿਜ਼ੀਕਲੀ ਵਰਚੁਅਲ ਕਾਨਫਰੰਸ ਨਹੀਂ ਹੈ, ਤੇ ਉੱਥੇ ਇੱਕ ਤੋਂ ਵੱਧ ਜਗ੍ਹਾ ਦੇ ਉੱਤੇ ਉਹਨਾਂ ਨੇ ਸੰਬੋਧਨ ਕਰਨਾ ਹੈ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਵੀ ਰੱਖਿਆ ਹੋਇਆ ਹੈ। 5 ਹੋਰ ਕੇਂਦਰ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਵੀ ਆਉਣਾ ਹੈ। ਤੇ ਇੱਕ ਗੱਲ ਪੱਕੀ ਹੈ ਕਿ ਜਦੋਂ ਇੱਕ ਬੰਦਾ ਆਉਂਦਾ ਹੈ ਉਹ 2-3 ਵੱਡੇ ਬੰਦਿਆਂ ਨੂੰ ਪਾਰਟੀ ਦੇ ਵਿੱਚ ਜ਼ਰੂਰ ਸ਼ਾਮਲ ਕਰਾ ਲੈਂਦਾ, ਤੇ ਜਿਹੜੇ ਵੱਡੇ ਬੰਦੇ ਸ਼ਾਮਲ ਹੁੰਦੇ ਆ ਕੁਝ ਹੱਦ ਤੱਕ ਕੁਝ ਸੈਂਕੜੇ ਵੋਟਾਂ ਹੋ ਸਕਦਾ ਕਿ ਉਹਨਾਂ ਦੇ ਪ੍ਰਭਾਵ ਦੇ ਵਿੱਚ ਹੋਣ। ਸੋ ਯਤਨ ਤਾਂ ਕਰ ਰਹੇ ਆ ਕਿ ਭਾਈ ਜਦੋਂ ਨਤੀਜੇ ਆ ਜਾਣ ਤਾਂ ਅਸੀਂ ਲੋਕਾਂ ਨੂੰ ਦੱਸਣ ਜੋਗੇ ਹੋਈਏ ਕਿ ਅੱਜ ਤੱਕ ਕਦੇ ਭਾਜਪਾ ਨੂੰ ਇੰਨੀ ਵੋਟ ਪਈ ਨਹੀਂ ਸੀ, ਕਿਉਂਕਿ ਸੀਟਾਂ ਵਿੱਚ 23 ਲੜਦੇ ਸੀ। ਅਸੀਂ ਪਹਿਲੀ ਵਾਰੀ ਇੰਨੀਆਂ ਸੀਟਾਂ ਤੇ ਚੋਣ ਲੜ ਕੇ ਇੰਨੇ ਵੋਟ ਲੈ ਗਏ ਆ। ਲੱਗਦਾ ਕਿ ਯਤਨ ਇੱਥੇ ਤੱਕ ਹੋ ਗਿਆ। ਨਹੀਂ, ਇਹ ਗੱਲ ਤਾਂ ਹੈਗੀ ਆ। ਢੀਸੋਂ ਗਰੇਵਾਲ ਹੋਰਾਂ ਦਾ ਬਿਆਨ ਆਪਾਂ ਇੱਥੇ ਕੋਟ ਕਰ ਦਿੰਦੇ ਆ। ਉਹ ਕਹਿੰਦੇ ਵੀ ਦੇਖੋ ਕਾਰਨ ਇਹ ਆ ਵੀ ਇਸ ਵਕਤ ਇਹ ਬੜਾ ਰੌਲਾ ਵੀ ਯਾਰ BJP ਦਾ ਵਟਿਆ ਕੁਛ ਨਹੀਂ ਜਾਣਾ। ਉਹ ਕਹਿੰਦੇ ਮੈਂ ਤੁਹਾਨੂੰ ਇਹ ਦਾਅਵਾ ਨਹੀਂ ਕਰਦਾ, ਬਾਕੀ ਲੀਡਰ ਕਰੀ ਜਾਣ ਵੀ ਹਾਂਜੀ ਅਸੀਂ ਸਰਕਾਰ ਬਣਾ ਲੈਣੀ ਹੈ ਜੀ, ਸਾਡਾ ਬਹੁਮਤ ਆ ਜਾਣਾ, ਪਰ ਇੱਕ ਗੱਲ ਮੈਂ ਕਹਿੰਦਾ ਵੀ ਸਰਕਾਰ ਜੇ ਬਣੂ ਤੇ ਸਾਡੇ ਨਾਲ ਹੀ ਬਣੂ। ਮਤਲਬ ਇਹਦੇ 'ਚ ਵੀ ਇੱਕ ਘੁੰਡੀ ਹੈ। ਅਸੀਂ ਨਹੀਂ ਕਹਿੰਦੇ ਬਣਾਉਣੀ ਆ, ਪਰ ਜੇ ਬਣੂ ਤੇ ਫਿਰ ਸਾਡੇ ਨਾਲ ਬਣੂ, ਅਸੀਂ ਬਣਾਵਾਂਗੇ। ਦੂਜੀ ਗੱਲ ਬਣੂ ਦਾ ਮਤਲਬ ਕੀ? ਇਹ ਤਾਂ ਹੁਣ ਯਾਰ ਅਗਲਿਆਂ ਦੀ ਘੁੰਡੀ ਹੈ, ਹੁਣ ਸਾਰੇ ਪੱਤੇ ਥੋੜ੍ਹਾ ਖੋਲਣਗੇ। ਇੱਕ ਗੱਲ ਅਗਲੀ ਗੱਲ ਉਹ ਕਹਿੰਦੇ ਵੀ ਦੇਖੋ ਕਾਰਨ ਇਹ ਹੈ ਵੀ ਜਦੋਂ ਪੱਛਮੀ ਬੰਗਾਲ ਦਾ ਰੌਲਾ ਰੱਪਾ ਪਿਆ, ਕਿਸਾਨਾਂ ਨੇ ਪ੍ਰਚਾਰ ਕੀਤਾ, ਕਹਿੰਦੇ ਉਦੋਂ ਅੰਦੋਲਨ ਵੀ ਚੱਲਦਾ ਸੀਗਾ, ਉਸ ਤੋਂ ਬਾਅਦ ਸਾਰੀ ਟਸਲ ਹੋਈ। ਬਾਅਦ 'ਚ ਕਹਿੰਦੇ ਇਹ ਪ੍ਰਚਾਰਿਆ ਗਿਆ ਕਿ ਵੀ ਮਮਤਾ ਬੈਨਰਜੀ ਹੋਰੀ ਫਿਰ ਝੰਡੀ ਲੈ ਗਏ ਜੀ, BJP ਦੇ ਗਈ। ਕਹਿੰਦੇ ਉੱਥੇ ਸਾਡੇ 2 ਜਾਂ 3 ਬੰਦੇ ਹੁੰਦੇ ਸੀ, ਅੱਜ ਦੀ ਡੇਟ ਦੇ ਵਿੱਚ 17 ਤੋਂ ਵੱਧ MLA ਆ, ਅਤੇ ਅਗਲੀ ਵਾਰ ਤੁਸੀਂ ਦੇਖਿਓ ਕੀ ਬਣਦਾ। ਹੁਣ ਇਹਦੇ ਤੋਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਸ਼ਾਰਾ ਦੇਣ ਦੀ ਕੋਸ਼ਿਸ਼ ਉਹਨਾਂ ਨੇ ਇਹ ਵੀ ਕੀਤੀ ਵੀ ਜੇ ਸਾਡੇ ਕੋਲੇ ਹਾਈਐਸਟ ਰਿਕਾਰਡ ਹੈ ਪੰਜਾਬ ਦੇ ਵਿੱਚ BJP ਦਾ, ਤੇ 19 ਸੀਟਾਂ ਦਾ, ਐਤਕੀ 2 ਨੇ, ਤੇ ਜੇ ਹੁਣ ਅਸੀਂ 17 ਤੋਂ ਵੱਧ ਲੜਦੇ ਪਏ ਹਾਂ ਤੇ ਅੱਧੀਆਂ ਬਚੱਧੀਆਂ ਵੀ ਲੈ ਗਏ, ਤੇ ਫਿਰ ਦੇਖੋ ਸੰਧਾਲੀਆ ਸਾਹਿਬ ਮੈਂ ਇੱਕ ਗੱਲ ਹੁਣੇ ਦੱਸ ਦੇਣਾ ਕਿ ਕੰਪੈਰੀਜ਼ਨ ਜਿਹੜਾ ਹੋਣਾ, ਮਤਲਬ ਅਗਲਿਆਂ ਦਾ ਲੌਜਿਕ ਤਾਂ ਹੈ ਕਿਤੇ ਨਾ ਕਿਤੇ, ਅਗਲਿਆਂ ਨੇ ਕੰਪੈਰੀਜ਼ਨ 2017 ਨਾਲ ਹੀ ਕਰਨਾ ਹੀ, ਕਿਉਂਕਿ ਸਖਾਲਾ ਹੀ ਕਿ ਉਦੋਂ 3 ਸੀ, ਫਿਰ 2 ਰਹਿ ਗਏ ਕਿਉਂਕਿ ਫਗਵਾੜਾ ਵੀ ਬਾਅਦ 'ਚ ਹਾਰ ਗਿਆ ਸੀ। ਉਹ 2 ਨਾਲ ਕੰਪੈਰੀਜ਼ਨ ਕਰਨਗੇ ਤਾਂ ਦੱਸਣਾ ਸੌਖਾ ਹੋ ਜਾਊਗਾ, ਗ੍ਰਾਫ ਬਣਾ ਕੇ ਸਮਝਾਉਣਾ ਬਹੁਤ ਆਸਾਨ ਹੋ ਜਾਂਦਾ। ਤੇ ਜਦੋਂ ਫਿਰ ਉਹਨਾਂ ਨੇ ਵੋਟ ਪਰਸੈਂਟੇਜ ਦੀ ਗੱਲ ਕਰਨੀ, ਉਹ ਵੀ ਪਿਛਲੀ ਵਾਰ ਦੇ ਨਾਲ ਹੀ ਕਰਨੀ ਆ, 2017 ਦੇ ਨਾਲ ਹੀ, ਉਦੋਂ ਵੀ ਸਮਝਾਉਣਾ ਸੌਖਾ ਹੋ ਜਾਊਗਾ। ਤੇ ਐਤਕੀ ਤਾਂ ਸੁਖਨਾ ਨਾਲੇ ਚੋਪੜੀਆਂ ਦੇ ਨਾਲੇ 2-2 ਆ, ਕਿਉਂਕਿ ਕੈਪਟਨ ਸਾਹਿਬ ਦੇ ਕਈ ਬੰਦਿਆਂ ਦੀਆਂ ਵੋਟਾਂ ਜਿਹੜੀਆਂ ਕਮਲ ਦੇ ਚੋਣ ਨਿਸ਼ਾਨ ਤੇ ਆ, ਉਹ ਵੀ ਤਾਂ ਇੱਧਰਲੇ ਖਾਤੇ 'ਚ ਹੀ ਪੈਣੀਆਂ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਇੱਕ ਵੀ ਕੋਈ ਛੋਟੀ ਜਾਂ ਵੱਡੀ ਸਿਆਸੀ ਧਿਰ ਇਹ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੋਈ ਕਿ ਭਾਈ ਸਾਡੇ ਕੋਲੇ ਆਹ ਮੰਤਰ ਹੈਗਾ, ਸਾਡੇ ਕੋਲੇ ਆਹ ਫਾਰਮੂਲਾ ਹੈਗਾ, ਜੇ ਇਸ ਫਾਰਮੂਲੇ ਦੇ ਆਧਾਰ ਦੇ ਉੱਤੇ ਸਾਡੇ ਕੋਲ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵੱਲ ਅੱਗੇ ਵਧਣ ਦੀ ਸ਼ਕਤੀ ਹੈ। ਕੋਈ ਨਹੀਂ ਦੱਸ ਸਕਿਆ। ਉਹੀ 5-7-10 ਗੱਲਾਂ ਨੇ, ਉਹੀ ਘੁਮਾ ਫਰਾ ਕੇ, ਉਹੀ ਸ਼ਬਦੀ ਹੇਰ-ਫੇਰ ਕਰਕੇ ਲੋਕਾਂ ਦੇ ਸਾਹਮਣੇ ਭਾਸ਼ਣ ਦੇਈ ਜਾਂਦੇ ਆ। ਵੈਸੇ ਇੱਕ ਗੱਲ ਤਾਂ ਹੈਗੀ ਆ ਵੀ ਜੇ ਮੰਨ ਲਓ BJP ਦਾ ਪਲਾਨ ਹੀ ਸੀਗਾ, ਕਿਉਂਕਿ ਜੇ ਆਪਾਂ ਗਲਤ ਨਹੀਂ ਤੇ ਮੇਰੇ ਖਿਆਲ ਨਾਲ 2017 ਦੀਆਂ ਇਲੈਕਸ਼ਨਾਂ ਦੇ ਲਾਗੇ ਬੰਨੇ ਰੌਲਾ ਪੈ ਗਿਆ ਸੀ ਕਿ ਵੀ ਮਹਾਰਾਜ ਜੇ BJP ਤੇ ਅਕਾਲੀ ਦਲ ਗੱਠਜੋੜ ਟੁੱਟ ਜਾਣਾ। ਅਜੇ ਕਿਸਾਨ ਅੰਦੋਲਨ ਦਾ ਬਹੁਤ ਬਾਅਦ ਦੀ ਗੱਲਬਾਤ, ਉਦੋਂ ਪਹਿਲਾਂ ਵੀ ਚਰਚਾ ਚੱਲਦੀ ਸੀ। ਉਦੋਂ ਦੀ ਜੇ ਚਰਚਾ ਚੱਲਦੀ ਸੀ ਤੇ ਕੌੜਾ ਕੋਟ ਉਦੋਂ ਦੇ ਕਰ ਲੈਂਦੇ ਕਿਤੇ ਨਾ ਕਿਤੇ। ਜੇ ਇਹਨਾਂ ਦਾ ਪਲਾਨ ਇੱਦਾਂ ਸੀ, ਆਪਾਂ ਨੇ ਕਹਿੰਦੇ ਵੀ ਗੱਠਜੋੜ ਟੁੱਟਣਾ ਬਹੁਤ ਵਧੀਆ ਗੱਲ, ਚਲੋ ਸਿਆਸਤ ਆ। ਦੂਜੀ ਚੀਜ਼ ਇਹ ਕਿ ਵੀ ਜੇ ਉਦੋਂ ਦਾ ਟੁੱਟਾ ਹੁੰਦਾ ਤੇ ਕੁਛ ਨਾ ਕੁਛ ਗੇੜਾ ਪੰਜਾਬ 'ਚ ਰੱਖਦੇ। ਜੇ ਹੁਣ ਜੂ ਜਾ ਕੇ ਮੰਨਦੇ, ਜਾਂ ਕੈਪਟਨ ਸਾਹਿਬ ਖੁਦ ਕਹਿੰਦੇ ਵੀ ਮੋਦੀ ਸਾਹਿਬ ਨਾਲ ਤੇ ਮੇਰੀ ਬੜੀ ਸਾਂਝ ਸੀਗੀ, ਮੈਂ ਸ਼ੁਰੂ ਤੋਂ ਬੜਾ ਫੈਨ ਸੀ ਉਹਨਾਂ ਦਾ, ਆਹ ਗੱਲ ਹੁਣ ਲੋਕਾਂ ਦੀ ਕਹਿਣ ਦੀ ਬਜਾਏ ਜੇ ਮੰਨ ਲਓ 4 ਸਾਲ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਵੀ ਯਾਰ ਮੋਦੀ ਸਾਹਿਬ ਵਧੀਆ ਬੰਦੇ ਨੇ ਯਾਰ, ਉਹ ਪੰਜਾਬ ਆਉਣਗੇ, ਮੈਂ ਤਾਂ ਸੋਚਦਾ ਵੀ ਫਿਊਚਰ 'ਚ ਆਪਾਂ ਉਹਨਾਂ ਨਾਲ ਰਲ ਮਿਲ ਕੇ ਚੱਲੇ। ਹੋ ਸਕਦਾ ਉਹਨਾਂ ਦੀ ਆਪਣੀ ਜਿਹੜੀ ਹਾਈ ਕਮਾਂਡ ਉਹ ਕਹਿੰਦੀ ਇੱਦਾਂ ਨਹੀਂ ਕਰਨਾ, ਪਰ ਪੰਜਾਬ ਦਾ ਭਲਾ ਤੇ ਹੋ ਜਾਂਦਾ। ਨਹੀਂ, ਜ਼ਰੂਰੀ ਹੈ। ਅਜੇ ਵੀ ਡੁੱਲੇ ਵੇਰਾ ਦਾ ਕੁਛ ਨਹੀਂ ਵਿਗੜਿਆ, ਕਿਉਂਕਿ 27 ਵੀ ਆ ਜਾਣੀਆਂ, ਉਹ ਤੋਂ ਪਹਿਲਾਂ 24 ਆਉਣੀਆਂ, ਤੇ 24 'ਚ ਪੰਜਾਬ ਦੀਆਂ 13 ਸੀਟਾਂ ਆ, ਤੇ ਅੱਜ ਤੱਕ ਕਦੇ ਵੀ 2 ਤੋਂ ਵਧੇ ਨਹੀਂ ਹੈਗੇ। ਜੇ ਤਾਂ ਉਧਰਲੇ ਪਾਸੇ ਨੂੰ ਜਾਣਾ ਤਾਂ ਫਿਰ ਪੰਜਾਬ ਦੇ ਪੱਖ 'ਚ ਕੀ ਹੈ, ਪੰਜਾਬ ਨੂੰ ਚਾਹੀਦਾ ਕੀ ਹੈ, ਉਧਰਲੇ ਪਾਸੇ ਆਉਣਾ ਪਊਗਾ। ਚਲੋ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਇਹ ਤਾਂ ਹੁਣ 10 ਮਾਰਚ ਨੂੰ ਪਤਾ ਲੱਗਣਾ ਹੈ। ਇੱਕ ਬੰਦੇ ਦੀ ਗੱਲ ਕਰ ਲਈਏ ਆਪਾਂ, ਉਹ ਵੀ ਹਰਦੀਪ ਸਿੰਘ ਪੁਰੀ ਸਾਹਿਬ, ਕੁਦਰਤੀ ਮੇਰੇ ਧਿਆਨ 'ਚ ਆ ਗਿਆ। ਫਿਰ ਉਹੀ ਸਵਾਲ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਜੀ ਪੁਰੀ ਸਾਹਿਬ ਤੁਸੀਂ ਕਹਿੰਦੇ ਵੀ ਤੁਸੀਂ ਇੱਥੇ ਰਾਜ ਕਰਨਾ, ਪਰ ਰਾਜ ਹੁਣ ਤੁਸੀਂ ਧੱਕੇ ਨਾ ਕਰੋਗੇ। ਉਹ ਕਹਿੰਦੇ ਧੱਕਾ ਅਸੀਂ ਕਿਹਦੇ ਨਾਲ ਕੀਤਾ ਦੱਸੋ? ਕਹਿੰਦੇ ED ਵਾਲੇ ਛਾਪੇ ਛੂਪੇ ਜੇ ਉਹ ਚੰਨੀ ਸਾਹਿਬ ਦੇ ਬਾਰੇ। ਉਹ ਕਹਿੰਦੇ ਮੇਰੀ ਗੱਲ ਸੁਣੋ ਵੀ ਯਾਰ ਜੇ ਵੋਟਾਂ ਅਨਾਊਂਸ ਹੋ ਗਈਆਂ ਤੇ ਇਹਦਾ ਮਤਲਬ ਲਾਅ ਐਂਡ ਆਰਡਰ ਖਤਮ ਕਰ ਦਈਏ, ਜੋ ਮਰਜ਼ੀ ਕੋਈ ਲੁੱਟੀ ਜਾਵੇ ਲਈ ਜਾਵੇ, ਕੋਈ ਨਾ ਪੁੱਛੇ, ਇੱਦਾਂ ਕਰ ਦਈਏ? ਫਿਰ ਦੱਸੋ, ਇਹ ਜਿਹੜਾ ਇਸ਼ਾਰਾ ਹੈ, ਹੋ ਸਕਦਾ ਜੇ ਸਖਤੀ ਵਾਲਾ ਕੰਮ ਇਸੇ ਤਰ੍ਹਾਂ ਚੱਲਿਆ ਤੇ ਆਪਾਂ ਆਉਂਦੇ ਹਾਂ ਵੀ ਚਲੋ 20 ਤੋਂ ਬਾਅਦ, 10 ਮਾਰਚ ਤੋਂ ਵੀ ਬਾਅਦ
ਸਰਕਾਰ ਉਹ ਕਹਿੰਦੇ ਵੀ ਸਾਡੇ ਨਾਲ ਬਣਨੀ ਆ, ਸਾਡੀ ਬਣਨੀ, ਜਿਹਦੀ ਵੀ ਬਣਨੀ ਆ, ਜਿਹੜੀ ਕੇਂਦਰ ਵਾਲੀ ਸਰਕਾਰ ਉਹਨਾਂ ਦੇ ਕੋਲ ਹੀ ਆ। ਘੱਟੋ ਘੱਟ 24 ਤੱਕ ਜ਼ਰੂਰ ਇਦਾਂ ਦਾ ਕੰਮ ਰੱਖਣ ਵੀ ਲਾਅ ਐਂਡ ਆਰਡਰ ਅਸੀਂ ਹੁਣ ਪੰਜਾਬ ਦਾ ਸੁਧਾਰਨਾ ਹੀ, ਅਤੇ ਬੰਦੇ ਇਹਨਾਂ ਨੂੰ ਆਪਣੇ ਆਪ ਲੱਭ ਜਾਣੇ ਵੀ ਕਿਹੜਾ ਕਿੱਥੋਂ ਕੀ ਕਿੰਨਾ ਖੱਟਾ ਮਿੱਠਾ ਖਾਧਾ ਪੀਤਾ। ਇਹ ਹੋ ਸਕਦਾ ਵੀ 24 'ਚ ਜਿੱਦਾਂ ਨਹੀਂ ਹੁੰਦਾ ਵੀ ਮਤਲਬ ਦਿੱਲੀ ਵਾਲੀਆਂ 7 ਦੀਆਂ 7 ਸਾਡੀਆਂ, ਹੋ ਸਕਦਾ 24 'ਚ ਪੰਜਾਬ ਦੀਆਂ 13 ਦੀਆਂ 13 ਇਹਨਾਂ ਦੀਆਂ। ਹਾਂ ਨਹੀਂ, ਬਹੁਤ ਜ਼ਰੂਰੀ ਹੈ। ਇਹਨਾਂ ਦੇ ਕੋਲੇ ਤਾਂ ਚਾਂਸ ਬੜਾ ਵੱਡਾ ਹੈ, ਕਿਉਂਕਿ ਪੰਜਾਬ ਨਾਲ ਸੰਬੰਧਿਤ ਹੰਸਰਾਜ ਅੰਸੂਰੀ, ਪੁਰੀ ਸਾਹਿਬ, ਇੱਧਰਲੇ ਪਾਸੇ ਜੇ ਆਪਾਂ ਦੇਖੀਏ ਤਾਂ ਸੋਮ ਪ੍ਰਕਾਸ਼ ਜੀ ਹੈਗੇ ਆ, ਸ਼ਵੇਤ ਮਲਿਕ ਸਾਹਿਬ ਹੈਗੇ ਆ, ਬੜੇ ਬੰਦੇ ਨੇ। ਅਵਿਨਾਸ਼ ਰਾਏ ਖੰਨਾ ਸਾਹਿਬ ਦਾ ਹੱਥ ਬੜਾ ਉੱਪਰ ਤੱਕ ਪੈਂਦਾ ਹੈ। ਉਹ ਸਾਰੇ ਬੰਦੇ ਨੇਰੀਆਂ ਲਿਆ ਦੇਣ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਦੇਖਣ ਕੀ ਹੈ। 24 ਤੇ ਟਾਰਗੇਟ ਰੱਖਣ ਤੇ ਜੇ ਕਿਤੇ 13 ਦੇ ਵਿੱਚੋਂ 10 ਸੀਟਾਂ ਵੀ ਦੇ ਗਏ, ਕਿਉਂ ਕੰਮ ਕਰਤਾ, ਲੋਕਾਂ ਵੋਟਾਂ ਪਾ ਦੇਣੀਆਂ ਪੰਜਾਬ ਦਾ ਭਲਾ। ਤੇ ਨਾਲੇ ਉੱਥੇ ਫਿਰ ਜਾ ਕੇ ਮੁੱਛਾਂ ਨੂੰ ਤਾ ਦੇ ਕੇ ਦਿੱਲੀ ਜਾ ਕੇ ਨੇ ਹਾਈ ਕਮਾਂਡ ਦੇ ਕੋਲ, ਤੇ ਭਾਵੇਂ ਗੋਡੇ ਤੇ ਲੱਤ ਰੱਖ ਕੇ ਬੈਠਣ ਕਿ ਜਿਤਾ ਕੇ ਲੈਣ ਵਾਲਾ ਇੱਦਾਂ ਵੀ ਕਰੀ ਜਾਣ ਭਾਵੇਂ। ਮੈਂ ਕੀਤਾ ਹੀ ਨਾ। ਹਾਂ, ਜੇ ਮੈਂ ਸੋਚਦਾ ਸੀ ਧੂਰੀ ਚੱਲੀਏ, ਪਰ ਕਿਉਂਕਿ ਤੁਸੀਂ ਜਦੋਂ ਦੁਬਾਰਾ ਜਲੰਧਰ ਅੰਮ੍ਰਿਤਸਰ ਲੈ ਕੇ ਆਏ ਤਾਂ ਮੈਨੂੰ ਚੇਤਾ ਆ ਗਿਆ ਮੋਦੀ ਸਾਹਿਬ ਦਾ ਨਾ, ਬਿੱਟੂ ਸਾਹਿਬ ਦਾ, ਕਿਉਂਕਿ ਇੱਕ ਗੱਲ ਭੁੱਲ ਗਈ ਸੀ। ਬਿੱਟੂ ਸਾਹਿਬ ਨੇ ਇੱਕ ਗੱਲ ਕਹੀ ਸੀ ਤੇ ਸਵਾਲ ਮਜੀਠੀਆ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛ ਲਿਆ। ਬਿੱਟੂ ਸਾਹਿਬ ਨੇ ਕਿਹਾ ਸੀ ਬਹੁਤ ਤੰਗ ਬੜਾ ਕੀਤਾ ਮੁੰਡਾ, ਉਹੀ ਆਪਣਾ ਭੁਪਿੰਦਰ ਹਨੀ। ਨਹੀਂ ਆਪਣਾ ਨਹੀਂ, ਚੰਨੀ ਸਾਹਿਬ ਦਾ ਭਾ, ਮੈਨੂੰ ਨਾਲ ਜੋੜੋ ਉਹਨਾਂ ਦੇ। ਨਹੀਂ ਮੈਂ ਆਪਣਾ ਭੁਪਿੰਦਰ ਨਹੀਂ ਹੈਗਾ। ਦੇਖੋ ਗੱਲ ਪਤਾ ਕੀ ਹੈ, ਇਹਨੇ ਹੁਣ ਕਿਸੇ ਤਰ੍ਹਾਂ ਨਹੀਂ ਜੋੜਨਾ, ਮੈਂ ਜੁੜਨਾ ਨਹੀਂ। ਜਾਂ ਕੋਈ ਟਿੱਪਰ ਨੇ, ਕੋਈ ਟਰਾਲੀ ਨਹੀਂ ਸਾਡੀ। ਈਡੀ ਦਾ ਨੋਟਿਸ ਆਇਆ ਨਾ ਫੇਰ ਦੱਸਾਂਗੇ। ਮੈਂ ਤੇ ਕਹਿਣ ਡਿਆ ਇੱਕ ਅੱਧਾ ਤੇ ਟਿੱਪਰ ਟੁੱਪਰ ਪਾਉਂਦੇ ਉਹ ਜਣੇ ਕੈਪਟਨ ਸਾਹਿਬ ਆਦੇ ਵੀ ਬਾਕੀ ਸਾਰੀਆਂ ਕਲੋਨੀਆਂ ਕਲਾਨੀਆਂ ਠੀਕ ਆ, ਉਹਦੇ ਚੋਂ ਇੱਕ ਉਹਨਾਂ ਦੋਵਾਂ ਜਣਿਆਂ ਵੀ ਕੱਟੀ। ਸੰਧਾਲੀਆ ਸਾਹਿਬ ਹੋਇਆ ਕੀ, ਬਿੱਟੂ ਸਾਹਿਬ ਕਹਿੰਦੇ ਜੀ ਮੁੰਡੇ ਨੂੰ ਤੰਗ ਬਹੁਤ ਕੀਤਾ, ਉਹਨੂੰ ਰਾਤ ਨੂੰ ਰਜਾਈ ਨਹੀਂ ਦਿੰਦੇ ਈਡੀ ਵਾਲੇ, ਠੰਡ ਲਵਾਉਂਦੇ ਸੀ ਉਹਨੂੰ, ਉਹ ਤੇ ਧੱਕਾ ਕਰਦੇ, ਕਹਿੰਦੇ ਇਹਦਾ ਨਾਂ ਲੈ, ਕਹਿੰਦੇ ਬੋਰੀ 'ਚ ਪਾ ਕੇ ਕੁੱਟਦੇ ਸੀ ਉਹਨੂੰ। ਇਸ ਕਰਕੇ ਬੋਰੀ 'ਚ ਪਾਉਂਦੇ ਸੀ ਤਾਂ ਜੋ ਇਹ ਨਾ ਪਤਾ ਲੱਗੇ ਕਿ ਕਿਹੜਾ ਈਡੀ ਦਾ ਅਧਿਕਾਰੀ ਕੁੱਟਣ ਆਇਆ। ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਤਾਂ ਉਹ ਸਿੱਧੂ ਸਾਹਿਬ ਦੀ ਕਰਦੇ ਸੀ। ਇੱਕ ਪੱਤਰਕਾਰ ਨੇ ਉੱਥੋਂ ਪੁੱਛ ਲਿਆ, ਉਹ ਜੀ ਫਿਰ ਬਿੱਟੂ ਸਾਹਿਬ ਕਹਿੰਦੇ ਆ ਫਿਰ ਐਦਾਂ ਕਰਕੇ ਉਹ ਮੁੰਡੇ ਨੂੰ ਬੋਰੀ 'ਚ ਪਾ ਕੇ ਕੁੱਟਿਆ ਜੀ, ਉਹਨੂੰ ਰਜਾਈ ਨਹੀਂ ਦਿੰਦੇ। ਕਹਿੰਦੇ ਯਾਰ ਜਿੰਨੀ ਡਿਟੇਲ 'ਚ ਤੁਸੀਂ ਦੱਸਦੇ ਆ, ਬਿੱਟੂ ਸਾਹਿਬ ਆਪ ਬੋਰੀ 'ਚ ਉਹਨੂੰ ਪਵਾਉਣ ਤਾਂ ਨਹੀਂ ਜਾਂਦੇ, ਇੰਨਾ ਪਤਾ ਜੀ। ਹਾਂ ਨਹੀਂ, ਉਹਨਾਂ ਵਾਹਵਾ ਗੱਲਾਂ ਕੀਤੀਆਂ। ਉਹ ਲਾਈਟਾਂ ਲਾ ਕੇ ਰੱਖਦੇ ਸੀ, ਉਹਨੂੰ ਸੌਣ ਨਹੀਂ ਸੀ ਦਿੰਦੇ ਬੰਦੇ ਨੂੰ। ਉਹ ਤੇ ਜਦੋਂ ਪਰਿਵਾਰ ਦੇ ਜੀ ਜਾ ਕੇ ਮਿਲੇ ਮੁਲੇ ਤੇ ਉਹਨਾਂ ਨੂੰ ਵੀ ਲੱਗਿਆ ਵੀ ਯਾਰ ਉਹ ਮੈਂਟਲੀ ਤੌਰ ਤੇ ਬੰਦੇ ਦੇ ਨਾਲ ਬਹੁਤ ਟੌਰਚਰ ਕੀਤਾ ਉਹਨਾਂ ਨੇ। ਫਿਰ ਵਾਰ-ਵਾਰ ਸ਼ਬਦ ਉਹਨਾਂ ਨੇ ਵਰਤਿਆ, ਬੱਚੇ ਦੇ ਨਾਲ ਇੱਦਾਂ, ਮਤਲਬ ਬੱਚੇ ਦੇ ਨਾਲ ਇੱਦਾਂ। ਮੈਂ ਵੈਸੇ ਕੁਦਰਤੀ ਸੋਚਦਾ ਵੀ ਚਲੋ ਪੰਜਾਬ 'ਚ ਪਤਾ ਨਹੀਂ ਕਿੰਨੇ ਇੱਕ ਬੱਚੇ ਆ ਜਿਹਨਾਂ ਦਾ ਕੋਈ ਅਹੁਦਾ ਨਹੀਂ ਹੈਗਾ, ਪਰ ਫਿਰ ਵੀ ਜਿਪਸੀਆਂ, ਕਮਾਂਡੋ, MLA ਵਾਲੇ ਸਟਿੱਕਰ ਲੱਗੇ ਤੁਰੇ ਫਿਰਨ, ਹੈ ਨਾ। ਕੋਈ ਮਤਲਬ ਪੰਜਾਬ 'ਚ ਮੈਂ ਕੋਈ ਨਹੀਂ ਬੰਦਾ ਵੇਖਿਆ ਵੀ ਜਿਹੜਾ ਮਤਲਬ ਸਾਈਕਲ ਤੇ ਜਾਂਦਾ ਹੋਵੇ, ਕਹਿੰਦਾ ਕੱਲ ਕਿਤੇ ਚੱਲਿਆ ਪੱਲੀ ਲੈ ਕੇ, ਕਹਿੰਦਾ ਪੱਠੇ ਲੈਣ ਚੱਲਿਆ, ਅਗਲੇ ਪਾਸੇ ਜਿਪਸੀ ਹੋਵੇ ਢੂੰ ਕਰਦੇ ਵੀ ਭਾਈ ਸਾਹਿਬ ਹੁਣੀ ਪੱਠੇ ਲੈਣ ਚੱਲੇ। ਸੰਧਾਲੀਆ ਸਾਹਿਬ ਬੱਚਾ ਹੀ, ਉਹ ਵੀ ਬੱਚਾ ਹੀ ਆ। 2 ਕਰੋੜ 12 ਲੱਖ ਪੰਜਾਬ ਦੇ ਵੋਟਰਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਭੁਪਿੰਦਰ ਹਨੀ ਹੋਣੇ ਆ ਜਿਹਨਾਂ ਦੇ ਕਸੂਰ ਕੋਈ ਨਹੀਂ ਹੋਣਾ, ਪਰ ਪਰਚਾ ਹੋ ਗਿਆ ਹੋਣਾ। ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਅਕਾਲੀ ਕਹਿੰਦੇ ਸੀ ਗਲਤ ਪਰਚੇ ਕੀਤੇ ਆ, ਅਕਾਲੀਆਂ ਦੀ ਸਰਕਾਰ ਸੀ ਤਾਂ ਕਾਂਗਰਸੀ ਕਹਿੰਦੇ ਸੀ ਗਲਤ ਪਰਚੇ ਕੀਤੇ ਆ। ਕਮਿਸ਼ਨ ਬਣਨਾ ਹੁਣ ਵੀ, ਜੇ ਕਿਤੇ ਇੰਨਾ ਹੀ ਅਥਰੂ, ਇੰਨੀ ਭਾਵਨਾਤਮਕ ਸਾਂਝ ਤੇ ਇੰਨੀ ਹੀ ਸ਼ਿੱਦਤ ਦੇ ਨਾਲ ਪੰਜਾਬ ਦੇ ਹਰ ਉਸ ਬੰਦੇ, ਜਿੱਦਾਂ ਇਹਨਾਂ ਨੂੰ ਲੱਗਦਾ ਕਿ ਭੁਪਿੰਦਰ ਹਨੀ ਨਾਲ ਧੱਕਾ ਹੋਇਆ ਹੀ, ਹਾਲਾਂਕਿ ਇਹ ਕੋਈ ਗੱਲ ਨਹੀਂ ਕਰਦਾ ਕਿ ਭਾਈ ਉਹ MLA ਦੇ ਸਟਿੱਕਰ ਵਾਲੀ ਗੱਡੀ 'ਚ ਕਿਉਂ ਸੀ, ਉਹਦੇ ਨਾਲ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਾਲੇ ਬੰਦੇ ਕਿਉਂ ਸੀ, ਉਹਨੂੰ ਹਰ ਸਰਕਾਰੀ ਸਮਾਗਮ ਤੇ ਸੱਦਿਆ ਕਿਤੇ ਸਨਮਾਨਿਤ ਕਿਉਂ ਕੀਤਾ ਹੈ, ਉਹਨਾਂ ਦੀ ਗੱਲ ਨਹੀਂ ਹੋਈ। ਚਲੋ ਕੋਈ ਗੱਲ ਨਹੀਂ, ਪਰ ਬਹੁਤ ਸਾਰੇ ਲੋਕ ਨੇ ਜਿਹੜੇ 20-20 ਸਾਲ ਬਾਅਦ ਬਰੀ ਹੁੰਦੇ ਆ, 25 ਸਾਲ ਨਹੀਂ ਪਤਾ ਲੱਗਦਾ ਜੀ ਕਸੂਰ ਹੀ ਕੋਈ ਨਹੀਂ ਸੀ, ਪਰਚੇ 'ਚ ਉਹਦਾ ਨਾਂ ਪਾਤਾ ਸੀ, ਜਿਹਨਾਂ ਦੀਆਂ ਫੋਟੋਆਂ ਥੱਲੇ ਬਿਠਾ ਕੇ ਝਾਲੀਆਂ ਜਾਂਦੀਆਂ, ਅਦਾਲਤ ਦੇ ਵਿੱਚ ਜਾ ਕੇ ਬਰੀ ਹੋ ਜਾਂਦੇ ਆ। ਜੇ ਕਿਤੇ ਇੰਨੀ ਸ਼ਿੱਦਤ ਦੇ ਨਾਲ ਉਹਨਾਂ ਬੱਚਿਆਂ ਤੇ ਉਹਨਾਂ ਸਧਾਰਨ ਲੋਕਾਂ ਦੀ ਗੱਲ ਵੀ ਲੀਡਰਾਂ ਨੇ ਕੀਤੀ ਹੁੰਦੀ ਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਹੀ ਮਿਲ ਜਾਂਦਾ। ਇਹ ਆਪਾਂ ਹੋਰ ਕਲੀਅਰ ਕਰ ਦਿੰਦੇ ਹਾਂ। ਹੋ ਸਕਦਾ ਬਿੱਟੂ ਸਾਹਿਬ ਇਹ ਕਹਿਣ ਵੀ ਯਾਰ ਮੈਨੂੰ ਪਤਾ ਨਹੀਂ, ਡਿਟੇਲ ਨਹੀਂ ਪਤਾ। ਇਹਨਾਂ ਦੀ ਪਾਰਟੀ ਦਾ ਇੱਕ ਬੰਦਾ ਹੈਗਾ ਭੁਲੱਥ ਤੋਂ, ਸੁਖਪਾਲ ਸਿੰਘ ਖਹਿਰਾ ਸਾਹਿਬ। ਵਾਹ ਜੀ। ਜਿੱਦਣ ਉਹ ਬਾਹਰ ਆਏ ਉਹਨਾਂ ਨੇ ਇਹ ਗੱਲ ਕੀਤੀ, ਕਹਿੰਦੇ ਯਾਰ ਮੈਂ ਤੇ ਅੰਦਰ ਰਹਿ ਕੇ ਆਇਆ, ਬਿਨਾਂ ਕਸੂਰ ਤੋਂ ਲੋਕ ਅੰਦਰ ਬਣੇ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜਾਂ ਉਹਨਾਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ, ਪਰ ਫਿਰ ਉਹਦੇ ਬਾਵਜੂਦ ਉਹ ਬਾਹਰ ਨਹੀਂ ਆ ਰਹੇ। ਉਹਨਾਂ ਨੂੰ ਪੁੱਛ ਲੈਣਾ, ਖਹਿਰਾ ਸਾਹਿਬ ਤੁਸੀਂ ਮਹਾਰਾਜ ਦੱਸੋ ਡਿਟੇਲ, ਚਲੋ ਹੋ ਜਾਣੇ ਬਹੁਤੇ ਨਹੀਂ, 10 15 20 ਜਿੰਨੇ ਕਿ ਤੁਹਾਡੇ ਜਾਣਕਾਰੀ 'ਚ ਨੇ, ਉਹਨਾਂ ਦਾ ਭਲਾ ਤੇ ਕਰਦੀ ਆਪਾਂ। ਨਹੀਂ ਜ਼ਰੂਰੀ ਸੀ, ਆਹ ਤਾਂ ਕੰਮ ਸੌਖਾ। ਨਾਲੇ ਉਹਨਾਂ ਦਾ ਬਿਆਨ ਪੜ੍ਹ ਕੇ ਮੈਂ ਕਹਿੰਦਾ ਖਹਿਰਾ ਸਾਹਿਬ ਵੀ ਇੱਦਾਂ ਕਰ, ਚਿੱਠੀ ਪਾ ਦੇਣੀ ਇਹਨਾਂ ਨੂੰ, ਜਨਤਕ ਕਰ ਦਿੰਦੇ, ਕਈ ਚਿੱਠੀ ਪ੍ਰੈਸ ਨੂੰ ਜਾਰੀ ਕਰ ਦੇਣੀ ਕਿ ਮੈਂ ਫਲਾਣੇ ਨੂੰ ਚਿੱਠੀ ਲਿਖੀ ਆ, ਮੈਂ ਪ੍ਰੈਸ ਨੂੰ ਜਾਰੀ ਕਰਦਾ, ਪ੍ਰੈਸ ਰਾਹੀਂ ਭੇਜ ਦੇਣ। ਬਾਕੀ ਸਵਾਲ ਫਿਰ ਪੱਤਰਕਾਰਾਂ ਨੇ ਆਪੇ ਹੀ ਕਰ ਦੇਣੇ ਕਿ ਭਾਈ ਤੁਹਾਡੀ ਪਾਰਟੀ ਦਾ ਇੱਕ MLA ਆ, ਉਹਨਾਂ ਨੇ ਆਹ ਕਿਹਾ, ਤੇ ਉਹ ਸ਼ਿੱਦਤ ਫਿਰ ਉਨੀ ਕੁ ਦਿਖਾਓ, ਸ਼ਾਇਦ ਦਿਖਾਉਣ। ਭਗਵੰਤ ਮਾਨ ਸਾਹਿਬ ਧੂਰੀ ਗਏ, ਆਪਣਾ ਉਹਨਾਂ ਦਾ ਹਲਕਾ ਹੈ ਕਰਮਜੀਤ ਅਨਮੋਲ ਨਾਲ, ਤੇ ਕਰਮਜੀਤ ਅਨਮੋਲ ਦੇਵ ਖਰੋੜ ਹੋਰੀ ਵੀ ਨਾਲ ਸੀ, ਪਰ ਕਰਮਜੀਤ ਅਨਮੋਲ ਹੋਰਾਂ ਨਾਲ ਲੈ ਕੇ ਉਹਨਾਂ ਨੇ ਗੀਤ ਗਾਇਆ, ਮਗਦਾ ਰਹੀ ਵੀ ਸੂਰਜਾ ਕੰਮੀਆਂ ਦੇ ਵਿਹੜੇ, ਦੰਦ ਕਰੇੜੇ, ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਕਹੀਆਂ।
ਜ਼ੋਰ ਲਾਇਆ ਭਗਵੰਤ ਮਾਨ ਸਾਹਿਬ ਨੇ ਪੂਰਾ, ਤੇ ਲੋਕ ਵੀ ਐਨ ਸ਼ਾਂਤ ਹੋ ਕੇ ਸੁਣਦੇ ਸੀ। ਤਾਂ ਜਾਣੀ ਮਾਹੌਲ ਪੂਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰੋਂ ਤੇ ਨਾਲ ਦੀ ਨਾਲ ਉਹਨਾਂ ਦੀ ਬੇਟੀ ਆਉਂਦੀ ਹੈ। ਭਗਵੰਤ ਮਾਨ ਸਾਹਿਬ ਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਇੱਕ ਉੱਪਰਲੇ ਪਾਸੇ ਨੂੰ ਗੱਲ ਜਾਣ ਦੀ ਕੋਸ਼ਿਸ਼ ਕਰਦੇ ਆ। ਹੁਣ ਭਗਵੰਤ ਮਾਨ ਸਾਹਿਬ ਉੱਥੇ ਕਲਾਕਾਰਾਂ ਨੂੰ ਲੈ ਕੇ ਜਾਂਦੇ ਆ, ਜਾਂ ਉਹ ਕਲਾਕਾਰ ਉਹਨਾਂ ਦੇ ਹੱਕ 'ਚ ਆਉਂਦੇ ਆ। ਇਹਦਾ ਇੱਕ ਮਤਲਬ ਤਾਂ ਇਹ ਹੈਗਾ ਕਿ ਉੱਥੇ ਮੁਕਾਬਲਾ ਹੈ, ਮੁਕਾਬਲਾ ਉੱਥੇ ਹੈਗਾ, ਨਹੀਂ ਤਾਂ ਕਈ ਵਾਰੀ ਬਹੁਤਾ ਜਾਣ ਦੀ ਲੋੜ ਨਹੀਂ ਹੁੰਦੀ। ਪਰ ਦੂਸਰੇ ਪਾਸੇ ਇੱਕ ਫੇਕ ਨਿਊਜ਼, ਕਿਉਂਕਿ ਆਪਣੇ ਭਾਈਚਾਰੇ ਨਾਲ ਸੰਬੰਧਿਤ ਗੱਲ ਹੈ। ਪਿਛਲੇ ਕਈ ਦਿਨਾਂ ਦੀ ਇੱਕ ਚਰਚਾ ਚੱਲਦੀ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, 10 ਸਾਲ ਪੁਰਾਣੀਆਂ ਡੀਜ਼ਲ ਵਾਲੀਆਂ ਗੱਡੀਆਂ ਨੇ ਆਉਂਦੇ ਹੀ ਬੰਦ ਕਰ ਦੇਣੀਆਂ, ਆਉਂਦੇ ਹੀ। ਹੁਣ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲੇ ਕਾਰਾਂ ਤੇ ਹੋਰ ਵਹੀਕਲ 10 ਸਾਲ ਪੁਰਾਣੇ ਹੈਗੇ ਆ, ਡੀਜ਼ਲ ਵਾਲੇ ਆ। ਹੁਣ ਉਹਨਾਂ ਦੀ ਗੱਲ ਦੀ ਕਾਟ ਕਰਨ ਦੇ ਲਈ ਭਗਵੰਤ ਮਾਨ ਕਹਿੰਦੇ ਫੇਕ ਨਿਊਜ਼ ਚਲਾਈ ਜਾ ਰਹੀ ਹੈ। ਉਹ ਕਹਿੰਦੇ ਮੈਂ ਮੀਡੀਆ ਦੇ ਵਿੱਚ ਅੱਜ ਕਹਿਣਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਕਹਿੰਦੇ ਜੇ ਨਹੀਂ ਪਤਾ ਹੀ ਆਉਣੀ ਆ, ਅਸੀਂ 10 ਸਾਲ ਪੁਰਾਣਾ ਕੋਈ ਡੀਜ਼ਲ ਵਾਲਾ ਵਹੀਕਲ ਬੰਦ ਨਹੀਂ ਕਰਨ ਲੱਗੇ। ਕਹਿੰਦੇ ਦਿੱਲੀ 'ਚ ਵੀ ਬੰਦ ਨਹੀਂ ਹੈਗਾ, ਉੱਥੇ ਵੀ 15 ਸਾਲ ਤੋਂ ਉੱਪਰ ਵਾਲੀ ਗੱਲ ਹੀ ਹੈ, ਤੇ ਪੰਜਾਬ 'ਚ ਅਸੀਂ ਬਿਲਕੁਲ ਬੰਦ ਨਹੀਂ ਕਰਨ ਲੱਗੇ। ਇਹ ਗਲਤ ਅਫਵਾਹਾਂ ਨੇ, ਇਹਨਾਂ ਤੋਂ ਥੋੜ੍ਹਾ ਜਿਹਾ ਸੁਚੇਤ ਹੋ ਕੇ ਰਹੋ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਹਰ ਤਰ੍ਹਾਂ ਦੀ ਕਾਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਤਾਂ ਹੁੰਦੀ ਹੈ ਆਪਣੀ ਗੱਲ ਦੱਸਣੀ, ਇੱਕ ਹੁੰਦੀ ਹੈ ਦੂਜੇ ਦੀ ਗੱਲ ਨਕਾਰਨੀ, ਇੱਕ ਹੁਣ ਤੀਜੀ ਹੁੰਦੀ ਹੈ ਦੂਜੇ ਦੇ ਬਾਰੇ ਗੱਲ ਫੈਲਾ ਦੇਣੀ। ਉਹ ਵੀ ਨਹੀਂ, ਫੈਲਾਉਣ ਵਾਲੀ ਗੱਲ ਤੇ ਵਾਹਵਾ ਚੱਲਦੀ ਪਈ ਆ। ਹੁਣ ਫੈਲਾਉਣ ਵਾਲੀ ਗੱਲ ਦੇ ਵਿੱਚ ਹੀ ਕੇਜਰੀਵਾਲ ਸਾਹਿਬ ਦਾ ਵੀ ਤੇ ਜ਼ਿਕਰ ਚੱਲ ਪਿਆ, ਕਿਉਂਕਿ ਹੁਣ ਉਹ ਪੰਜਾਬ ਆਏ, ਪੁੱਛ ਲਿਆ ਜੀ ਕੇਜਰੀਵਾਲ ਸਾਹਿਬ ਫਿਰ ਕਿੰਨੇ ਦਿਨਾਂ ਲਈ? ਕਹਿੰਦੇ ਮੈਂ ਹੁਣ ਇੱਥੇ ਹੀ ਹਾਂ, ਜਿੰਨੇ ਦਿਨ ਕਹਿੰਦੇ ਪ੍ਰਚਾਰ ਚੱਲਣਾ ਮੈਂ ਹੁਣ ਪੰਜਾਬ 'ਚ ਹੀ ਹਾਂ। ਫਿਰ ਮਹਾਰਾਜ ਕੀ ਜਾਪਦਾ ਵੀ ਤੁਹਾਡੀ ਸਰਕੂਰ ਬਣੂਗੀ ਵੈਸੇ? ਉਹ ਕਹਿੰਦੇ ਵੀ ਜੋ ਟੀਵੀ ਵਾਲੇ ਦਿਖਾ ਰਹੇ ਨੇ ਜੀ, ਕੋਈ ਕਹਿੰਦਾ 55, ਕੋਈ ਕਹਿੰਦਾ 57, ਕੋਈ ਕਹਿੰਦਾ 60, ਕੋਈ ਕਹਿੰਦਾ 62, ਇਹ ਗਲਤ ਆ। ਹੁਣ ਬੰਦੇ ਦੇ ਕੰਨ ਤੇ ਖੜੇ ਹੁੰਦੇ ਆ ਵੀ ਯਾਰ ਮਤਲਬ ਜੇ ਅਗਲੇ ਬਹੁਮਤ ਦਿਵਾਉਣ ਤੁਸੀਂ ਕਹਿੰਦੇ ਵੀ ਇਹ ਗਲਤ ਆ। ਕਹਿੰਦੇ 80 ਤੋਂ ਵੱਧ ਸੀਟਾਂ ਅਸੀਂ ਜਿੱਤਣੀਆਂ। ਤੁਸੀਂ ਦੇਖੋ ਵੀ ਪੰਜਾਬ ਦੇ ਲੋਕ ਤਾਂ ਚਾਹੁੰਦੇ ਆ, ਪਿਛਲੀ ਵਾਰਾਂ ਖੁੰਝ ਗਏ, ਉਹ ਐਤਕੀ ਨਹੀਂ ਚਾਹੁੰਦੇ ਵੀ ਅਸੀਂ ਖੁੰਝ ਜਾਈਏ। ਨਹੀਂ, ਉਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਜੇ 80 ਸੀਟਾਂ ਹੋਣਗੀਆਂ ਤਾਂ ਵਧੀਆ ਸਰਕਾਰ ਚਲਾਵਾਂਗੇ, ਕੰਮ ਕਰਾਂਗੇ। ਫਿਰ ਉਹ ਵਰਕਰਾਂ ਨੂੰ ਕਿਹਾ, ਕਹਿੰਦੇ ਮੈਂ ਨਹੀਂ ਹੁਣ ਦਿੱਲੀ ਨੂੰ ਜਾਣਾ, ਆਖਰੀ ਹਫ਼ਤਾ ਆ, ਤੁਸੀਂ ਵੀ ਹੁਣ ਘਰੇ ਨਾ ਬੈਠੋ, ਜ਼ੋਰ ਮਾਰੋ ਜ਼ੋਰ, ਇੱਕ ਬੰਦਾ 10 ਬੰਦਿਆਂ ਨੂੰ ਜਾ ਕੇ ਆਖੋ, ਕਿਉਂਕਿ ਆਹੀ ਮੌਕਾ ਹੈ। ਤੇ ਨਾਲ ਹੀ ਭਗਵੰਤ ਦੀ ਗੱਲ ਛੇੜ ਲਈ, ਕਹਿੰਦੇ ਨਾਲ ਇੰਨਾ ਵਧੀਆ ਤੁਹਾਨੂੰ ਬੰਦਾ ਦਿੱਤਾ ਹੈ, ਤੁਸੀਂ ਮੇਰੇ ਲਈ ਕੰਮ ਨਹੀਂ ਕਰਨਾ, ਤੁਸੀਂ ਕਿਸੇ ਲਈ ਕੰਮ ਨਹੀਂ ਕਰਨਾ, ਤੁਸੀਂ ਪੰਜਾਬ ਤੇ ਭਗਵੰਤ ਮਾਨ ਦੇ ਲਈ ਕੰਮ ਕਰਨਾ, ਤੇ ਘਰੋਂ ਘਰੀ ਜਾ ਕੇ ਬਸ ਕਹਿ ਦਿਓ ਹੁਣ ਠੰਡੇ ਨਾ ਪੈ ਜਾਓ ਕਿ ਸਰਕਾਰ ਜਿਹੜੀ ਉਹ ਬਣਾ ਕੇ ਰਹਿਣੀ ਹੈ। ਸੰਧਾਲੀਆ ਸਾਹਿਬ, ਹੁਣ ਬਿਲਕੁਲ ਆਮ ਆਦਮੀ ਪਾਰਟੀ ਦੇ ਲਈ ਉੱਦਾਂ ਦਾ ਹੀ ਸਮਾਂ ਆ ਗਿਆ ਹੈ ਜਿੱਦਾਂ ਦਾ 2017 'ਚ ਆਇਆ। ਹਾਂ, ਕਿਉਂਕਿ ਤੁਸੀਂ ਦੇਖੋ ਕਿ ਇੱਕ ਹਫ਼ਤਾ ਤੇ ਇੱਕ ਹਫ਼ਤੇ ਬਾਅਦ ਪੰਜਾਬ ਦੀਆਂ ਵੋਟਾਂ। ਪਿਛਲੀ ਵਾਰ ਵੀ ਇੱਕ ਹਫ਼ਤਾ ਪਹਿਲਾਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਬਹੁਤ ਅੱਗੇ ਆ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਤੇ ਚਰਚਾ ਬਹੁਤ ਚੱਲਦੀ ਸੀ। ਪਰ ਆਖਰੀ ਇੱਕ ਹਫ਼ਤੇ ਦੇ ਵਿੱਚ ਸਮੀਕਰਨ ਇੱਦਾਂ ਬਦਲੇ, ਕੋਈ ਕਹਿੰਦਾ ਜੀ ਵਿਰੋਧੀ ਰਲ ਗਏ, ਕੋਈ ਕਹਿੰਦਾ ਜੀ ਇਹਨਾਂ ਨੂੰ 1-2 ਮੁੱਦੇ ਲੈ ਕੇ ਬਹਿ ਗਏ, ਕੋਈ ਕਹਿੰਦਾ ਜੀ ਸ਼ਹਿਰੀ ਵੋਟ ਨਾਰਾਜ਼ ਹੋ ਗਈ, ਕੋਈ ਕਹਿੰਦਾ ਜੀ ਲੋਕਾਂ ਨੂੰ ਅਸੁਰੱਖਿਆ ਹੋ ਗਈ, ਕੋਈ ਕਹਿੰਦਾ ਜੀ ਇਹਨਾਂ ਨੇ ਟਿਕਟਾਂ ਅੱਗੇ ਪਿੱਛੇ ਕਰਕੇ ਵੰਡੀਆਂ ਤਾਂ ਰਹਿ ਗਏ। ਕਾਰਨ ਕੋਈ ਵੀ ਹੋਵੇ, ਪਰ ਐਤਕੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੂੰ ਬਹੁਤ ਸੋਚ ਵਿਚਾਰ ਕੇ ਚੱਲਣ ਦੀ ਲੋੜ ਹੈ। ਪਰ ਇੱਕ ਗੱਲ ਹੈਗੀ ਆ ਕਿ ਵਿਦੇਸ਼ਾਂ ਦੇ ਵੱਲ ਇਹਨਾਂ ਨੇ ਬਹੁਤਾ ਜ਼ੋਰ ਨਹੀਂ ਦਿੱਤਾ। NRIs ਨੂੰ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਘੱਟ ਕਿਹਾ ਹੋਊਗਾ ਕਿ ਭਾਈ ਤੁਸੀਂ ਟੈਲੀਫੋਨ ਕਰੋ, ਨਹੀਂ ਤਾਂ ਪਿਛਲੇ ਹੁੰਦਾ ਸੀ ਆਪੋ ਆਪਣੇ ਪਿੰਡ ਟੈਲੀਫੋਨ ਕਰੋ, 10-10 ਬੰਦੇ ਨੂੰ ਟੈਲੀਫੋਨ ਕਰੋ। ਪਰ ਇਹਦੇ ਬਾਵਜੂਦ ਵੀ ਭਲਕੇ ਇੱਧਰ ਬਰੈਂਪਟਨ ਦੇ ਵਿੱਚ ਇਕੱਠ ਹੋ ਰਿਹਾ, ਆਮ ਆਦਮੀ ਪਾਰਟੀ ਵਾਲੇ ਉਹ ਕਹਿੰਦੇ ਜੀ ਅਸੀਂ ਕੋਈ ਫੰਡ ਇਕੱਠਾ ਨਹੀਂ ਕਰਨਾ, ਕੁਛ ਨਹੀਂ ਕਰਨਾ, ਸਿਰਫ ਤੇ ਸਿਰਫ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਅਸੀਂ ਆਪਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਆ ਉਹ ਅਸੀਂ ਸਲਾਹਾਂ ਕਰਾਂਗੇ। ਜਾਨੀ ਪਿਛਲੀ ਵਾਰ ਦੇ ਮੁਕਾਬਲੇ ਵਿਦੇਸ਼ਾਂ ਦੇ ਵਿੱਚ ਉਹ ਗੱਲ ਨਹੀਂ ਹੈ। ਪਰ ਜੇ ਫੇਰ ਵੀ ਆਮ ਆਦਮੀ ਪਾਰਟੀ ਬਰਾਬਰ ਦੀ ਟੱਕਰ ਦੇ ਰਹੀ ਹੈ ਤਾਂ ਜੇ ਵਿਦੇਸ਼ਾਂ 'ਚ ਗੱਲ ਨਹੀਂ ਤਾਂ ਇਹਦਾ ਮਤਲਬ ਹੈ ਕਿ ਐਤਕੀ ਪੰਜਾਬ 'ਚ ਗੱਲ ਆ। ਤੇ ਪਿਛਲੀ ਵਾਰ ਇਹ ਕਿਹਾ ਜਾਂਦਾ ਸੀ ਉਹਨਾਂ ਦੀਆਂ ਜਿਹੜੀਆਂ ਵੋਟਾਂ, ਤੇ ਐਤਕੀ ਵਿਦੇਸ਼ਾਂ ਦੇ ਵਿੱਚੋਂ ਜੇ ਬਹੁਤੀ ਗੱਲ ਨਹੀਂ ਤੁਰ ਰਹੀ, ਇਹਦਾ ਮਤਲਬ ਕਿ ਜਿੰਨੀ ਕੁ ਵੀ ਗੱਲ ਤੁਰ ਰਿਹਾ ਉਹ ਤੁਰ ਰਿਹਾ ਜਿਨ੍ਹਾਂ ਦੀਆਂ ਵੋਟਾਂ। ਵੈਸੇ ਗੱਲ ਹੀ ਹੈ, ਆਹ ਗੱਲ ਮਾੜੀ ਹੈਗੀ ਐ ਵੀਰ ਜੀ, ਤੁਸੀਂ ਡਰਾਉਂਦੇ ਹੈਗੇ ਹੋ, ਇਸ ਤਰ੍ਹਾਂ ਨਹੀਂ, ਡਰਾਣਾ ਨਹੀਂ ਹੈਗਾ, ਡਰਾਉਂਦੇ ਨਹੀਂ ਹੈਗੇ। ਦੇਖੋ ਚਲੋ ਠੀਕ ਆ ਬਈ, ਹਰੇਕ ਨੂੰ ਆਪਣਾ ਆਪਣਾ ਜ਼ੋਰ ਲਾਉਣ ਦਾ ਸ਼ੌਕ ਆ ਜਾਂ ਨਹੀਂ, ਹੱਕ ਆ ਸ਼ੌਕ ਤੁਹਾਡੇ ਹੁੰਦੇ ਆ, ਹੱਕ ਲੋਕਾਂ ਦੇ ਹੁੰਦੇ ਆ, ਸਾਡੇ ਤਾਂ ਸ਼ੌਕ WhatsApp। ਅੱਛਾ ਨਹੀਂ, ਸ਼ੌਕ ਤੋਂ ਗੱਲ ਚੱਲੀ ਵੀ ਸ਼ੌਕ, ਮੈਂ ਤਾਂ ਮੇਰੇ ਇੱਕਦਮ ਵਰਡ ਆ ਗਿਆ ਦਿਮਾਗ ਵੀ ਚੰਨੀ ਸਾਹਿਬ ਨੂੰ ਲੱਗਦਾ ਅਲੱਗ-ਅਲੱਗ ਸ਼ੌਕ ਨੇ। ਹੁਣ ਉਹ ਪ੍ਰਚਾਰ ਕਰਨ ਨਿਕਲੇ ਮੋਟਰਸਾਈਕਲ ਤੇ, ਉਹ ਕਹਿੰਦੇ ਵੀ ਮੋਟਰਸਾਈਕਲ ਤੇ ਆਮ ਲੋਕਾਂ ਦੇ ਨਾਲ ਇੱਕ ਤੁਹਾਨੂੰ ਇਹ ਲੱਗੂਗਾ ਵੀ ਯਾਰ ਆਹ ਦੇਖ ਸਾਡਾ ਮੁੱਖ ਮੰਤਰੀ ਮੋਟਰਸਾਈਕਲ ਵੀ ਚਲਾ ਲੈਂਦਾ ਜੀ। ਪਿਛਲੇ ਦਿਨ ਲੋਕਾਂ ਨਾਲ ਵੀ ਆਹ ਵੀ ਕਰ ਲੈਂਦਾ, ਆਹ ਵੀ ਕਰ ਲੈਂਦਾ, ਆਹ ਵੀ ਕਰ ਲੈਂਦਾ, ਉਹਨੂੰ ਲੱਗਿਆ ਵੀ ਯਾਰ ਮੋਟਰਸਾਈਕਲ ਚਲਾ ਲੈਂਦੇ ਮੁੱਖ ਮੰਤਰੀ ਸਾਹਿਬ। ਤੇ ਉਹ ਕਹਿੰਦੇ ਵੀ ਦੇਖਿਓ ਤੁਸੀਂ ਪਰਵਾਹ ਨਾ ਕਰਿਓ ਵੀ ਆਪਾਂ ਪੰਜਾਬੀ ਹਾਂ, ਮੈਂ ਤੁਹਾਡੇ ਵਰਗਾ ਹਾਂ। ਉਹ ਜਿਹੜਾ ਕੋਈ ਨਕਲੀ ਆਮ ਆਦਮੀ ਬਣ ਕੇ ਆਉਂਦਾ ਉੱਧਰੋਂ,
ਬੰਦਾ ਕਹਿੰਦੇ ਹਰਿਆਣੇ ਦਾ, ਮੁੱਖ ਮੰਤਰੀ ਦਿੱਲੀ ਦਾ, ਤੇ ਆਪਣਾ ਉਹਨਾਂ ਨਾਲ ਇੱਟ ਖੜਕਾ, ਇਹ ਭਾਲਦੇ ਪਾਣੀ, ਇਹ ਭਾਲਦੇ ਚੰਡੀਗੜ੍ਹ, ਆਪਾਂ ਨੇ ਜੇ ਦੇਣਾ ਇਹਨਾਂ ਨੂੰ। ਮਤਲਬ ਮੈਂ ਕੁਦਰਤੀ ਸੋਚੀ ਹੈ ਨਾ ਵੀ ਥੋੜ੍ਹੇ ਕੁ ਦਿਨਾਂ ਤੋਂ ਦੁਬਾਰਾ ਚੰਡੀਗੜ੍ਹ ਪਾਣੀ ਕੱਢ ਕੇ ਜਿਹੜਾ ਉਹ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਨਾਲੋਂ ਚੰਗਾ ਨੇ ਵੀ ਕੁਛ ਇਹ ਕਰ ਲਓ ਵੀ ਯਾਰ ਭਾਈ ਸਾਹਿਬ ਆਹ ਸਾਡੀ ਪੋਲਿਸੀ ਆ, ਅਸੀਂ ਕਰ ਲਿਆ ਤੇ ਆਹ ਅਸੀਂ ਕਰ ਦੇਣਾ। ਕਿਉਂਕਿ ਚੱਕਰ ਪਤਾ ਕੀ, ਜਦੋਂ ਇਹ ਕੰਮ ਉਹ ਕਰਕੇ ਨਿਕਲਦੇ ਆ, ਉਹਨਾਂ ਦੇ ਕਿਸੇ ਨਾ ਕਿਸੇ ਉਮੀਦਵਾਰ ਨੂੰ ਮੁਰਦਾਬਾਦ ਕਰਕੇ ਪੁੱਛ ਲੈਂਦਾ 36,000 ਮੁਲਾਜ਼ਮ ਕਿਹੜਾ ਪੱਕਾ ਕੀਤਾ ਦੱਸੋ ਜੀ। ਨਹੀਂ ਹੈ ਕਿਤੇ ਨਾ ਕਿਤੇ ਸਮੱਸਿਆ। ਦੇਖੋ ਚੰਗੀ ਗੱਲ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਕੋਸ਼ਿਸ਼ ਕਰ ਰਹੇ, ਕੋਈ ਮਾੜੀ ਗੱਲ ਨਹੀਂ। ਸ਼ਾਇਦ ਉਹਨਾਂ ਨੂੰ ਲੱਗਦਾ ਹੋਊਗਾ ਕਿ ਪਿਛਲੇ ਵਾਰੀ ਭਗਵੰਤ ਮਾਨ ਕਦੇ ਬੱਸ ਦੀ ਛੱਤ ਤੇ ਚੜ੍ਹ ਜਾਂਦੇ ਸੀ, ਕਦੇ ਟਰੈਕਟਰ ਤੇ ਬਹਿ ਕੇ ਇੰਟਰਵਿਊ ਦਿੰਦੇ ਸੀ, ਇਹ ਘੋੜੇ ਤੇ ਵੀ ਇੱਕ ਵਾਰੀ ਚੜ੍ਹ ਗਿਆ ਸੀ ਉਹ, ਕਦੇ ਜਿੱਥੇ ਇੱਟਾਂ ਦਾ ਚੱਕਾ ਲੱਗਾ ਉਹਦੇ ਉੱਪਰ ਚੜ੍ਹ ਕੇ ਭਾਸ਼ਣ ਦੇਣ ਲੱਗ ਪੈਂਦੇ ਐ ਦੌੜ ਕੇ ਜਾ ਕੇ DCM ਦੇ ਉੱਤੇ ਚੜ੍ਹ ਕੇ ਜਾ ਕੇ। ਐਤਕੀ ਚੰਨੀ ਸਾਹਿਬ ਕੋਸ਼ਿਸ਼ ਕਰ ਰਹੇ ਆ, ਪਰ ਪਿਛਲੇ ਵਾਰੀ ਭਗਵੰਤ ਮਾਨ ਸਾਹਿਬ ਕਿਹੜਾ ਜਿੱਤੇ ਸੀ? ਨਹੀਂ ਮੈਂ ਵੈਸੇ ਗੱਲ ਕਰਦਾ, ਕੈਪਟਨ ਸਾਹਿਬ ਕਿੰਨਾ ਕੁ ਆਏ ਸੀ? ਤੁਸੀਂ ਇਹ ਗੱਲ ਮਾੜੀ ਨਹੀਂ, ਮੈਂ ਇਹ ਗੱਲ ਬਹੁਤ ਮਾੜੀ ਯਾਰ। ਚਲੋ ਕੋਈ ਨਹੀਂ, ਸੰਧਾਲੀਆ ਸਾਹਿਬ ਜੇ ਗਲਤ ਆ ਤਾਂ ਦੱਸੋ। ਨਹੀਂ ਮੈਂ ਤਾਂ ਕਹਿੰਦਾ ਨਹੀਂ ਗਲਤ। ਭਗਵੰਤ ਮਾਨ ਸਾਹਿਬ ਬਹੁਤ ਆਏ ਸੀ ਤਾਂ ਕੈਪਟਨ ਸਾਹਿਬ ਦਾ ਨਹੀਂ ਸੀ। ਉਹ ਫਿਰ ਵੀ ਜੇ ਇੱਕ ਗੱਲ ਇੱਥੇ ਮੇਰੇ ਮਨ 'ਚ ਹੈ ਜੀ ਨਹੀਂ, ਜੇ ਕੈਪਟਨ ਸਾਹਿਬ ਨਹੀਂ ਆਏ ਸੀ ਤੁਹਾਡਾ ਕਹਿਣ ਤੋਂ ਭਾਵ ਹੈਗਾ ਵੀ ਕੈਪਟਨ ਸਾਹਿਬ ਤੇ ਐਤਕੀ ਵੀ ਨਹੀਂ ਆ ਰਹੇ। ਜਿਹੜੇ ਉਹਨਾਂ ਦੇ ਕੋਈ 25-28 ਬੰਦੇ ਹੈਗੇ ਉਹ ਸਮਝ ਲੈਣ ਵੀ ਉਹ ਜਿੱਤ ਗਏ। ਨਹੀਂ ਮੈਂ ਨਹੀਂ ਕਹਿੰਦਾ ਕੁਝ ਵੀ, ਮੈਂ ਤਾਂ ਇੱਕ ਗੱਲ ਦੱਸਦਾ ਵੀ ਠੀਕ ਹੈ ਤੁਸੀਂ ਜਿੱਦਾਂ ਪ੍ਰਚਾਰ ਕਰਨਾ ਕਰੋ। ਮਨਪ੍ਰੀਤ ਸਿੰਘ ਬਾਦਲ, ਕਿਆ ਅਲਫਾਜ਼ ਨੇ, ਕਿਆ ਉਰਦੂ ਹੈ, ਕਿਆ ਸ਼ਾਇਰੀ ਹੈ, ਕਿਆ ਨਫਾਸਤ ਹੈ। ਹੁਣ ਉਹ ਸਾਰੀਆਂ ਚੀਜ਼ਾਂ ਹੈਗੀਆਂ, ਪਰ ਨਾ ਉਹਨਾਂ ਦੇ ਹਲਕੇ ਦੀ ਇੱਕ ਵੀਡੀਓ ਆਈ, ਕਿਉਂਕਿ ਕਰਮਚਾਰੀ ਵਿੱਤ ਮੰਤਰੀ ਤੋਂ ਤਾਂ ਅੱਕੇ ਹੋਈ ਹੁੰਦੇ ਤਾਂ ਸਿੱਖਿਆ ਮੰਤਰੀ ਤੋਂ ਵੀ ਅੱਕੇ ਹੁੰਦੇ ਕਈ ਵਾਰੀ। ਉਹਨਾਂ ਦੇ ਹਲਕੇ ਦੇ ਵਿੱਚ ਨਾ ਉਹ ਇੱਕ ਛੋਟਾ ਹਾਥੀ ਲਿਆ, ਉਹਦੇ ਉੱਤੇ ਕੁਝ ਬੰਦੇ ਆ ਅੱਗੇ ਪਿੱਛੇ ਵੀ 4-5 ਇੱਦਾਂ ਦੇ, ਉਹ ਜਿੱਧਰ ਤੁਰੀ ਜਾਂਦੇ ਆ। ਅਸੀਂ ਨਹੀਂ ਕਹਿੰਦੇ, ਅਸੀਂ ਉਹ ਇੱਕ ਵਿਰੋਧ ਕਰਦੇ, ਉਹ ਕਹਿੰਦੇ ਜੀ ਸਾਡੇ ਕੰਮ ਨਹੀਂ ਹੋਏ, ਉਹ ਇਹਨਾਂ ਨੂੰ ਵੋਟ ਨਾ ਪਾ ਦਿਓ। ਜਿਹੜੇ ਆਪ ਤਾਂ ਖੜੇ ਨਹੀਂ ਕਹਿੰਦੇ ਜਿਹਨੂੰ ਮਰਜ਼ੀ ਵੋਟ ਪਾ ਦਿਓ, ਜੇ ਕਿਤੇ ਪੋਸਟ ਲੱਗਾ ਉਹ ਤੁਸੀਂ ਪੋਸਟ ਲਾਈ ਬੈਠੇ, ਅਸੀਂ ਕਹਿੰਦੇ ਵੋਟ ਨਾ ਪਾ ਜਾਨੀ ਇੱਕ ਵੱਖਰੀ ਚੀਜ਼ ਚੱਲੀ ਹੋ। ਆਹੋ ਇਹ ਇੱਕ ਵੱਖਰਾ ਤਰੀਕਾ ਐਤਕੀ ਸੁਣਨ ਨੂੰ ਦੇਖਣ ਨੂੰ ਮਿਲਿਆ ਨਾ। ਪਰ ਹੋ ਸਕਦਾ ਪਤਾ ਨਹੀਂ ਵੀ ਇਹਦੀ ਕੋਈ ਇਜਾਜ਼ਤ ਮਿਲਦੀ ਹੈ ਕਿ ਨਹੀਂ ਮਿਲਦੀ, ਪਰ ਮੇਰੇ ਖਿਆਲ ਨਾਲ ਤਾਂ ਹੈ ਤਾਂ ਲੋਕਤੰਤਰ ਹੀ ਹੈ ਨਾ। ਕਿਉਂਕਿ ਜੇ ਪੋਲੀਟੀਕਲ ਪਾਰਟੀਆਂ ਕਿਸੇ ਨੂੰ ਕਹਿ ਦਿੰਦੀਆਂ ਵੀ ਫਲਾਣੇ ਨੂੰ ਵੋਟ ਨਾ ਪਾ ਦਿਓ, ਤੇ ਜਿਹੜਾ ਕੋਈ ਆਮ ਬੰਦਾ ਆ ਉਹ ਜੇ ਦੋ ਤਰ੍ਹਾਂ ਦੇ ਪ੍ਰਚਾਰਕ ਆਪਾਂ ਇਹਨੂੰ ਪਹਿਲਾਂ ਵੇਖੇ, ਇੱਕ ਉਹ ਪ੍ਰਚਾਰਕ ਹੁੰਦੇ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ, ਇੱਕ ਹੁੰਦੇ ਜਿਹੜੇ ਸਪੋਰਟਰ ਹੁੰਦੇ ਵੀ ਯਾਰ ਸਾਨੂੰ ਫਲਾਣਾ ਚਾਹੀਦਾ। ਇਹ ਤੀਸਰੀ ਤਰ੍ਹਾਂ ਦੇ ਆ ਗਏ ਨਾ ਪ੍ਰਚਾਰਕ, ਉਹ ਕਹਿੰਦੇ ਵੀ ਫਲਾਣਾ ਬਿਲਕੁਲ ਨਹੀਂ ਚਾਹੀਦਾ ਬਾਈ ਸਾਹਿਬ, ਬਿਲਕੁਲ ਨਹੀਂ ਚਾਹੀਦਾ, ਹੈ ਨਾ। ਹੁਣ ਇਹ ਜਿਹੜਾ ਮੇਰੇ ਖਿਆਲ ਨਾਲ ਢੰਗ ਤਰੀਕਾ ਇਹ ਹੋ ਸਕਦਾ ਕਈਆਂ ਨੂੰ ਤੰਗ ਕਰੇ। ਨਹੀਂ ਕਰ ਸਕਦਾ ਹੈ। ਬਾਕੀ ਦੇਖੋ ਸਾਰੇ ਤਜਰਬੇ ਦੇ ਵਿੱਚੋਂ ਜਾਣੀ ਕਿ 5 ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਕਈ ਵਾਰ ਦੇ MLA, ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਰਹੇ, ਜਾਣੀ ਕਿਹੜਾ ਅਹੁਦਾ ਆ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਮਾਣਿਆ ਨਹੀਂ, ਹੰਢਾਇਆ ਨਹੀਂ। ਹੁਣ ਇੱਕ ਵਾਰੀ ਫਿਰ ਇਲੈਕਸ਼ਨ ਲੜ ਰਹੇ ਆ, 3 ਪਿੰਡਾਂ ਦੇ ਵਿੱਚ ਜਾ ਕੇ ਲੰਬੀ ਵਿਧਾਨ ਸਭਾ ਹਲਕੇ 'ਚ ਜਲਸਾ ਕੀਤਾ। ਉਹ ਕਹਿੰਦੇ ਜੀ ਮੈਂ ਚਾਹੁੰਦਾ, ਬਾਦਲ ਸਾਹਿਬ ਉਹ ਕਹਿੰਦੇ ਮੈਂ ਚਾਹੁੰਦਾ ਕਿ ਇਹ ਕਾਨੂੰਨ ਬਣਨਾ ਚਾਹੀਦਾ ਕਿ ਜੇ ਕੋਈ ਸਿਆਸੀ ਪਾਰਟੀ ਵਾਅਦਾ ਕਰਦੀ ਹੈ ਪਰ ਵਾਅਦਾ ਖਿਲਾਫੀ ਹੁੰਦੀ ਹੈ, ਵਾਅਦਾ ਮੁੜ ਕੇ ਨੇਪਰੇ ਨਹੀਂ ਚਾੜਿਆ ਜਾਂਦਾ, ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ, ਤਾਂ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਵੇ। ਯਾਨੀ ਕਿਆ ਬਾਤਾਂ। ਨਹੀਂ ਤੁਸੀਂ ਦੇਖੋ ਛੇਤੀ ਪਤਾ ਲੱਗ ਗਿਆ ਇਹਨਾਂ ਨੂੰ। ਲੈ ਦੱਸ ਸਾਧੂ ਯਾਰ, 6ਵੀਂ ਵਾਰ ਮੁੱਖ ਮੰਤਰੀ ਬਣ ਲੱਗੇ, ਸੁਪਰ CM 6ਵੀਂ ਵਾਰ, 5 ਵਾਰ CM, 6ਵੀਂ ਵਾਰ ਸੁਪਰ CM। ਹੁਣ ਜਾ ਕੇ ਉਹਨੂੰ ਸਮਝ ਲੱਗੀ ਗੱਲ ਦੀ। ਉਹ ਕਹਿੰਦਾ ਵੀ ਉਹ ਚੱਕਰ ਪਤਾ ਕਿ ਕਿਸੇ ਵੇਲੇ ਹੁੰਦਾ WhatsApp ਯਾਰ ਕਿੱਡੀ ਗੱਲ ਹੈ। 5 ਹੀ ਤਾਂ ਸਾਲ ਹੁੰਦੇ ਸਾਰੇ, ਉਦੋਂ ਬਾਅਦ ਅਗਲੀਆਂ ਜਦ ਫੇਰ 5 ਹੀ ਸਾਲ ਮਿਲਦੇ ਸਾਰੇ, ਫਿਰ ਸਿਰਫ 5 ਸਾਲ ਮਿਲਦੇ ਯਾਰ ਕੀ ਗੱਲ। ਹੁਣ ਮਤਲਬ ਜੇ ਚਲੋ ਵਿੱਚੋਂ ਪੂਰਾ ਟਾਈਮ ਉਹਨਾਂ ਦੀ ਨਹੀਂ ਰਹੀ ਸਰਕਾਰ, ਮੋਟਾ ਜਿਹਾ 18-20 ਸਾਲ ਹੀ ਹੋਏ ਸਾਰੇ। ਇਹ 18-20 ਸਾਲਾਂ ਦੇ ਵਿੱਚ ਇੰਨੀ ਗੱਲ ਤਾਂ ਪਤਾ ਲੱਗ ਹੀ ਜਾਂਦੀ ਹੈ। ਹਾਂ ਨਹੀਂ ਚਲੋ ਠੀਕ ਹੈ। ਉਹਨਾਂ ਨੇ ਤਾਂ ਹੁਣ ਇਹ ਢੀਕਦਾ ਵੀ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹੁਣ ਅਗਲੇ ਕਿਹੜੇ ਆਪਣੇ ਜਲਸੇ ਦੇ ਵਿੱਚ ਇਸ ਗੱਲ ਦਾ ਬਿਆਨ ਕਰਨਗੇ, ਕਿਉਂਕਿ ਬੜੀਆਂ ਚੀਜ਼ਾਂ ਉਹ ਕਹਿੰਦੇ ਨੇ ਵੀ ਬਾਦਲ ਸਾਹਿਬ ਨੇ ਕਿਹਾ ਵੀ ਇਸ ਗੱਲ ਦਾ ਖਿਆਲ ਰੱਖਣਾ ਹੈ। ਹੋ ਸਕਦਾ ਹੁਣ ਐਤਕੀ ਉਹ ਕਹਿੰਦੇ ਵੀ ਬਾਦਲ ਸਾਹਿਬ ਨੇ ਕਿਹਾ ਹੈ ਵੀ ਕੋਈ ਵਾਅਦਾ ਜਿਹੜਾ ਨਾ ਪੂਰਾ ਕਰੇ ਉਹਦੀ ਮਾਨਤਾ ਰੱਦ, ਤੇ ਅਸੀਂ ਆਪਣੀ ਮਾਨਤਾ ਨਹੀਂ ਰੱਦ ਹੋਣ ਦੇਣੀ, ਅਸੀਂ ਕੱਲਾ ਵਾਅਦਾ ਪੂਰਾ ਕਰਨਾ। ਮੈਂ ਤਾਂ ਇਹ ਵੀ ਕਹਿਣਾ ਸਾਰੀਆਂ ਸਿਆਸੀ ਪਾਰਟੀਆਂ ਦੇ ਬੰਦੇ ਲੀਡਰ ਸਹਿਮਤ ਹੋਣਗੇ ਕਿ ਉਹ ਵਾਅਦਾ ਉਹ ਕਰਦੇ ਜਿਹੜਾ ਪੂਰਾ ਹੋ ਸਕੇ। ਸਾਰੇ ਕਹਿੰਦੇ ਅਸੀਂ ਵਾਅਦਾ ਪੂਰਾ ਕਰਾਂਗੇ, ਜਦ ਸਾਰਿਆਂ ਨੂੰ ਗਰੰਟੀ ਹੈ ਵਾਅਦਾ ਪੂਰਾ ਕਰਨਾ। ਮੈਂ ਕਹਿੰਦਾ ਐਫੀਡੇਵਿਟ ਲਿਖ ਕੇ ਪੰਜਾਬ ਦੇ ਲੋਕਾਂ ਨੂੰ ਦੇ ਹੀ ਦੇਣ ਕਿ ਭਾਈ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਵਾਅਦਾ ਕੀਤਾ ਜਾਵੇ ਪੂਰਾ ਹੋਵੇ। ਅਸੀਂ ਚਾਹੁੰਦੇ ਹਾਂ ਜੇ ਕੋਈ ਪਾਰਟੀ ਵਾਅਦਾ ਪੂਰਾ ਨਹੀਂ ਕਰਦੀ ਉਹਦੀ ਮਾਨਤਾ ਰੱਦ ਹੋਵੇ, ਤੇ ਅਸੀਂ ਇਹ ਵਾਅਦਾ ਕਰਦੇ ਪੰਜਾਬ ਦੇ ਲੋਕਾਂ ਨਾਲ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿੰਨੇ ਸਾਡੇ ਮੈਂਬਰ ਨੇ ਉਹ ਆਉਣ ਵਾਲੇ ਪਹਿਲੇ ਹੀ ਸੈਸ਼ਨ ਦੇ ਵਿੱਚ ਇਸ ਮੁੱਦੇ ਦੇ ਉੱਤੇ ਮਤਾ ਲੈ ਕੇ ਆਉਣਗੇ ਕਿ ਭਾਈ ਸੰਵਿਧਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਆ ਚੀਜ਼ ਵਿੱਚ ਪਾ ਦਿਓ। ਹਾਂ ਤਾਂ ਜੇ ਉਹ ਬੰਦੇ ਇਦਾਂ ਨਹੀਂ ਕਰਦੇ, ਇਹ ਵੀ ਆਪਣੇ ਆਪ 'ਚ ਇੱਕ ਵਾਅਦਾ ਖਿਲਾਫੀ ਹੋਣੀ ਹੈ। ਹਾਂ ਨਹੀਂ ਬਿਲਕੁਲ ਸਹੀ। ਇਹਦੀ ਲਈ ਆਪਾਂ ਤਰੀਕ ਵੀ ਦੱਸ ਦਿੰਦੇ ਹਾਂ ਵੀ 10 ਮਾਰਚ ਨੂੰ ਰਿਜ਼ਲਟ ਆਉਣਾ, 14 ਮਾਰਚ ਤੋਂ ਸੈਸ਼ਨ ਹੈ ਸ਼ੁਰੂ ਪਾਰਲੀਮੈਂਟ ਦਾ,
ਤੇ 14 ਨੂੰ ਹੀ ਕੰਮ ਹੋ ਜਾਵੇ। ਉਹੀ ਨਾ ਤਰੀਕ ਲਿਖ ਦੇਣ ਵੀ ਭਾਈ ਸਾਹਿਬ 10 ਨੂੰ ਅਸੀਂ ਆ ਜਾਣਾ, 11 ਨੂੰ ਸਾਡੀ ਸਰਕਾਰ ਬਣ ਜਾਣੀ, 12 13 ਦੇ ਦਿਨ ਦੇ ਵਿੱਚ ਅਸੀਂ ਕਲੀਅਰ ਕਰ ਦੇਣੀ ਗੱਲਬਾਤ, ਤੇ 14 ਨੂੰ ਜਾਂਦੇ ਠਾਹ ਕਰਾ ਦੇਣੀ ਉਸੇ ਵੀ ਤੁਸੀਂ ਆਪ ਦੇਖੋਗੇ ਵੀ ਭਾਈ ਸਾਹਿਬ ਜੇ ਅਸੀਂ ਪਹਿਲੇ ਸਾਲ 'ਚ ਵਾਅਦੇ ਨਾ ਪੂਰੇ ਕੀਤੇ ਤੇ ਫਿਰ ਸਾਡੀ ਮਾਨਤਾ ਰੱਦ। ਪਰ ਇੱਥੇ ਮੇਰੇ ਦਿਮਾਗ 'ਚ ਇੱਕ ਸਵਾਲ ਆਉਂਦਾ, ਆ ਜਾਓ। ਹੁਣ ਬਾਦਲ ਸਾਹਿਬ ਨੇ ਤੇ ਕਹਿਤਾ, ਉਹਨਾਂ ਨੇ ਪਰਸੈਂਟੇਜ ਤੇ ਦੱਸੀ ਨਹੀਂ। ਕੱਲ੍ਹ ਨੂੰ ਹੋ ਸਕਦਾ ਅਗਲਾ ਕਿ ਯਾਰ ਚਲੋ ਕੋਈ ਗੱਲ ਨਹੀਂ 100 ਵਾਅਦਾ ਅਸੀਂ 100 ਚੋਂ 92% ਤੇ ਕੀਤੇ ਹੀ ਹੈ ਨਾ, ਤੇ 92% ਤੇ ਹਰ ਕੋਈ ਕਰ ਦਿੰਦਾ। ਜੇ ਮੇਰੇ ਤੇ ਨਹੀਂ ਯਕੀਨ ਤੇ ਕੈਪਟਨ ਸਾਹਿਬ ਨੂੰ ਪੁੱਛ ਲਓ। ਨਹੀਂ ਉਹ 94 ਵੀ ਕਰ ਦਿੰਦੇ ਉਹ। ਮਤਲਬ ਇਹ ਗੱਲ ਤਾਂ ਉਹੀ ਹੈ ਨਾ। ਨਹੀਂ ਉਹ ਤਾਂ ਧੱਕਾ ਹੋ ਗਿਆ, ਉਹਨਾਂ ਨੇ 99.99% ਪੂਰੇ ਕਰ ਦੇਣੇ। ਉਹ ਤਾਂ ਤੁਸੀਂ ਆ ਵਿੱਚ ਵਿਚਾ ਪੈ ਕੇ ਪਤਾ ਨਹੀਂ ਕਿੱਦਾਂ ਕਰਮ ਕਰਾਤਾ ਹੀ ਸਾਰਾ। ਨਹੀਂ ਮੇਰਾ ਨਹੀਂ ਕਸੂਰ, ਉਹਦੇ ਚੰਨੀ ਸਾਹਿਬ ਦਾ ਕਸੂਰ। ਚੰਨੀ ਸਾਹਿਬ ਵਿੱਚ ਆ ਗਏ ਤੇ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਕੰਮ ਹੀ ਨਹੀਂ ਕਰਨ ਦਿੱਤਾ। ਉਹਨਾਂ ਨੇ ਦੱਸੋ ਸੰਧਾਲੀਆ ਸਾਹਿਬ, ਇੱਕ ਚੀਜ਼ ਜਿਹੜੀ ਬਾਰ-ਬਾਰ ਰਹਿ ਜਾਂਦੀ ਸੀ, ਡਾਕਟਰ ਸਵੈ ਮਾਨ ਸਿੰਘ ਹੋਰੀ ਜਦੋਂ ਕਿਸਾਨ ਮੋਰਚਾ ਲੱਗਾ ਸੀ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਨਿੱਠ ਕੇ ਕੰਮ ਕੀਤਾ। ਹੁਣ ਉਹ ਸੰਯੁਕਤ ਸਮਾਜ ਮੋਰਚੇ ਦੇ ਬਹੁਤ ਸਾਰੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਿਹਾ ਤੇ ਉਹ ਟਰੈਕਟਰ ਦੇ ਉੱਤੇ ਸਾਰੇ ਪੰਜਾਬ ਉਹਨਾਂ ਨੇ ਦੌਰਾ ਸ਼ੁਰੂ ਕੀਤਾ ਹੈ। ਜਿੱਥੇ ਉਹਨਾਂ ਦੇ ਲਈ ਵੀ ਇੱਕ ਗੀਤ ਆਇਆ ਸਾਰੇ ਕਿਸਾਨ ਮੋਰਚੇ ਦੇ ਵਿੱਚ, ਜਿੱਦਾਂ ਉਹਨਾਂ ਨੇ ਕੰਮ ਕੀਤਾ। ਤੇ ਉਹ ਕਹਿੰਦੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਕਿ ਪੰਜਾਬ ਦੇ ਲੋਕੋ ਵੋਟਾਂ ਪੈ ਰਹੀਆਂ, ਤੁਸੀਂ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਜਿਤਾਉਣ ਦੇ ਲਈ ਵੋਟ ਨਾ ਪਾਇਓ, ਤੁਸੀਂ ਪੰਜਾਬ ਨੂੰ ਬਚਾਉਣ ਲਈ ਵੋਟ ਪਾਓ। ਕਿਉਂਕਿ ਜੇ ਐਤਕੀ ਚੰਗੇ ਬੰਦੇ ਤੁਸੀਂ ਨਾ ਚੁਣੇ ਤਾਂ ਫਿਰ ਪੰਜਾਬ ਨੂੰ ਬਚਾਉਣਾ ਔਖਾ ਹੋ ਜਾਊਗਾ। ਵੋਟ ਪਾਉਣ ਲੱਗੇ ਧਰਮ, ਜਾਤੀ, ਪਾਰਟੀ ਨਾ ਦੇਖਿਓ, ਆਪਣੇ ਨਿਆਣਿਆਂ ਦਾ ਭਵਿੱਖ ਦੇਖਿਓ, ਪੰਜਾਬ ਦਾ ਪਾਣੀ ਦੇਖਿਓ, ਪੰਜਾਬ ਦੀ ਖੇਤੀ ਦੇਖਿਓ। ਜੇ ਤਾਂ ਇਹ ਸਾਰਾ ਕੁਝ ਕਹਿੰਦੇ ਦੇਖ ਲਓਗੇ, ਇਹਦੇ ਹਿਸਾਬ ਦੇ ਨਾਲ ਵੋਟ ਪਾਓਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਉੱਜੜ ਜਾਾਂਗੇ। ਹੁਣ ਡਾਕਟਰ ਸਵੈਮਾਨ ਹੋਰੀ ਜਦੋਂ ਟਰੈਕਟਰ ਦੇ ਉੱਤੇ ਕੰਮ ਸ਼ੁਰੂ ਕੀਤਾ, ਜਿੱਥੇ ਜਿੱਥੇ ਲੋਕ ਸੁਣ ਰਹੇ ਪ੍ਰਭਾਵਿਤ ਹੋ ਰਹੇ ਆ। ਨਹੀਂ ਫਰਕ ਤਾਂ ਪੈ ਰਿਹਾ, ਪਰ ਇੱਕ ਜਿਹੜੀ ਉਹ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਕਹਿੰਦੇ ਮਾਨਸੇ ਤੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ, ਨਾਲ ਸ਼ਾਇਦ ਅੱਜ ਰਾਜੇਵਾਲ ਸਾਹਿਬ ਨੂੰ ਮਿਲਣਾ ਵੀ ਮਹਾਰਾਜ ਜੋ ਆਪਣੇ ਨਾਲ ਵਾਅਦਾ ਕੀਤਾ ਗਿਆ ਸੀ ਉਹ ਤੇ ਵਾਅਦਾ ਖਿਲਾਫ ਹੀ ਹੈ, ਤੇ ਆਪਾਂ ਜੇ ਇਲੈਕਸ਼ਨਾਂ 'ਚ ਰੁੱਝ ਗਏ ਤੇ ਫਿਰ ਉਹ ਵਾਲਾ ਆਪਣਾ ਅੰਦੋਲਨ ਰਹਿ ਜਾਣਾ। ਇਸ ਕਰਕੇ ਆਪਾਂ ਵਿਚਾਰ ਕਰੀਏ ਵੀ ਅੰਦੋਲਨ ਪਹਿਲਾਂ। ਦੇਖੋ 2-3 ਉਮੀਦਵਾਰ ਨੇ ਜਿਹੜੇ ਸੰਯੁਕਤ ਸਮਾਜ ਮੋਰਚਾ ਦੇ ਵਾਪਸ ਗਏ ਆ। ਰੁਲਦੂ ਸਿੰਘ ਮਾਨਸਾ ਹੋਰੀ ਮੈਨੀਫੈਸਟੋ ਜਿੱਦਣ ਜਾਰੀ ਕੀਤਾ ਨਾਲ ਬੈਠੇ ਸੀ। ਵੈਸੇ ਸਲਾਹਾਂ ਜੋ ਕਿਸਾਨ ਅੰਦੋਲਨ ਦੇ ਵਿੱਚ ਰੋਲ ਪਲੇ ਕੀਤਾ ਵਧੀਆ, ਸਲਾਹ ਫੈਸਲਾ ਲੈਣ ਤੋਂ ਪਹਿਲਾਂ ਕਰੀਦੀ ਆ। ਹੁਣ ਫੈਸਲਾ ਲੈ ਲਿਆ ਕਿ ਆਪਾਂ ਇੱਕ ਉਮੀਦਵਾਰ ਜਿਹੜਾ ਉਹਨਾਂ ਨੇ ਵਾਪਸ ਲਿਆ ਮਾਨਸੇ ਤੋਂ, ਬਾਕੀ ਉਮੀਦਵਾਰ ਜਿਹੜੇ ਨੇ ਹੁਣ ਬਾਅਦ ਵਿੱਚ ਉਹਨਾਂ ਨੇ ਜਾਣਾ ਰਾਜੇਵਾਲ ਸਾਹਿਬ ਕੋ, ਕਿਉਂਕਿ ਪਹਿਲਾਂ ਇਹ ਸਾਰੇ ਬੰਦੇ ਉੱਧਰ ਸੀ। ਹਾਂ ਹੁਣ ਤਾਂ ਲੜਾਈ ਇਸੇ ਗੱਲ ਦੀ ਹੈ ਕਿ ਕੁਝ ਚੰਗੀਆਂ ਚੀਜ਼ਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਗੇ ਲੈ ਕੇ ਆਓ। ਬਾਕੀ ਉਹਨਾਂ ਦਾ ਇੰਟਰਨਲ ਮੈਟਰ ਹੈ, ਰਾਜੇਵਾਲ ਸਾਹਿਬ ਉਹਨਾਂ ਨੂੰ ਮਿਲ ਕੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ। ਹਾਂ ਇਹ ਗੱਲ ਉਹਨਾਂ ਦੀ ਠੀਕ ਹੈ ਕਿ ਸਾਨੂੰ ਅਜੇ ਬਹੁਤ ਕੰਮ ਕਰਨਾ ਪੈਣਾ, ਕਿਉਂਕਿ ਬਹੁਤ ਸਾਰੇ ਜਿਹੜੇ ਨੁਕਤੇ ਕਾਨੂੰਨ ਵਾਪਸ ਲੈਣ ਲੱਗੇ ਅੱਗੇ ਲਿਆਂਦੇ ਸੀ ਉਹ ਪੂਰੇ ਨਹੀਂ ਹੋ ਸਕੇ। ਪਰ ਇਹ ਗੱਲ ਤਾਂ ਸ਼ਾਇਦ ਜਦੋਂ ਚੋਣਾਂ ਲੜਨ ਦਾ ਐਲਾਨ ਕੀਤਾ ਉਦੋਂ ਵੀ ਪਤਾ ਹੋਣੀ ਚਾਹੀਦੀ ਸੀ। ਚਲੋ ਅੱਜ ਉਹ ਵੀ ਪਤਾ ਲੱਗ ਜੂ, ਕੱਲ ਉਹ ਗੱਲ ਕਰ ਲਾਂਗੇ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਤੁਸੀਂ ਲੋਕ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।